नाल अमृतमय गुरबाणी दे लड़ीवार कथा सरवण करो जे। सतनाम श्री वाहिगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आदि सचु जुगाद सचु है भी सचु नानक होसी भी सचु। चक्र चिहन अर बरन जात अर पात नहन जह रूप रंग अर रेख पेख को कह ना सकत किह। अचल मूरत अनपहो प्रकाश अमितोज कहजै। कोट इंद्र इंद्राण साहे सहाण गणजै। त्रिभुवन महीप सुर नर असुर नेत नेत बन तृण कहत। त्वै सर्व नाम कथ कवन कर्म नाम बरनत सुमत। सिर मस्तक रखिया पर ब्रह्मं हस्त काया रखिया परमेश्वर है। सिर मस्तक रखिया पर ब्रह्मं हस्त काया रखिया परमेश्वर है। आत्म रखिया गोपाल स्वामी तन चरण रखिया जगदीश्वर है। घोर दुखियं अनकहत्यं जन्म दारिद्रं महाभिख्यातं। मिटंत सगल सिमरंत हर नाम नानक जैसे पावक काष्ठ भस्मं करोत। मन मह चितवह चितवनी उद्यम करो उठ नीत। हर कीर्तन का आहरो हर देहो नानक के मीत। दरमादे ठाडे दरबार तुझ बिन सुरत कर को मेरी दर्शन दीजै खोल किवार। आस प्यासी पिर कहताई जो चात्रिक बुंदेरे। कह नानक जियड़ा बलिहारी देह दर्श प्रभ मेरे। कहा बुद्ध प्रभ तोष हमारी
ਬਰਨ ਸਕਾ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਹਾਂ ਤਾਂ ਕੈ ਬਲਹਾਰੀ ਜਾ ਕੈ ਕੇਵਲ ਨਾਮ ਆਧਾਰੀ। ਹਾਂ ਤਾਂ ਕੈ ਬਲਹਾਰੀ ਜਾ ਕੈ ਕੇਵਲ ਨਾਮ ਆਧਾਰੀ। ਰਹਾ ਮਹਿਮਾ ਤਾਕੀ ਕੀਤਕ ਗਨੀਐ ਜਨ ਪਾਰ ਬ੍ਰਹਮ ਰੰਗ ਰਾਤੇ। ਸੂਖ ਸਹਿਜ ਆਨੰਦ ਤਿਨਾ ਸੰਗ ਉਨ ਸੰਸਰ ਅਵਰ ਨਾ ਦਾਤੇ। ਜਗਤ ਉਧਾਰਨ ਸੇ ਆਏ ਜੋ ਜਨ ਦਰਸ ਪਿਆਸਾ। ਉਨਕੀ ਸ਼ਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ। ਤਾਂ ਕੈ ਚਰਨ ਪਰਉ ਤਾਂ ਜੀਵਾ ਜਨ ਕੈ ਸੰਗ ਨਿਹਾਲਾ। ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ। ਰਾਜ ਜੋਬਨ ਅਵਧ ਜੋ ਦੀਸੈ ਸਭ ਕਿਛ ਜੁਗ ਮਹਿ ਘਾਟਿਆ। ਨਾਮ ਨਿਧਾਨ ਸਦ ਨਵ ਤਨ ਨਿਰਮਲ ਇਹੋ ਨਾਨਕ ਹਰ ਧਨ ਖਾਟਿਆ। ਰਾਜ ਜੋਬਨ ਅਵਧ ਜੋ ਦੀਸੈ ਸਭ ਕਿਛ ਜੁਗ ਮਹਿ ਘਾਟਿਆ। ਨਾਮ ਨਿਧਾਨ ਸਦ ਨਵ ਤਨ ਨਿਰਮਲ ਇਹੋ ਨਾਨਕ ਹਰ ਧਨ ਖਾਟਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਗੁਰ ਪਰਮੇਸ਼ਰ ਸਾਹਿਬੇ ਕਮਾਲ ਨੀਲੇ ਦੇ ਸ਼ਾਹ ਅਸਵਾਰ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸਰਬੰਸ ਦਾਨੀ ਸ਼ਮਸ਼ੇਰ ਬਹਾਦਰ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਗਰੀਬ ਨਿਵਾਜ ਸਤਿਗੁਰੂ ਜੀ ਸਰਬਤ ਜੀਵਾਂ ਦੀ ਕਲਿਆਣ ਹਿਤ ਸਭਨਾਂ ਦੇ ਉੱਪਰ ਕਿਰਪਾਲਤਾ ਬਖਸ਼ਿਸ਼ ਰਹਿਮਤ ਕਰਦਿਆਂ ਹੋਇਆਂ ਆਪਣੇ ਪਾਵਨ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਜੀ ਦੇ ਪਾਵਨ ਸੁਖ ਦੇ ਦਰਸ਼ਨ ਦੀਦਾਰ ਮੇਲੇ ਬਖਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਤਖਤਾਂ ਦੇ ਦਰਸ਼ਨ ਦੀਦਾਰਿਆਂ ਦੇ ਨਾਲ ਦਸਾਂ ਹੀ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਿਕ ਸਰੂਪ ਗੁਰਤਾ ਗੱਦੀ ਤੇ ਸੋਭਨੀਕ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਗੁਰਤਾ ਗੱਦੀ ਤੇ ਪ੍ਰਗਟ ਸਰੂਪ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਪ੍ਰਗਟ ਗੁਰਾਂ ਕੀ ਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ
ਪਾਵਨ ਸਤ ਸੰਗਤ ਰੂਪੀ ਗੋਦ ਬਖਸ਼ਿਸ਼ ਕਰਕੇ ਸਭਨਾਂ ਨੂੰ ਨਿਹਾਲ ਕਿਰਤਾਰਥ ਕਰ ਰਹੇ ਨੇ। ਵੱਡਿਆਂ ਭਾਗਾਂ ਵਾਲਿਆਂ ਨੇ, ਸਤ ਸੰਗੀ ਜਨਾਂ ਨੇ, ਨੇਮ ਵਾਲਿਆਂ ਨੇ, ਪ੍ਰੇਮ ਵਾਲਿਆਂ ਨੇ ਗੁਰ ਚਰਨਾਂ ਵਿਖੇ ਆ ਕਰਕੇ ਗੁਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰ ਕਰਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹ ਸ਼ਰਾਵਣ ਅਤੇ ਗਾਇਨ ਕਰਕੇ ਸਤਿਗੁਰੂ ਜੀ ਦੇ ਦਰ ਘਰ ਤੋਂ ਗੁਰਬਾਣੀ ਦੇ ਪ੍ਰੇਮ ਆਨੰਦ ਨੂੰ ਆਤਮ ਸੁਖ ਨੂੰ ਮਾਣਿਆ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਸ਼ਰਵਣ ਕਰਨੇ ਦਾ। ਗਰੀਬ ਨਿਵਾਜ ਸਤਿਗੁਰੂ ਜੀ ਪਰ ਉਪਕਾਰੀ ਧੀਰਜ ਧਾਰੀ ਜੀ ਆਪਣੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਜਿਵੇਂ ਸੱਚ ਦਾ ਉਪਦੇਸ਼ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸ਼ਰਵਣ ਕਰਕੇ ਲਾਹੇ ਪ੍ਰਾਪਤ ਕਰਨਾ ਕਰੀਏ। ਮੁਖ ਦੀ ਪਵਿੱਤਰਤਾ ਤੇ ਹਿਰਦੇ ਦੀ ਇਕਾਗਰਤਾ ਦੇ ਵਾਸਤੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਨਾਮ ਦਾ ਉਚਾਰਨ ਕਰਨਾ ਕਰੀਏ ਜੀ। ਸਹਿਤ ਪ੍ਰੇਮ ਦੇ ਉਚਾਰਣਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਗਰੀਬ ਨਿਵਾਜ ਪਰ ਉਪਕਾਰੀ ਧੀਰਜ ਧਾਰੀ ਅੰਮ੍ਰਿਤ ਉਪਦੇਸ਼ ਦੇ ਦਾਤੇ ਨਾਮ ਬਾਣੀ ਦੇ ਨਾਲ ਜੋੜ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਭੇਦਤਾ ਬਖਸ਼ਣੇ ਵਾਲੇ ਪਰਮ ਪਿਤਾ ਪਰਮੇਸ਼ਰ ਜੀ ਦੇ ਪੰਜਵੇਂ ਸਰਗੁਣ ਸਰੂਪ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਗੁਰਸਿੱਖਾਂ ਨੇ ਅਰਜ਼ ਗੁਜ਼ਾਰਨਾ ਕੀਤੀ ਏ, ਬੇਨਤੀ ਕੀਤੀ ਏ, ਹੇ ਸੱਚੇ ਪਾਤਸ਼ਾਹ ਜੋ ਆਪ ਜੀ ਦੇ ਪਿਆਰੇ ਨਾਮ ਦੇ ਰਸੀਏ ਨਾਮ ਜਪਦੇ ਨੇ, ਜਿਨ੍ਹਾਂ ਨੇ ਨਾਮ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਮਨ ਬਾਣੀ ਸਰੀਰ ਕਰਕੇ ਆਸਰਾ ਮੰਨਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਤੈਸੇ ਨਾਮ ਰਸੀਆਂ ਦੇ ਪਰਥਾਏ ਆਪ ਜੀ ਆਪਣੇ ਹਿਰਦੇ ਦੇ ਵਿੱਚ ਕੈਸਾ ਸਤਿਕਾਰ ਰੱਖਦੇ ਹੋ। ਗਰੀਬ ਨਿਵਾਜ ਸਤਿਗੁਰੂ ਜੀ ਸਿੱਖਾਂ ਦੇ ਇਸ ਸਵਾਲ ਦਾ ਸਰਬਤ ਦੇ ਭਲੇ ਦੇ ਹਿੱਤ ਅੰਮ੍ਰਿਤ ਬਚਨਾਂ ਦੇ ਰਾਹੀਂ ਜਵਾਬ ਬਖਸ਼ਿਸ਼ ਕਰਨਾ ਕਰਦੇ ਹਨ ਜੀ। ਹਾਂ ਤਾਕੈ ਬਲਹਾਰੀ ਸਾਹਿਬ ਜੀ ਫਰਮਾਵਣਾ ਕਰਦੇ ਨੇ, ਸਿੱਖੋ ਹਉ ਭਾਵ ਕੇ ਅਸੀਂ ਤਾਕੈ ਤਿਸ ਪ੍ਰਾਣੀ ਤੋਂ, ਤਿਸ ਜਨ ਤੋਂ, ਤਿਸ ਨਾਮ ਰਸੀਏ ਤੋਂ ਬਲਿਹਾਰੀ। ਐਸੇ ਨਾਮ ਰਸੀਏ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਆਪਣਾ ਆਪ ਘੋਲ ਕਮਾਉਂਦੇ ਹਾਂ, ਸਦਕੇ ਜਾਂਦੇ ਹਾਂ ਉਸ ਤੋਂ। ਜਾ ਕੈ ਕੇਵਲ ਨਾਮ ਆਧਾਰੀ ਜਾ ਕੈ ਜਿਸ ਨੇ ਆਪਣੇ ਮਨ ਦਾ ਆਧਾਰ ਕੇਵਲ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਬਣਾਇਆ ਹੈ, ਜਿਹੜਾ ਕਿਸੇ ਹੋਰ ਦਾ ਆਸਰਾ ਨਹੀਂ ਨਾ ਤੱਕਦਾ। ਆਧਾਰ ਤੋਂ ਭਾਵ ਹੈ ਆਸਰਾ। ਕੇਵਲ ਤਾਂ ਕੇਵਲ ਨਾਮ ਦੇ ਆਸਰੇ ਹੈ, ਜੋ ਨਾਮ ਤੇ ਸਾਰੀਆਂ ਆਸਾਂ ਰੱਖਦਾ ਹੈ, ਨਾਮੀ ਪਰਮੇਸ਼ਰ ਜੀ ਦੇ ਉੱਪਰ ਹੀ ਭਰੋਸਾ ਟਿਕਾ ਕਰਕੇ ਰੱਖਦਾ ਹੈ। ਜਾ ਕੈ ਜਿਨ੍ਹਾਂ ਦੇ ਹਿਰਦੇ ਦੇ ਤਾਈਂ ਕੇਵਲ ਸ਼ੁੱਧ ਭੂਮਾ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਹੀ ਆਸਰਾ ਹੈ ਨਾ, ਜਿਹੜੇ ਨਾਮ ਦੇ ਹੀ ਆਸਰੇ ਜਿਉਂਦੇ ਨੇ, ਨਾਮ ਹੀ ਜਿਨ੍ਹਾਂ ਦੀ ਜ਼ਿੰਦਗੀ ਹੈ, ਨਾਮ ਹੀ ਮਨ ਦਾ ਆਧਾਰ ਹੈ, ਨਾਮ ਹੀ ਤਨ ਦਾ ਆਧਾਰ ਹੈ। ਹਿਰਦੇ ਦੇ ਪਿਆਰ ਕਰਕੇ ਵੀ ਨਾਮ ਜਪਦੇ ਨੇ, ਰਸਨਾ ਦੇ ਨਾਲ ਵੀ ਨਾਮ ਹੀ ਉਚਾਰਦੇ ਨੇ। ਐਸੇ ਨਾਮ ਰਸੀਆਂ ਤੋਂ ਅਸੀਂ ਕੁਰਬਾਨ ਅਤੇ ਬਲਿਹਾਰ ਜਾਣਾ ਕਰਦੇ ਹਾਂ। ਸਾਧ ਸੰਗਤ ਜੀ, ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਹਰ ਚੀਜ਼ ਦਾ ਜੋੜਾ ਜ਼ਰੂਰ ਬਣਾਇਆ ਹੈ। ਕਹਿਣ ਤੋਂ ਭਾਵ ਆਪਾ ਵਿਰੋਧੀ ਤੱਤ ਨੂੰ ਪੈਦਾ ਕਰਕੇ ਦੋ ਚੀਜ਼ਾਂ ਘੱਟੋ ਘੱਟ ਜ਼ਰੂਰ ਉਤਪੰਨ ਕੀਤੀਆਂ ਨੇ। ਜਿਵੇਂ ਜੇ ਸੁੱਖ ਹੈ ਤੇ ਦੁੱਖ ਵੀ ਹੈ, ਸਰਦੀ ਹੈ ਤੇ ਗਰਮੀ ਹੈ, ਜੇ ਧੁੱਪ ਹੈ ਤੇ ਛਾਂ ਹੈ, ਅਮੀਰੀ ਹੈ ਤੇ ਗਰੀਬੀ ਵੀ ਹੈ। ਜੇ ਉੱਚੇ ਪਹਾੜ ਨੇ, ਉਚਾਈ ਹੈ ਤੇ ਨਿਵਾਣ ਵੀ ਬਹੁਤ ਹੈ, ਡੂੰਘੀਆਂ ਖਾਈਆਂ ਵੀ ਬਹੁਤ ਨੇ। ਜੇ ਸਮੁੰਦਰ ਸਾਗਰ ਨੇ ਤੇ ਸੁੱਕੇ ਖੁਸ਼ਕ ਬਰੇਤੀ ਵਾਲੇ ਥਾਨ ਮਾਰੂ ਥਲ ਵੀ ਨੇ। ਜੇ ਰਾਜੇ ਨੇ ਦੁਨੀਆ ਦੇ ਉੱਪਰ ਤੇ ਭਿਖਾਰੀ ਵੀ ਬਹੁਤ ਨੇ। ਗਰੀਬ ਨਿਵਾਜ ਸਾਹਿਬ ਜੀ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਨੇ। ਵਾਹਿਗੁਰੂ ਜੀ ਦੇ ਨਾਮ ਦੇ ਰਸੀਏ ਪਿਆਰੇ ਗੁਰਮੁਖ ਨੇ
ਤੇ ਦੁਨੀਆ ਦੇ ਅੰਦਰ ਮਨਮੁਖ ਵੀ ਨੇ। ਜੇ ਜ਼ਿੰਦਗੀ ਹੈ ਤੇ ਮੌਤ ਵੀ ਹੈ, ਜੇ ਨਰ ਹੈ ਤੇ ਮਾਦਾ ਵੀ ਹੈ, ਜੇ ਧਰਤ ਹੈ ਤੇ ਆਕਾਸ਼ ਵੀ ਹੈ। ਇਸੇ ਪ੍ਰਕਾਰ ਘੱਟ ਤੋਂ ਘੱਟ ਜੋੜਾ ਤਾਂ ਪ੍ਰਮਾਤਮਾ ਜੀ ਨੇ ਹਰ ਚੀਜ਼ ਦਾ ਬਣਾਇਆ ਹੀ ਹੈ। ਵੈਸੇ ਤਾਂ ਜੇ ਗਿਣਤੀ ਕਰ ਲਗੀਏ ਤੇ ਬਹੁਤ ਪਦਾਰਥ ਇੱਕ ਦੂਸਰੇ ਦੇ ਨਾਲ ਮਿਲਦੇ ਵੱਧ ਜਾਣਗੇ, ਪਰ ਘੱਟ ਤੋਂ ਘੱਟ ਦੀ ਵਿਚਾਰ ਕਰੀਏ ਤੇ ਜੋੜਾ ਜ਼ਰੂਰ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਨਾ ਕਰਦੇ ਨੇ, ਦੁਨੀਆ ਦੇ ਅੰਦਰ ਇੱਕ ਐਸੇ ਨੇ ਜਿਹੜੇ ਸੰਸਾਰ ਦੇ ਅੰਦਰ ਰਹਿ ਕਰਕੇ ਸੰਸਾਰ ਦੇ ਮਾਲਕ ਨਿਰੰਕਾਰ ਜੀ ਦੇ ਨਾਲ ਜੁੜਦੇ ਨੇ। ਇੱਕ ਐਸੇ ਨੇ ਸੰਸਾਰ ਦੇ ਅੰਦਰ ਰਹਿ ਕਰਕੇ ਸੰਸਾਰ ਦੇ ਅੰਦਰ ਹੀ ਖਚਤ ਹੋ ਜਾਂਦੇ ਨੇ। ਸੰਸਾਰ ਦਾ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤਿੰਨਾਂ ਨੂੰ ਚਿੱਤ ਦੇ ਵਿੱਚ ਚੇਤੇ ਵੀ ਨਹੀਂ ਆਉਂਦਾ ਹੈ, ਯਾਦ ਵੀ ਨਹੀਂ ਆਉਂਦਾ ਹੈ। ਤੇ ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਨਹੀਂ ਕਰਦੇ, ਚਿੰਤਨ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਹਜ਼ੂਰ ਪਾਤਸ਼ਾਹ ਜੀ ਨੇ ਤਿੰਨਾਂ ਨੂੰ ਮੂਰਖ ਕਹਿਣਾ ਕੀਤਾ ਹੈ। ਜਿਸ ਪ੍ਰਕਾਰ ਜੀਵ ਦੀਆਂ ਤਿੰਨ ਅਵਸਥਾ ਹੁੰਦੀਆਂ ਨੇ ਨਾ, ਜਾਗਤ, ਸੁਪਨ, ਸੁਖੋਪਤ। ਇੱਕ ਜਾਗਰਤ ਅਵਸਥਾ ਹੈ ਜਦੋਂ ਸਰੀਰ ਕਰਕੇ ਜਾਗਦਾ ਹੈ, ਤੁਰਦਾ ਹੈ, ਫਿਰਦਾ ਹੈ, ਖਾਂਦਾ ਹੈ, ਪੀਂਦਾ ਹੈ, ਹੱਸਦਾ ਹੈ, ਖੇਡਦਾ ਹੈ, ਕੰਮਾਂ ਕਾਰਾਂ ਨੂੰ ਕਰਦਾ ਹੈ, ਧੰਦੇ ਧੰਦਾਰਾਂ ਨੂੰ ਕਰਦਾ ਹੈ, ਲੌਕਿਕ ਵਿਵਹਾਰਾਂ ਨੂੰ ਕਰਦਾ ਹੈ। ਉਦੋਂ ਸਰੀਰ ਕਰਕੇ ਜਾਗ ਰਿਹਾ। ਬਾਤ ਸਰੀਰ ਦੀ ਕਰ ਰਹੇ ਆ, ਮਨ ਦੀ ਨਹੀਂ। ਸਰੀਰ ਕਰਕੇ ਜਾਗਦਾ ਹੈ ਤੇ ਉਦੋਂ ਦੁਨੀਆ ਦੇ ਅੰਦਰ ਵਿਚਰਦਾ ਹੈ, ਰਿਸ਼ਤੇਦਾਰ ਸਕੇ ਸੰਬੰਧੀਆਂ ਦੇ ਅੰਦਰ ਵਿਚਰਦਾ ਹੈ। ਇਸੇ ਪ੍ਰਕਾਰ ਦੂਸਰੀ ਅਵਸਥਾ ਹੈ ਸੁਪਨ ਅਵਸਥਾ। ਜਦੋਂ ਮੰਜੇ ਦੇ ਉੱਪਰ, ਆਸਣ ਦੇ ਉੱਪਰ ਬਿਰਾਜਿਆ ਪਰ ਗੂੜੀ ਨੀਂਦ ਵੀ ਨਹੀਂ ਆਈ ਹੋਈ ਤੇ ਜਾਗਦਾ ਵੀ ਨਹੀਂ, ਜਿਸ ਨੂੰ ਜਾਗੋ ਮੀਟਾ ਜਾ ਕਹਿ ਲਿਆ ਜਾਂਦਾ। ਵਿਚਕਾਰਲੀ ਅਵਸਥਾ ਨਾ ਸੁੱਤਾ ਤੇ ਨਾ ਜਾਗਦਾ। ਤੇ ਉਸ ਅਵਸਥਾ ਦੇ ਵਿੱਚ ਜਿਹੜਾ ਜੀਵ ਹੈ, ਜਿਹੜੇ ਦਿਨ ਵੇਲੇ ਕੰਮਕਾਰ ਕਰਦਾ ਜਾਂ ਸੋਚਦਾ ਨਾ, ਇਹਦੇ ਅਵਚੇਤਨ ਮਨ ਦੇ ਅੰਦਰ ਸਟੋਰ ਹੋ ਜਾਂਦੇ ਨੇ, ਜਮਾ ਹੋ ਜਾਂਦੇ ਨੇ। ਜੇ ਦਿਨ ਵੇਲੇ ਚਿਤਵਨੀ ਤੁਰਦਾ ਫਿਰਦਾ ਪੈਸੇ ਦੀ ਹੀ ਕਰੇਗਾ, ਅਵਚੇਤਨ ਮਨ ਦੇ ਅੰਦਰ ਉਹ ਸਾਰੀਆਂ ਗੱਲਾਂ ਜਮਾ ਹੋ ਜਾਂਦੀਆਂ ਨੇ। ਤੇ ਜਦੋਂ ਸੁੱਤਾ ਹੁੰਦਾ ਹੈ, ਉਹ ਜਿਹੜੀਆਂ ਜਮਾ ਹੋਈਆਂ ਗੱਲਾਂ ਨੇ ਉਹ ਰੂਪਮਾਨ ਹੋ ਕਰਕੇ, ਦ੍ਰਿਸ਼ਟਮਾਨ ਹੋ ਕਰਕੇ ਇਸ ਦੀਆਂ ਅੱਖਾਂ ਦੇ ਅੱਗੇ ਗੁਜ਼ਰਦੀਆਂ ਨੇ। ਇਸੇ ਦਾ ਹੀ ਨਾਮ ਸੁਪਨਾ ਹੈ। ਤੇ ਜਦੋਂ ਸੁੱਤਾ ਵੀ ਨਹੀਂ, ਜਾਗਦਾ ਵੀ ਨਹੀਂ, ਵਿਚਕਾਰਲੀ ਅਵਸਥਾ ਦੇ ਵਿੱਚ ਸੁਪਨਾ ਦੇਖਦਾ ਹੈ। ਤੇ ਕਈ ਵਾਰ ਮਨੁੱਖ ਆਪਣੇ ਸੱਜਣਾ ਮਿੱਤਰਾਂ ਨੂੰ ਸੁਪਨੇ ਵਿੱਚ ਦੇਖਦਾ ਹੈ, ਕਈ ਵਾਰ ਦੁਸ਼ਮਣਾਂ ਨੂੰ ਦੇਖਦਾ ਹੈ, ਦੁਸ਼ਮਣਾਂ ਦੇ ਅੱਗੇ ਅੱਗੇ ਦੌੜਦਾ ਹੈ। ਤੇ ਕਈ ਵਾਰ ਹਿਰਦੇ ਦੇ ਵਿੱਚ ਧਨ ਦਾ ਲਾਲਚ ਕਰਨ ਵਾਲਾ ਜਿਹੜਾ ਪੁਰਸ਼ ਹੈ ਨਾ, ਸੁਪਨੇ ਵਿੱਚ ਬਹੁਤ ਪਦਾਰਥਾਂ ਨੂੰ ਦੇਖਦਾ ਹੈ, ਬੜੀ ਮਾਇਆ ਨੂੰ ਦੇਖਦਾ ਹੈ। ਤੇ ਤੀਜੀ ਅਵਸਥਾ ਇਸੇ ਪ੍ਰਕਾਰ ਕਹੀ ਜਾਂਦੀ ਹੈ ਸੁਖੋਪਤ ਅਵਸਥਾ। ਐਸੀ ਸੁੱਖ ਦੀ ਨੀਂਦ ਸੌਂਦਾ ਹੈ ਕਿ ਉੱਠ ਕੇ ਕਹਿੰਦਾ ਰਾਤ ਕਦੋਂ ਲੰਘ ਗਈ, ਕਿੱਥੇ ਪਿਆ ਸੀ, ਮੈਨੂੰ ਆਪਣੇ ਆਪ ਦਾ ਕੁਝ ਪਤਾ ਹੀ ਨਹੀਂ, ਗਿਆਨ ਹੀ ਨਹੀਂ, ਚੇਤਾ ਹੀ ਭੁੱਲ ਗਿਆ ਸੀ। ਮੈਂ ਕੌਣ ਹਾਂ, ਕਿੱਥੇ ਪਿਆ ਹਾਂ, ਕਿਤਨਾ ਸਮਾਂ ਸੁੱਤਾ ਹੈ, ਕੁਛ ਚੇਤਾ ਨਹੀਂ। ਹੁਣ ਤਿੰਨਾਂ ਅਵਸਥਾ ਦੇ ਵਿੱਚੋਂ ਜਿਹੜੀ ਸੁਪਨ ਅਵਸਥਾ ਹੈ, ਜੇ ਕੋਈ ਇਨਸਾਨ ਜਾਗਣ ਵਾਲੀ ਅਵਸਥਾ ਨੂੰ ਛੱਡ ਕਰਕੇ ਜਿਹੜੇ ਪਦਾਰਥ ਸੁਪਨੇ ਦੇ ਵਿੱਚ ਦੇਖੇ ਨੇ ਉਹਨਾਂ ਦੇ ਵਿੱਚ ਹੀ ਚਿੱਤ ਲਾ ਕਰਕੇ ਬੈਠ ਜੇ, ਜੋ ਮੈਂ ਸੁਪਨਾ ਦੇਖਿਆ ਉਹੀ ਹੀ ਸੱਚ ਹੈ, ਤੇ ਜਿਹੜੇ ਪਦਾਰਥ ਸੁਪਨੇ ਦੇ ਵਿੱਚ ਦੇਖੇ ਨੇ ਮੈਨੂੰ ਉਹੀ ਹੀ ਚਾਹੀਦੇ ਨੇ। ਸਾਹਮਣੇ ਜੋ ਕੁਛ ਸੰਸਾਰ ਨਜ਼ਰ ਆ ਰਿਹਾ ਹੈ, ਵਿਵਹਾਰ ਨਜ਼ਰ ਆ ਰਿਹਾ ਹੈ, ਪਰਿਵਾਰ ਨਜ਼ਰ ਆ ਰਿਹਾ ਹੈ, ਸਭਨਾਂ ਵੱਲੋਂ ਪਿੱਠ ਮੋੜ ਲਵੇ, ਕੰਡ ਕਰ ਲਵੇ ਤੇ ਕਵੇ ਨਹੀਂ ਜੀ ਜੋ ਸੁਪਨੇ 'ਚ ਦੇਖਿਆ ਮੇਰੇ ਲਈ ਉਹੀ ਸੱਚ ਹੈ, ਮੈਨੂੰ ਉਹੀ ਚਾਹੀਦਾ ਹੈ। ਤੇ ਕੋਈ ਵੀ ਭਲਾ ਪੁਰਸ਼ ਉਸ ਨੂੰ ਸਮਝਦਾਰ ਨਹੀਂ ਆਖੇਗਾ, ਕਵੇਗਾ ਇਹ ਮੂਰਖ ਹੈ, ਕਿਉਂਕਿ ਇਸ ਨੇ ਆਪਣਾ ਚਿੱਤ ਸੱਚ ਦੇ ਨਾਲ ਨਹੀਂ ਲਗਾਇਆ, ਇਸ ਨੇ ਆਪਣਾ ਚਿੱਤ ਝੂਠ ਦੇ ਨਾਲ ਲਾ ਲਿਆ। ਸੁਪਨਾ ਤੇ ਝੂਠ ਹੈ, ਸੁਪਨਾ ਕੋਈ ਸੱਚ ਥੋੜਾ ਹੋਇਆ ਕਰਦਾ। ਹਜ਼ੂਰ ਫਰਮਾਵਣਾ ਕਰਦੇ ਨੇ ਇਸੇ ਪ੍ਰਕਾਰ ਇੱਕ ਗਿਆਨ ਜਾਗਰਤ ਅਵਸਥਾ ਹੈ, ਜਦੋਂ ਵਾਹਿਗੁਰੂ ਜੀ ਦੀ ਬੰਦਗੀ ਕਰਦਿਆਂ ਹੋਇਆ ਮਨ ਜਿਹੜਾ ਜਾਗਦਾ ਹੈ। ਇੱਕ ਮਨਮੁਖਤਾਈ ਦੀ ਘੋਰ ਅੰਧਕਾਰ ਦੀ ਅਵਸਥਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਉਦੋਂ ਮਨਮੁਖਤਾਈ ਦੀ, ਗਾਫਲਤਾਈ ਦੀ ਨੀਂਦ ਦੇ ਵਿੱਚ ਇਹ ਜਿਹੜਾ ਪ੍ਰਾਣੀ ਹੈ ਇਹ ਸੌ ਜਾਂਦਾ ਹੈ। ਇਸੇ ਪ੍ਰਕਾਰ ਇੱਕ ਸੰਸਾਰ ਸੁਪਨਾ ਹੈ। ਜਗ ਸੁਪਨੇ ਜਿਉ ਜਾਨ, ਜਿਹੜਾ ਜਗਤ ਹੈ ਹਜ਼ੂਰ ਫਰਮਾਉਂਦੇ ਨੇ ਇਹ ਸੁਪਨੇ ਦੀ ਨਿਆਈ ਹੈ। ਜਿਵੇਂ ਸੁਪਨਾ ਥੋੜੇ ਸਮੇਂ ਵਾਸਤੇ ਹੁੰਦਾ, ਸਦੀਵ ਕਾਲ ਉਹ ਸੁਪਨਾ ਚੱਲਦਾ ਨਹੀਂ ਰਹਿ ਸਕਦਾ, ਕਾਇਮ ਨਹੀਂ ਰਹਿ ਸਕਦਾ। ਇਸੇ ਪ੍ਰਕਾਰ ਜਗਤ ਦੇ ਅੰਦਰ ਥੋੜੇ ਸਮੇਂ ਵਾਸਤੇ ਆਇਆ, ਸਦੀਵ ਕਾਲ ਸਰੀਰ ਨੂੰ ਸਥਿਰਤਾ ਪ੍ਰਾਪਤ ਕਰਕੇ ਦੁਨੀਆ ਅੰਦਰ ਨਹੀਂ ਰਹਿ ਸਕਦੇ ਹਾਂ।
ਤੇ ਜਿਵੇਂ ਕੋਈ ਸੱਚ ਨੂੰ ਛੱਡ ਕਰਕੇ ਸੁਪਨੇ ਦੇ ਅੰਦਰ ਚਿੱਤ ਲਾਵੇ, ਹਜ਼ੂਰ ਫਰਮਾਉਂਦੇ ਨੇ ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਇਹ ਮੂਰਖ ਬੰਦਾ ਹੈ, ਮੂਰਖ ਇਨਸਾਨ ਹੈ, ਜਿਸ ਨੇ ਸੱਚ ਨੂੰ ਤਿਆਗ ਕਰਕੇ ਤੇ ਸੁਪਨੇ ਦੇ ਅੰਦਰ ਆਪਣੇ ਚਿੱਤ ਨੂੰ ਲਾਇਆ ਹੋਇਆ ਹੈ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਸੁਪਨਾ ਕੀ ਇਹ ਜਗ ਸੁਪਨੇ ਜਿਉ ਜਾਨ। ਇਹ ਜਿਹੜਾ ਜਗਤ ਹੈ, ਸੰਸਾਰ ਹੈ, ਸੁਪਨੇ ਦੀ ਨਿਆਈ ਹੈ। ਸੁਪਨੇ ਦੇ ਵਿੱਚ ਨਜ਼ਰ ਆਉਣ ਵਾਲੇ ਸਾਰੇ ਪਦਾਰਥ ਸਥਿਰ ਨਹੀਂ ਹੁੰਦੇ, ਸਦਾ ਰਹਿੰਦੇ ਨਹੀਂ, ਸੱਚ ਨਹੀਂ। ਇਸੇ ਪ੍ਰਕਾਰ ਸੰਸਾਰ ਰੂਪੀ ਸੁਪਨੇ ਦੇ ਅੰਦਰ ਨਜ਼ਰ ਆਉਣ ਵਾਲੇ ਸਰੀਰ, ਆਕਾਰ, ਸਕੇ, ਸੰਬੰਧੀ, ਪਦਾਰਥ ਜੋ ਕੁਝ ਵੀ ਦ੍ਰਿਸ਼ਟਮਾਨ ਹੈ, ਹਜ਼ੂਰ ਫਰਮਾਉਂਦੇ ਨੇ ਦ੍ਰਿਸ਼ਟਮਾਨ ਹੈ ਸਗਲ ਮਿਥੇਨਾ। ਇਹ ਸਾਰਾ ਹੀ ਮਿਥਿਆ ਹੈ, ਸਾਰਾ ਝੂਠਾ ਹੈ, ਇਹ ਸੁਪਨੇ ਦੀ ਨਿਆਈ ਹੈ, ਥੋੜਾ ਸਮਾਂ ਰਹਿਣ ਵਾਲਾ ਹੈ। ਕਿਤਨੇ ਸੰਬੰਧੀ, ਸਾਰਿਆਂ ਦੇ ਆਪੋ ਆਪਣੇ ਸੰਬੰਧੀ। ਕਿਤਨੇ ਸੰਬੰਧੀ ਦੇਖਦਿਆਂ ਦੇਖਦਿਆਂ ਤੁਰ ਗਏ, ਕਿੰਨੇ ਤੁਰ ਜਾਣਗੇ ਤੇ ਕਿੰਨਿਆਂ ਦੇ ਦੇਖਦਿਆਂ ਆਪ ਤੁਰ ਜਾਣਾ। ਜਿਵੇਂ ਸੁਪਨੇ ਦੇ ਪਦਾਰਥ ਸਥਿਰ ਨਹੀਂ, ਸੰਸਾਰ ਦੇ ਪਦਾਰਥ ਤੇ ਸੰਬੰਧੀ ਤੇ ਆਪਣਾ ਸਰੀਰ ਵੀ ਸਥਿਰ ਨਹੀਂ। ਤੇ ਜਿਹੜੇ ਮੂਰਖ ਬਿਰਤੀ ਵਾਲੇ ਇਨਸਾਨ ਨੇ ਸੰਸਾਰ ਦੇ ਮਾਲਕ ਨਿਰੰਕਾਰ ਜੀ ਨੂੰ, ਵਾਹਿਗੁਰੂ ਜੀ ਨੂੰ, ਪ੍ਰਮਾਤਮਾ ਜੀ ਨੂੰ ਤਿਆਗ ਕਰਕੇ ਤੇ ਸੰਸਾਰ ਰੂਪੀ ਸੁਪਨੇ ਦੇ ਅੰਦਰ ਆਪਣਾ ਚਿੱਤ ਲਾ ਲੈਂਦੇ ਨੇ, ਆਪਣਾ ਜੀਵਨ ਮਨੋਰਥ ਖੁਆਰ ਕਰਕੇ ਉਹ ਦੁਨੀਆ ਦੇ ਉੱਪਰੋਂ ਤੁਰ ਜਾਂਦੇ ਨੇ। ਜੋ ਜਗਤ ਦੇ ਵਿੱਚ ਆਉਣ ਦਾ ਮਨੋਰਥ ਹੈ, ਨਾਮ ਨੂੰ ਜਪ ਕਰਕੇ, ਵਾਹਿਗੁਰੂ ਜੀ ਦੀ ਬੰਦਗੀ ਕਰਕੇ, ਪ੍ਰੇਮਾ ਭਗਤੀ ਕਰਕੇ, ਸਿਮਰਨ ਭਜਨ ਕਰਕੇ ਸਰੀਰ ਨੂੰ ਸਫਲਿਆਂ ਕਰਨਾ, ਜਨਮ ਨੂੰ ਸਫਲਿਆਂ ਕਰਨਾ। ਇਸ ਸਫਲਤਾ ਦੇ ਮਾਰਗ ਤੋਂ ਉਹ ਮਨਮੁਖ ਅਗਿਆਨੀ ਖੁੰਝ ਜਾਂਦੇ ਨੇ, ਜਿਨ੍ਹਾਂ ਨੇ ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਸੱਚ ਤੋਂ ਮੂੰਹ ਹੀ ਮੋੜ ਲਿਆ। ਜਗਤ ਦੇ ਅੰਦਰ ਇਤਨਾ ਮੋਹ ਪਾ ਲਿਆ ਕਿ ਜਗਤ ਦੇ ਸਿਰਜਣਹਾਰ ਪਰਮੇਸ਼ਰ ਜੀ ਦੇ ਨਾਮ ਦਾ ਚਿੰਤਨ ਹੀ ਨਹੀਂ ਕੀਤਾ, ਉਸ ਦੀ ਯਾਦ ਹੀ ਨਹੀਂ ਆਉਂਦੀ, ਉਸ ਦਾ ਧਿਆਨ ਹੀ ਨਹੀਂ ਧਰਦਾ, ਕਦੇ ਖਿਆਲ ਹੀ ਨਹੀਂ ਕਰਦਾ ਕਿ ਵਾਹਿਗੁਰੂ ਜੀ ਦੀ ਬੰਦਗੀ ਕਰ ਲਈਏ, ਨਾਮ ਜਪ ਲਈਏ। ਇਸ ਪ੍ਰਕਾਰ ਸੁਪਨੇ ਦੇ ਅੰਦਰ ਹੀ ਚਿੱਤ ਲਾ ਲੈਂਦਾ ਹੈ। ਤੇ ਭਗਤ ਫਰੀਦ ਸਾਹਿਬ ਜੀ ਦੇ ਬਚਨ ਨੇ ਨਾ, ਆਪ ਜੀ ਫਰਮਾਵਣਾ ਕਰਦੇ ਨੇ, ਸਾਰੇ ਸੰਸਾਰ ਨੂੰ ਤੱਕਣਾ ਕੀਤਾ ਹੈ, ਸਾਰੇ ਸੰਸਾਰ ਨੂੰ ਆਪੋ ਆਪਣੀ ਚਿੰਤਾ ਪਈ ਏ। ਤੇ ਜਦੋਂ ਮੈਂ ਸੰਸਾਰ ਨੂੰ ਤੱਕਦਾ ਹਾਂ ਤੇ ਬਾਬਾ ਫਰੀਦ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਸਾਨੂੰ ਆਪਣੀ ਚਿੰਤਾ ਪੈ ਜਾਂਦੀ ਏ। ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ। ਲੋਇਣੀ ਤੋਂ ਭਾਵ ਹੈ ਨੇਤਰ, ਅੱਖਾਂ। ਇਹਨਾਂ ਅੱਖਾਂ ਦੇ ਨਾਲ, ਇਹਨਾਂ ਨੇਤਰਾਂ ਦੇ ਨਾਲ, ਇਹਨਾਂ ਚਕਸ਼ੂਆਂ ਦੇ ਨਾਲ, ਇਹਨਾਂ ਲੋਇਣਾ ਦੇ ਨਾਲ ਦੇਖਦਿਆਂ ਦੇਖਦਿਆਂ ਕਿਤਨੀ ਲੋਕਾਈ ਇਸ ਮਾਤ ਲੋਕ ਤੋਂ ਤੁਰ ਗਈ ਹੈ, ਪਰ ਲੋਕ ਨੂੰ ਚਲੀ ਗਈ ਹੈ। ਕਿੰਨੇ ਲੋਕ ਸੰਸਾਰ ਨੂੰ ਤਿਆਗ ਕੇ, ਸਰੀਰ ਨੂੰ ਤਿਆਗ ਕੇ ਪਰ ਲੋਕ ਚਲੇ ਗਏ। ਤੇ ਜਿਹੜੇ ਆਮ ਸੰਸਾਰੀ ਮਨੁੱਖ ਨੇ ਫਿਰ ਵੀ ਆਪਣੇ ਕੰਮਾਂ ਕਾਰਾਂ ਦੀ, ਧੰਦੇ ਧੰਦਾਰਾਂ ਦੀ ਬਿਰਤੀ ਇੱਥੇ ਹੀ ਲੱਗੀ ਰਹਿੰਦੀ ਏ ਤੇ ਆਪੋ ਆਪਣੇ ਕੰਮਾਂ ਦੀ ਸਭ ਕਿਸੇ ਨੂੰ ਕਾਹਲੀ ਪਈ ਹੈ, ਮੈਂ ਆਪਣੇ ਕੰਮ ਕਰ ਲਵਾਂ, ਮੈਂ ਧੰਦੇ ਧੰਦਾਰ ਕਰ ਲਵਾਂ। ਤੇ ਬਾਬਾ ਫਰੀਦ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਫਰੀਦਾ ਸਭ ਨੂੰ ਆਪੋ ਆਪਣੀ, ਹਰ ਕਿਸੇ ਨੂੰ ਆਪੋ ਆਪਣੇ ਕੰਮਾਂ ਕਾਰਾਂ ਦੀ ਪਈ ਆ, ਮੈਂ ਆਪਣੀ ਪਈ ਤੇ ਮੈਨੂੰ ਆਪਣੀ ਪਈ ਹੋਈ ਏ ਕਿ ਮੇਰਾ ਜੀਵਨ ਮਨੋਰਥ ਸਫਲਾ ਕਿਵੇਂ ਹੋ ਜਾਵੇ। ਮੈਂ ਆਪਣੇ ਅੱਲਾਹ ਤਾਲਾ ਦਾ, ਮੈਂ ਆਪਣੇ ਤਿਸ ਪਰਵਰਦਗਾਰ ਦਾ, ਤਿਸ ਰਹੀਮ ਦਾ, ਤਿਸ ਕਰੀਮ ਦਾ, ਤਿਸ ਪ੍ਰਮਾਤਮਾ ਜੀ ਦਾ ਦੀਦਾਰ ਕਿਵੇਂ ਪਾ ਲਵਾਂ। ਵਾਹਿਗੁਰੂ ਜੀ ਦੀ ਪ੍ਰਾਪਤੀ ਕਰਕੇ ਆਪਣਾ ਜਨਮ ਮਨੋਰਥ ਸਫਲਾ ਕਿਵੇਂ ਕਰ ਲਵਾਂ। ਲੋਕਾਂ ਨੂੰ ਤੇ ਆਪੋ ਆਪਣੇ ਕੰਮਾਂ ਕਾਰਾਂ ਦੀ ਪਈਏ ਤੇ ਮੈਨੂੰ ਮੇਰੇ ਕਾਰਜ ਜਨਮ ਨੂੰ ਸਫਲਾ ਕਰਨ ਦੀ ਚਿੰਤਾ ਲੱਗੀ ਏ ਕਿ ਮੇਰਾ ਜਨਮ ਸਫਲਾ ਕਿਵੇਂ ਹੋਵੇ। ਤੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਕੇਵਲ ਨਾਮ ਆਧਾਰੀ, ਨਾਮ ਦਾ ਆਸਰਾ ਹੈ, ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਹੈ, ਵਾਹਿਗੁਰੂ ਜੀ ਉਹਨਾਂ ਨੂੰ ਕੋਈ ਚਿੰਤਾ ਵਿੱਚ ਥੋੜਾ ਨਾ ਰਹਿਣ ਦਿੰਦੇ ਨੇ। ਜਦੋਂ ਬਾਬਾ ਫਰੀਦ ਸਾਹਿਬ ਜੀ ਨੇ ਆਪਣੇ ਹਿਰਦੇ ਦਾ ਚਿੰਤਨ ਪ੍ਰਗਟ ਕਰਨਾ ਕੀਤਾ ਕਿ ਇਹ ਚਿਤਵਨੀ ਚੱਲਦੀ ਏ, ਤੇ ਫਿਰ ਆਕਾਸ਼ਬਾਣੀ ਹੋਈ ਏ। ਆਕਾਸ਼ ਦੇ ਵਿੱਚੋਂ ਪ੍ਰਮਾਤਮਾ ਜੀ ਨੇ ਤੇ ਅੱਲਾਹ ਤਾਲਾ ਜੀ ਨੇ ਆਵਾਜ਼ ਦੇਣਾ ਕੀਤੀ ਏ, ਫਰੀਦ ਜੇ ਮੈਨੂੰ ਮਿਲਣਾ ਚਾਹੁੰਦਾ ਨਾ, ਆਪਣੇ ਆਪ ਨੂੰ ਸਵਾਰ ਲੈਣਾ ਕਰ, ਆਪਣੇ ਚਤੁਸ਼ਟੇ, ਆਪਣੇ ਅੰਤःਕਰਨ ਨੂੰ ਸ਼ੁੱਧ ਕਰ ਲੈਣਾ ਕਰ। ਸਾਧ ਸੰਗਤ ਜੀ, ਮੈਲਾ ਸਥਾਨ ਹੋਵੇ, ਗੰਦਾ ਸਥਾਨ ਹੋਵੇ, ਤੇ ਗੰਦੇ ਸਥਾਨ ਤੇ, ਮੈਲੇ ਸਥਾਨ ਤੇ ਸਮਝਦਾਰ ਮਨੁੱਖ ਕਦੇ ਵੀ ਨਹੀਂ ਬੈਠਦਾ। ਸਾਫ਼ ਸੁਥਰੀ ਜਗ੍ਹਾ ਤੇ ਬੈਠੇਗਾ, ਜਿੱਥੇ ਸਫਾਈ ਹੋਵੇਗੀ ਉੱਥੇ ਬੈਠੇਗਾ। ਸਿਆਣਿਆਂ ਦਾ ਕਥਨ ਹੈ, ਜਿੱਥੇ ਸਫਾਈ ਹੈ ਉੱਥੇ ਖੁਦਾਈ ਹੈ, ਜਿੱਥੇ ਸਫਾਈ ਨਹੀਂ ਉੱਥੇ ਖੁਦਾਈ ਨਹੀਂ।
ਗੁਰੂ ਘਰ ਦੇ ਵਿੱਚ ਸਾਫ਼ ਸਫਾਈ ਦਾ ਬੜਾ ਖਿਆਲ ਰੱਖਿਆ ਜਾਂਦਾ ਨਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਸਾਹਿਬ ਜੀ ਨੇ ਸਾਫ਼ ਸਫਾਈ ਨੂੰ ਮਰਿਆਦਾ ਬਣਾ ਦਿੱਤਾ ਹੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਤੇ ਤਨ ਦੀ ਸਫਾਈ ਹੈ ਨਾ, ਤੇ ਜੇ ਬਾਣੀ ਪੜ੍ਹਨੀ ਤੇ ਮਨ ਦੀ ਸਫਾਈ ਹੈ। ਤਨ ਦੀ ਸਫਾਈ ਨੂੰ, ਮਨ ਦੀ ਸਫਾਈ ਨੂੰ ਜਿਸ ਗੁਰੂ ਘਰ ਦੇ ਵਿੱਚ ਅਥਵਾ ਪ੍ਰਤੱਖ ਘਰ ਵਿੱਚ ਰਹਿੰਦੇ ਆ ਉਸ ਨੂੰ ਸਾਫ਼ ਸੁਥਰਾ ਰੱਖਣਾ, ਇਸ ਪ੍ਰਕਾਰ ਸੁਚਮਤਾ ਵਾਲਾ, ਪ੍ਰੇਮਾ ਭਗਤੀ ਵਾਲਾ ਜੀਵਨ ਜਿਉਣਾ, ਇਹ ਸਤਿਗੁਰੂ ਜੀ ਨੇ ਮਰਿਆਦਾ ਬਣਾ ਦਿੱਤੀ ਹੈ। ਤੇ ਜੇ ਮੈਲੇ ਸਥਾਨ ਤੇ, ਮੈਲੀ ਚਾਦਰ ਤੇ, ਮੈਲੀ ਜਗ੍ਹਾ ਤੇ ਸਮਝਦਾਰ ਇਨਸਾਨ ਨਹੀਂ ਬੈਠਦਾ ਤੇ ਫਿਰ ਮੈਲੇ ਹਿਰਦੇ ਦੇ ਵਿੱਚ ਪਰਮ ਪਿਤਾ ਪਰਮਾਤਮਾ ਜੀ ਆ ਕਰਕੇ ਕਿਵੇਂ ਬੈਠ ਜਾਣਗੇ। ਮੈਲੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦਾ ਸਰਗੁਣ ਰੂਪ ਦੇ ਵਿੱਚ ਕਹਿ ਲਈਏ ਜਾਂ ਸਾਖਿਆਰਤਾ ਕਹਿ ਲਈਏ, ਵਾਹਿਗੁਰੂ ਜੀ ਦੀ ਸਾਖਿਆਤਕਾਰਤਾ ਨਹੀਂ ਹੁੰਦੀ ਹੈ, ਪ੍ਰਾਪਤੀ ਨਹੀਂ ਹੁੰਦੀ ਹੈ। ਵਾਹਿਗੁਰੂ ਜੀ ਸ਼ੁੱਧ ਹਿਰਦੇ ਦੇ ਅੰਦਰ ਆ ਕਰਕੇ ਪ੍ਰਗਟ ਰੂਪ ਦੇ ਅੰਦਰ ਨਿਵਾਸ ਕਰਦੇ ਨੇ ਤੇ ਜੀਵ ਨੂੰ ਸਰੂਪ ਰੂਪ ਦੀ ਭੇਦਤਾ ਬਖਸ਼ੇਦੇ ਨੇ। ਮੈਲੇ ਦੇ ਹਿਰਦੇ ਦੇ ਅੰਦਰ ਪਰਮਾਤਮਾ ਜੀ ਸਾਖਿਆਤਕਾਰ ਨਹੀਂ ਹੋਇਆ ਕਰਦੇ। ਤੇ ਆਕਾਸ਼ ਬਾਣੀ ਹੋਈ ਏ ਫਰੀਦ, ਜਿਨ੍ਹਾਂ ਦੇ ਹਿਰਦੇ ਸਾਫ਼ ਨੇ, ਜਿਨ੍ਹਾਂ ਦੇ ਦਿਲ ਸਾਫ਼ ਨੇ, ਉਹਨਾਂ ਨੂੰ ਮੈਂ ਮਿਲਦਾ। ਜਾ ਕੀ ਦਿਲ ਸਾਬਤ ਨਹੀਂ ਤਾ ਕਉ ਕਹਾ ਖੁਦਾਏ। ਜਿਨ੍ਹਾਂ ਦਾ ਦਿਲ ਹੀ ਸਾਬਤ ਨਹੀਂ, ਦਿਲ ਹੀ ਦੋ ਫਾੜ ਹੋਇਆ ਪਿਆ, ਇੱਕ ਬਿਰਤੀ ਦੁਨੀਆ ਵੱਲ ਜਾਂਦੀ ਏ, ਦੂਜੀ ਵਿਵਹਾਰਾਂ ਵੱਲ ਜਾਂਦੀ ਏ, ਕੋਈ ਵਿਕਾਰਾਂ ਵੱਲ ਜਾਂਦੀ ਏ। ਜੇ ਇੱਕ ਹੋਏ ਤਾਂ ਉਗਵੈ ਅਬ ਕਿਉ ਉਗਵੈ ਦਾਲ। ਜੇ ਬੀਜ ਇੱਕ ਹੋਵੇ, ਬੀਜਿਆ ਜਾਵੇ ਤੇ ਉੱਗਦਾ ਹੈ, ਚਾਹੇ ਉਹ ਚਨਿਆਂ ਦਾ ਦਾਣਾ ਹੈ, ਮਾਹਾਂ ਦਾ ਦਾਣਾ ਹੈ, ਮੋਠਾਂ ਦਾ ਦਾਣਾ ਹੈ, ਕਣਕ ਦਾ ਦਾਣਾ ਹੈ, ਮੱਕੀ ਦਾ ਦਾਣਾ ਹੈ, ਬਾਜਰੇ ਦਾ ਦਾਣਾ ਹੈ। ਕੋਈ ਵੀ ਦਾਣਾ ਜੇ ਇੱਕ ਹੈ, ਸਾਬਤ ਹੈ ਤੇ ਬੀਜੀਏ ਤੇ ਉੱਗ ਪਵੇਗਾ। ਤੇ ਜੇ ਉਸ ਨੂੰ ਦਲ ਦਿੱਤਾ, ਦਾਲ ਦਲੀ ਗਈ ਏ, ਕਣਕ ਦਾ ਦਲੀਆ ਬਣਾ ਦਿੱਤਾ ਤੇ ਫਿਰ ਬੀਜੀਏ, ਫਿਰ ਥੋੜਾ ਨਾ ਉੱਗਦਾ। ਜੇ ਦਿਲ ਸਾਬਤ ਹੈ ਤੇ ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਜਨਮ ਲੈਂਦੀ ਏ। ਬ੍ਰਹਮ ਗਿਆਨ ਰੂਪੀ ਜਿਹੜਾ ਵੱਡਾ ਭਾਰੀ ਬੂਟਾ ਹੈ ਉਹ ਫਲਦਾ ਹੈ, ਫੁੱਲਦਾ ਹੈ, ਮੌਲਦਾ ਹੈ। ਪਰ ਜੇ ਦਿਲ ਹੀ ਅਜੇ ਵਿਵਹਾਰਾਂ ਵੱਲ ਲੱਗਿਆ ਹੈ, ਵਿਕਾਰਾਂ ਵੱਲ ਲੱਗਿਆ ਹੈ, ਨਿਰੰਕਾਰ ਜੀ ਵੱਲ ਨਹੀਂ ਲੱਗਿਆ ਤੇ ਫਿਰ ਪਰਮਾਤਮਾ ਜੀ ਦੀ ਪ੍ਰਾਪਤੀ ਨਹੀਂ। ਜਿਸ ਦਾ ਹਿਰਦਾ ਹੀ ਅਜੇ ਮੈਲਾ, ਉੱਥੇ ਪਰਮਾਤਮਾ ਜੀ ਦੀ ਸਾਖਿਆਤਕਾਰਤਾ ਨਹੀਂ। ਫਰੀਦ ਜੇ ਮੈਨੂੰ ਮਿਲਣਾ ਚਾਹੁੰਦਾ ਹੈ ਤੇ ਆਪਣੇ ਹਿਰਦੇ ਨੂੰ ਸਵੱਛ ਬਣਾ। ਆਪ ਸਵਾਰ ਰਹੇ ਮੈਂ ਮਿਲ ਹੈ। ਜਿਹੜੇ ਆਪਣੇ ਅੰਤਸ਼ਕਰਨ ਨੂੰ, ਮਨ ਚਿੱਤ ਬੁੱਧ ਹੰਕਾਰ ਨੂੰ ਸਾਫ਼ ਕਰ ਲੈਂਦੇ ਨੇ, ਸਵਾਰ ਲੈਂਦੇ ਨੇ, ਅੰਤਸ਼ਕਰਨ ਹਿਰਦੇ ਨੂੰ ਸਵਾਰ ਲੈਂਦੇ ਨੇ, ਪਰਮ ਪਿਤਾ ਵਾਹਿਗੁਰੂ ਜੀ ਫਰਮਾਉਂਦੇ ਨੇ ਅਸੀਂ ਉਹਨਾਂ ਨੂੰ ਮਿਲਦੇ ਹਾਂ। ਮੈਂ ਮਿਲਿਆ ਸੁਖ ਹੋਏ। ਤੇ ਜਿਹੜੇ ਮੈਨੂੰ ਮਿਲ ਲੈਂਦੇ ਨੇ, ਮੇਰਾ ਮਿਲਾਪ ਪ੍ਰਾਪਤ ਕਰ ਲੈਂਦੇ ਨੇ, ਜਿਨ੍ਹਾਂ ਦੇ ਹਿਰਦੇ ਅੰਦਰ ਮੈਂ ਪ੍ਰਗਟ ਹੋ ਜਾਣਾ ਹਾਂ, ਉਹਨਾਂ ਨੂੰ ਆਤਮ ਸੁਖ ਮਿਲਦਾ ਹੈ। ਦੁਨੀਆ ਦੇ ਸੁਖ ਮਿਲਦੇ ਨੇ, ਪਰ ਲੋਕ ਦੇ ਸੁਖ ਮਿਲਦੇ ਨੇ। ਤੇ ਬਚਨ ਕਰਨਾ ਕੀਤਾ ਫਰੀਦਾ, ਜੇ ਸਾਨੂੰ ਪ੍ਰਾਪਤ ਕਰਨਾ ਤੇ ਫਿਰ ਸਾਡਾ ਹੋ ਕੇ ਰਹਿਣਾ ਪੈਣਾ ਹੈ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਦੁਨੀਆ ਦੇ ਲੋਕ ਸੰਸਾਰ ਦੇ ਪਿੱਛੇ ਭੱਜਦੇ ਨੇ ਕਿ ਸੰਸਾਰ ਸਾਡਾ ਹੋ ਜਾਵੇ, ਰਿਸ਼ਤੇਦਾਰ ਸਾਡੇ ਬਣ ਜਾਣ, ਮਿੱਤਰ ਸਕੇ ਸੰਬੰਧੀ ਸਾਡੇ ਬਣ ਜਾਣ। ਪਰ ਸਾਧ ਸੰਗਤ ਜੀ ਖਿਮਾ ਕਰਨਾ, ਰਿਸ਼ਤੇਦਾਰ ਸਕੇ ਸੰਬੰਧੀ ਉਦੋਂ ਤੱਕ ਸਾਡੇ ਆ ਜਦੋਂ ਤੱਕ ਉਹਨਾਂ ਦਾ ਹੁਕਮ ਮੰਨਦੇ ਆ। ਉਹਨਾਂ ਦੀਆਂ 100 ਗੱਲਾਂ ਮੰਨ ਲਓ, ਸ਼ਾਬਾਸ਼ ਦੇਣਗੇ, ਸਾਡਾ ਬੜਾ ਆਗਿਆਕਾਰੀ ਪੁੱਤਰ ਹੈ, ਬੜਾ ਆਗਿਆਕਾਰੀ ਸੰਬੰਧੀ ਹੈ। ਪਰ 100 ਹੁਕਮ ਮੰਨਣ ਤੋਂ ਬਾਅਦ ਇੱਕ ਗੱਲ ਮੋੜਦੇ ਹੋਵੇ ਤੇ ਉਸੇ ਦਿਨ ਨਿਕੰਮੇ ਹੋ ਜਾਵਾਂਗੇ। ਬੜਾ ਨਿਕੰਮਾ ਆਖੇ ਨਹੀਂ ਲੱਗਦਾ, ਹੰਕਾਰੀ ਹੋ ਗਿਆ ਹੈ, ਆਕੜ ਬੜੀ ਹੈ, ਪਤਾ ਨਹੀਂ ਕੀ ਸਮਝਦਾ ਆਪਣੇ ਆਪ ਨੂੰ। 100 ਉਹਨਾਂ ਦੀ ਆਗਿਆ ਦਾ ਪਾਲਣ ਕੀਤਾ ਹੋਇਆ ਉਸ ਵੇਲੇ 0 ਹੋ ਜਾਂਦਾ ਹੈ, ਉਸ ਵੇਲੇ 0 ਹੋ ਜਾਂਦਾ ਹੈ, ਮੁਨਫੀ ਹੋ ਜਾਂਦਾ ਹੈ। ਜਿਸ ਵੇਲੇ ਇੱਕ ਵੀ ਉਹਨਾਂ ਦਾ ਬਚਨ ਮੋੜ ਦਿੱਤਾ, ਇੱਕ ਵਾਰ ਆਖੇ ਨਾ ਲੱਗੇ। ਜਿਹੜੇ ਸੰਸਾਰ ਦਾ ਹੋਣ ਦਾ ਯਤਨ ਕਰਦੇ ਨੇ, ਨਾ ਉਹ ਸੰਸਾਰ ਦਾ ਹੋ ਪਾਉਂਦੇ ਨੇ, ਨਾ ਉਹ ਨਿਰੰਕਾਰ ਦਾ ਹੋ ਪਾਉਂਦੇ ਨੇ। ਸੰਸਾਰ ਵੱਲੋਂ ਵੀ ਰਹਿ ਗਏ ਤੇ ਨਿਰੰਕਾਰ ਵੱਲੋਂ ਵੀ ਰਹਿ ਗਏ। ਤੇ ਪ੍ਰਮਾਤਮਾ ਜੀ ਨੇ ਭੇਦ ਸਮਝਾਵਣਾ ਕੀਤਾ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਜੇ ਤੂੰ ਮੇਰਾ ਹੋ ਕਰਕੇ ਰਹਿਣਾ ਕਰੇਗਾ ਤੇ ਯਾਦ ਰੱਖੀ ਸਭ ਜਗ ਤੇਰਾ ਹੋਏ। ਫਿਰ ਸਾਰਾ ਸੰਸਾਰ ਤੇਰਾ ਆਪਣਾ ਹੋ ਜਾਵੇਗਾ, ਤੇਰਾ ਸੇਵਾਦਾਰ ਹੋ ਜਾਵੇਗਾ, ਤੇਰਾ ਸ਼ਰਧਾਲੂ ਹੋ ਜਾਵੇਗਾ, ਤੈਨੂੰ ਪੂਜਣ ਵਾਲਾ ਹੋ ਜਾਵੇਗਾ, ਤੈਨੂੰ ਸਤਿਕਾਰ ਕਰਨ ਵਾਲਾ ਸਾਰਾ ਜਗਤ ਹੀ ਤੇਰਾ ਆਪਣਾ ਹੋ ਜਾਵੇਗਾ। ਇਸੇ ਪ੍ਰਕਾਰ ਇਹ ਆਤਮਿਕ ਅਵਸਥਾ ਐਸੀ ਹੈ ਜਦੋਂ ਨਿਰੰਕਾਰ ਜੀ ਦੀ ਹਿਰਦੇ ਦੇ ਅੰਦਰ ਸਾਖਿਆਤਕਾਰਤਾ ਹੁੰਦੀ ਹੈ, ਹਿਰਦੇ ਅੰਦਰ ਜੋਤ ਪ੍ਰਗਟ ਹੁੰਦੀ ਹੈ ਨਾ, ਫਿਰ ਉਹੀ ਉਹ ਜੋਤ ਸਾਰਿਆਂ ਦੇ ਅੰਦਰ ਨਜ਼ਰ ਆਉਣ ਲੱਗਦੀ ਏ। ਹਜ਼ਾਰਾਂ ਘੜੇ ਪਾਣੀ ਦੇ ਭਰ ਕੇ ਰੱਖੇ ਹੋਣ ਤੇ ਜਦੋਂ ਸੂਰਜ ਚੜ੍ਹਦਾ ਤੇ ਸਾਰਿਆਂ ਘੜਿਆਂ ਦੇ ਅੰਦਰ ਉਸ ਸੂਰਜ ਦਾ ਅਕਸ ਨਜ਼ਰ ਆਉਂਦਾ, ਪਰਛਾਵਾਂ ਨਜ਼ਰ ਆਉਂਦਾ ਹੈ।
ਜੇ ਚੰਦ ਚੜਿਆ ਹੋਵੇ ਤੇ ਹਜ਼ਾਰਾਂ ਘੜਿਆਂ ਦੇ ਅੰਦਰ ਚੰਦ ਦਾ ਪਰਛਾਵਾਂ ਅਕਸ ਨਜ਼ਰ ਆਉਂਦਾ ਹੈ। ਇਸੇ ਪ੍ਰਕਾਰ ਜਦੋਂ ਆਪਣੇ ਹਿਰਦੇ ਚਿਦਾਕਾਸ਼ ਦੇ ਅੰਦਰ ਪ੍ਰਮਾਤਮਾ ਜੀ ਦੀ ਜੋਤ ਰੂਪੀ ਸੂਰਜ ਅਥਵਾ ਚੰਦ ਪ੍ਰਗਟ ਹੁੰਦਾ ਨਾ, ਤੇ ਜਿਤਨੇ ਵੀ ਸਰੀਰਾਂ ਰੂਪੀ ਆਕਾਰਾਂ ਰੂਪੀ ਘੜੇ ਨੇ ਸਭਨਾਂ ਵਿੱਚ ਉਹਨਾਂ ਦਾ ਆਭਾਸ ਪ੍ਰਗਟ ਹੁੰਦਾ ਹੈ। ਸਭਨਾਂ ਦੇ ਅੰਦਰ ਤਿੰਨਾਂ ਦਾ ਪ੍ਰਤੀਬਿੰਬ ਤਿਸ ਦਾ ਅਕਸ ਨਜ਼ਰ ਆਉਂਦਾ ਹੈ। ਜਿਵੇਂ ਚੰਦ ਦਾ, ਸੂਰਜ ਦਾ ਪ੍ਰਕਾਸ਼, ਉਸ ਦਾ ਅਕਸ, ਉਸ ਦਾ ਪਰਛਾਵਾਂ ਘੜਿਆਂ ਵਿੱਚ ਦਿਸਦਾ ਹੈ, ਆਪਣੇ ਹਿਰਦੇ ਦੇ ਅੰਦਰ ਪ੍ਰਗਟ ਪ੍ਰਮਾਤਮਾ ਜੀ ਦਾ ਅਕਸ ਸਾਰਿਆਂ ਹਿਰਦਿਆਂ ਦੇ ਅੰਦਰ ਦਿਸਦਾ ਹੈ, ਨਜ਼ਰ ਆਉਂਦਾ। ਜਿਹੜੀ ਜੋਤ ਮੇਰੇ ਹਿਰਦੇ ਦੇ ਅੰਦਰ ਹੈ ਉਹ ਸਾਰਿਆਂ ਦੇ ਹਿਰਦੇ ਦੇ ਅੰਦਰ ਹੈ। ਇਸ ਕਰਕੇ ਸਾਰੇ ਉਸ ਜੋਤ ਦਾ ਰੂਪ ਭਾਵ ਆਪਣਾ ਹੀ ਰੂਪ ਨਜ਼ਰ ਆਉਂਦੇ ਨੇ। ਜੋ ਮੇਰਾ ਵਾਸਤਵ ਰੂਪ ਹੈ ਉਹ ਵਾਸਤਵ ਰੂਪ ਹੀ ਸਾਰਿਆਂ ਦੇ ਅੰਦਰ ਹੈ। ਸਭ ਜਗ ਤੇਰਾ ਹੋਏ, ਫਿਰ ਸਾਰਾ ਜਗਤ ਤੈਨੂੰ ਤੇਰਾ ਹੀ ਸਰੂਪ ਨਜ਼ਰ ਆਵੇਗਾ। ਜਿਹੜੀ ਜੋਤ ਤੇਰੇ ਹਿਰਦੇ ਦੇ ਅੰਦਰ ਹੈ ਉਸੇ ਜੋਤ ਦਾ ਆਭਾਸ, ਪਰਛਾਵਾਂ, ਅਕਸ, ਪ੍ਰਤੀਬਿੰਬ ਸਾਰਿਆਂ ਦੇ ਹਿਰਦੇ ਦੇ ਅੰਦਰ ਹੈ। ਪਰ ਇਤਨਾ ਗਿਆਨ, ਇਤਨੀ ਸਮਝ, ਇਤਨੀ ਸੋਝੀ ਹੁੰਦਿਆਂ ਹੋਇਆਂ ਵੀ ਬਾਬਾ ਕਬੀਰ ਸਾਹਿਬ ਜੀ ਫਰਮਾਨ ਕਰਨਾ ਕਰਦੇ ਨਾ, ਸੰਸਾਰ ਕੈਸਾ ਹੈ ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਜਿਨ੍ਹਾਂ ਨੇ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਸੰਸਾਰ ਦੇ ਮਾਲਕ ਨੂੰ ਭੁਲਾ ਕਰਕੇ ਸੰਸਾਰ ਰੂਪੀ ਸੁਪਨੇ ਦੇ ਅੰਦਰ ਚਿੱਤ ਲਾ ਲਿਆ ਨਾ, ਦੁਨੀਆਦਾਰੀ ਦੇ ਵਿੱਚ ਲੱਗ ਕਰਕੇ, ਦੁਨੀਆ ਨੂੰ ਖੁਸ਼ ਕਰਨ ਦੇ ਵਿੱਚ ਲੱਗ ਕਰਕੇ ਦੀਨ ਨੂੰ ਗਵਾ ਲਿਆ, ਧਰਮ ਨੂੰ ਗਵਾ ਲਿਆ। ਕਿਹੜਾ ਧਰਮ ਸੀ? ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਜਿਹੜਾ ਸਾਰਿਆਂ ਧਰਮਾਂ ਚੋਂ ਸ੍ਰੇਸ਼ਟ ਧਰਮ ਹੈ, ਪਰਮਾਤਮਾ ਜੀ ਦੀ ਬੰਦਗੀ ਕਰਨੀ, ਸਿਮਰਨ ਭਜਨ ਕਰਨਾ ਤੇ ਨਿਰਮਲ ਕਰਮ ਕਰਨੇ, ਅਥਵਾ ਹਰਿ ਕੋ ਨਾਮ ਜਪ ਨਿਰਮਲ ਕਰਮ। ਭਾਈ ਜਿਹੜਾ ਹਰੀ ਪਰਮਾਤਮਾ ਜੀ ਦਾ ਨਾਮ ਜਪਣਾ ਨਾ, ਇਹੋ ਹੀ ਸਾਰਿਆਂ ਦੇ ਨਾਲੋਂ ਨਿਰਮਲ ਕਰਮ ਹੈ। ਤੇ ਮਨਮੁਖ ਬੰਦੇ ਨੇ, ਅਗਿਆਨੀ ਬੰਦੇ ਨੇ ਨਿਰਮਲ ਕਰਮ ਛੱਡ ਕੇ, ਹਰੀ ਪਰਮਾਤਮਾ ਜੀ ਦਾ ਨਾਮ ਜਪਣ ਰੂਪੀ ਧਰਮ ਛੱਡ ਕੇ ਸੰਸਾਰ ਰੂਪੀ ਸੁਪਨੇ ਦੇ ਨਾਲ ਚਿੱਤ ਲਾ ਲਿਆ। ਇਸ ਪ੍ਰਕਾਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਜਿਸ ਦੁਨੀਆ ਦੇ ਮੋਹ ਵਿੱਚ ਪੈ ਕਰਕੇ ਨਾਮ ਜਪਣ ਰੂਪੀ ਧਰਮ ਇਸ ਨੇ ਹਾਰ ਦਿੱਤਾ ਨਾ, ਜਦੋਂ ਅੰਤਮ ਸਮੇਂ ਸੰਸਾਰ ਤੋਂ, ਮਾਤ ਲੋਕ ਤੋਂ ਪਰਲੋਕ ਨੂੰ ਜਾਂਦਾ ਤੇ ਦੁਨੀਆ ਦਾ ਕੋਈ ਪਦਾਰਥ ਤੇ ਸੰਬੰਧੀ ਇਸ ਦੇ ਨਾਲ ਨਹੀਂ ਜਾਂਦਾ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਤੇ ਬਾਬਾ ਕਬੀਰ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਇਸ ਗਾਫਲ ਬੰਦੇ ਨੇ, ਇਸ ਮਨ ਚਲੇ ਬੰਦੇ ਨੇ, ਕਮਦਿਲੇ ਬੰਦੇ ਨੇ, ਝੱਲੇ ਬੰਦੇ ਨੇ, ਮੂਰਖ ਬੰਦੇ ਨੇ, ਪਾਗਲ ਬੰਦੇ ਨੇ, ਇਸ ਬਾਵਰੇ ਬੰਦੇ ਨੇ ਮਨਮੁਖਤਾ ਦਾ ਕੁਹਾੜਾ ਆਪਣੇ ਪੈਰਾਂ ਤੇ ਆਪ ਮਾਰ ਲੈਣਾ ਕੀਤਾ ਹੈ, ਆਪਣੇ ਹਿਰਦੇ ਤੇ ਆਪ ਮਾਰ ਲੈਣਾ ਕੀਤਾ ਹੈ। ਇਸ ਪ੍ਰਕਾਰ ਵਾਹਿਗੁਰੂ ਜੀ ਦੀ ਬੰਦਗੀ ਵੱਲੋਂ ਟੁੱਟ ਕਰਕੇ ਸੰਸਾਰ ਦਾ ਹੋਣ ਦਾ ਯਤਨ ਕਰਦਾ, ਜਿਸ ਨੇ ਕਦੇ ਨਾਲ ਨਿਭਣਾ ਹੀ ਨਹੀਂ। ਅੱਜ ਤੱਕ ਕਿਸੇ ਦੇ ਨਾਲ ਗਿਆ ਸੰਸਾਰ, ਜਿਹੜਾ ਸਾਡੇ ਨਾਲ ਚਲਿਆ ਜਾਵੇਗਾ। ਜਿਹੜਾ ਕਿਸੇ ਦਾ ਵੀ ਨਹੀਂ ਹੋਇਆ ਉਸਨੇ ਸਾਡਾ ਵੀ ਨਹੀਂ ਹੋਣਾ। ਇਹ ਪੱਖ ਹੈ ਉਹਨਾਂ ਲੋਕਾਂ ਦਾ ਜਿਹੜੇ ਸੰਸਾਰ ਦੇ ਮਾਲਕ ਵਾਹਿਗੁਰੂ ਜੀ ਦੇ ਨਾਮ ਸਿਮਰਨ ਬੰਦਗੀ ਦਾ ਤਿਆਗ ਕਰਕੇ ਸੰਸਾਰ ਦੇ ਵਿੱਚ ਚਿੱਤ ਲਾਉਂਦੇ ਨੇ। ਤੇ ਸਾਧ ਸੰਗਤ ਜੀ, ਦੂਸਰਾ ਪੱਖ ਉਹਨਾਂ ਗੁਰਮੁਖਾਂ ਦਾ ਹੈ, ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਸੰਸਾਰ ਦੇ ਮਾਲਕ ਨਿਰੰਕਾਰ ਜੀ ਦੇ ਨਾਲ ਜੁੜਦੇ ਨੇ। ਜਦੋਂ ਸੰਸਾਰ ਦੇਖਦੇ ਨੇ ਤੇ ਦੇਖ ਕੇ ਉਹਨਾਂ ਨੂੰ ਵਿਸ਼ਿਆਂ ਦਾ ਜਾਂ ਮਾਇਆ ਦੇ ਪਦਾਰਥਾਂ ਦਾ ਚੇਤਾ ਨਹੀਂ ਆਉਂਦਾ, ਸੰਸਾਰ ਨੂੰ ਦੇਖ ਕਰਕੇ ਵੀ ਨਿਰੰਕਾਰ ਜੀ ਦਾ ਚੇਤਾ ਆ ਜਾਂਦਾ ਹੈ। ਜਿਹੜੇ ਦੁਨਿਆਵੀ ਲੋਕ ਨੇ ਝਰਨਿਆਂ ਨੂੰ ਦੇਖ ਕਰਕੇ, ਕੁਦਰਤੀ ਨਜ਼ਾਰਿਆਂ ਨੂੰ ਦੇਖ ਕਰਕੇ ਵਾਹ ਵਾਹ ਕਰਦੇ ਨੇ ਤੇ ਉਹਨਾਂ ਦ੍ਰਿਸ਼ਾਂ ਨੂੰ, ਉਹਨਾਂ ਸੀਨਾਂ ਨੂੰ ਕੈਦ ਕਰਨ ਦਾ ਯਤਨ ਕਰਦੇ ਨੇ, ਕੈਪਚਰ ਕਰਦੇ ਨੇ, ਫੋਟੋਆਂ ਖਿੱਚਦੇ ਨੇ, ਮੂਵੀ ਬਣਾਉਂਦੇ ਨੇ। ਪਰ ਇਸੇ ਪ੍ਰਕਾਰ ਜਿਹੜੇ ਪ੍ਰਮਾਤਮਾ ਜੀ ਦੇ ਪਿਆਰੇ ਨੇ, ਜਦੋਂ ਕੁਦਰਤੀ ਨਜ਼ਾਰੇ ਦੇਖਦੇ ਨੇ ਤੇ ਪ੍ਰਮਾਤਮਾ ਜੀ ਨੂੰ ਯਾਦ ਕਰਦੇ ਨੇ, ਵਾਹ ਵਾਹ ਨਿਰੰਕਾਰ ਕਿਆ ਰਚਨਾ ਰਚੀ ਹੈ। ਸੁੰਦਰ ਪਹਾੜਾਂ ਨੂੰ ਦੇਖਦੇ ਨੇ, ਕਲ ਕਲ ਕਰਦੇ ਵਗਦੇ ਹੋਏ ਜਲ ਨੂੰ, ਨਦੀਆਂ ਨੂੰ ਦੇਖਦੇ ਨੇ, ਪਹਾੜਾਂ ਚੋਂ ਫੁੱਟਦੇ ਹੋਏ ਚਸ਼ਮਿਆਂ ਨੂੰ ਦੇਖਦੇ ਨੇ ਤੇ ਸ਼ੁਕਰਾਨੇ ਵਿੱਚ ਜੁੜ ਜਾਂਦੇ ਨੇ, ਵਾਹਿਗੁਰੂ ਤੇਰੀ ਸਭ ਰਚਨਾ, ਸੱਚੇ ਪਾਤਸ਼ਾਹ ਕੈਸੀ ਅਦਭੁਤ ਰਚਨਾ ਕੀਤੀ ਏ। ਦੁਨੀਆ ਦੇ ਲੋਕ ਕਿਸੇ ਦਾ ਰੂਪ ਦੇਖਦੇ ਨੇ ਤੇ ਰੂਪ ਦੇਖ ਕਰਕੇ ਮੋਹੇ ਜਾਂਦੇ ਨੇ ਤੇ ਵਿਕਾਰੀ ਹੋ ਜਾਂਦੇ ਨੇ, ਤੇ ਪ੍ਰਮਾਤਮਾ ਜੀ ਦੇ ਪਿਆਰੇ ਮੈਲੀ ਨਿਗਾਹ ਦੇ ਨਾਲ ਤੇ ਕਿਸੇ ਦਾ ਰੂਪ ਧਨ ਤੱਕਦੇ ਨਹੀਂ। ਤੇ ਸੁਤੇ ਇਸੇ ਤੇ ਨਿਗਾਹ ਪੈ ਜਾਵੇ ਤੇ ਤਾਂ ਵੀ ਪ੍ਰਮਾਤਮਾ ਜੀ ਦੇ ਸ਼ੁਕਰਾਨੇ ਵਿੱਚ ਜੁੜ ਜਾਂਦੇ ਨੇ। ਪ੍ਰਮਾਤਮਾ ਜੀ, ਐਸੀਆਂ ਖੂਬਸੂਰਤ ਮੂਰਤਾਂ ਦੇ ਘੜਨਹਾਰੇ ਪ੍ਰਮਾਤਮਾ ਜੀ, ਤੁਹਾਡੀ ਕਿਰਤ ਇਤਨੀ ਸੁੰਦਰ ਹੈ ਤੇ ਮਹਾਰਾਜ ਤੁਸੀਂ ਕਰਤਾ ਰੂਪ ਜੀ ਆਪ ਕੈਸੇ ਸੁੰਦਰ ਹੋਵੋਗੇ। ਉਹ ਸ਼ੁਕਰਾਨੇ ਵਿੱਚ ਜੁੜ ਜਾਂਦੇ ਨੇ, ਵਾਹਿਗੁਰੂ ਜੀ
ਪੰਜ ਤੱਤ ਲੈ ਕਰਕੇ ਮਿੱਟੀ ਇਕੱਤਰ ਕਰਕੇ ਤੇ ਕਿੱਡੀਆਂ ਸੋਹਣੀਆਂ ਮੂਰਤਾਂ, ਕਿੱਡੇ ਸੋਹਣੇ ਸਰੀਰ, ਕਿੱਡੇ ਸੋਹਣੇ ਆਕਾਰ ਤੁਸਾਂ ਨੇ ਸਾਜ ਦਿੱਤੇ। ਵਾਹਿਗੁਰੂ ਜੀ ਬੜੀ ਅਦਭੁਤ ਰਚਨਾ ਹੈ ਆਪ ਜੀ ਦੀ, ਤੇਰੀ ਸਭ ਰਚਨਾ। ਮਹਾਰਾਜ ਬੜੀ ਅਚਰਜ, ਬੜੇ ਕਮਾਲ ਦੀ ਰਚਨਾ ਆਪ ਜੀ ਦੀ। ਉਹ ਫੁੱਲ ਨੂੰ ਦੇਖਦੇ ਨੇ ਤਾਂ ਵੀ ਸ਼ੁਕਰਾਨੇ ਵਿੱਚ ਜੁੜ ਜਾਂਦੇ ਨੇ, ਵਾਹਿਗੁਰੂ ਐਸਾ ਫੁੱਲ ਕੋਈ ਬੰਦਾ ਥੋੜਾ ਬਣਾ ਸਕਦਾ, ਇਹ ਰਚਨਾ ਤੁਸੀਂ ਹੀ ਕਰ ਸਕਦੇ ਸੀ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਆਪਣੇ ਸਾਥੀਆਂ ਦੇ ਨਾਲ ਕਿਸੇ ਜ਼ਰੂਰੀ ਕੰਮ ਤੇ ਚੱਲੇ ਨੇ ਤੇ ਕੋਈ ਜ਼ਰੂਰੀ ਫਾਈਲ ਦਫ਼ਤਰ ਦੇ ਵਿੱਚ ਰਹਿ ਗਈ ਤੇ ਸਾਥੀਆਂ ਨੂੰ ਕਹਿਣ ਲੱਗੇ, ਮਿੱਤਰੋ ਤੁਸੀਂ ਰੁਕੋ, ਮੈਂ ਦਫ਼ਤਰ ਦੇ ਵਿੱਚੋਂ ਫਾਈਲ ਫੜ ਲਿਆਵਾਂ। ਵਾਪਸ ਗਏ ਨੇ ਤੇ ਜਾ ਕਰਕੇ ਕੀ ਦੇਖਿਆ ਕਿ ਦਫ਼ਤਰ ਦੇ ਦਰਵਾਜ਼ੇ ਦੇ ਕੋਲ ਇੱਕ ਗਮਲਾ ਪਿਆ ਹੈ। ਗਮਲੇ ਦੇ ਵਿੱਚ ਇੱਕ ਪੌਦਾ ਲੱਗਾ ਹੈ ਤੇ ਪੌਦੇ ਦੇ ਉੱਪਰ ਫੁੱਲ ਖਿੜੇ ਹੋਏ ਨੇ। ਹੁਣ ਨਜ਼ਰ ਪੈ ਗਈ ਹੈ ਫੁੱਲਾਂ ਦੇ ਉੱਪਰ। ਤੇ ਜਦੋਂ ਫੁੱਲਾਂ ਦੇ ਉੱਪਰ ਨਜ਼ਰ ਪਈਏ ਤੇ ਇਹਨਾਂ ਫੁੱਲਾਂ ਨੂੰ ਪੈਦਾ ਕਰਨੇ ਵਾਲੇ ਕਰਤਾ ਪੁਰਖ ਦਾ ਧਿਆਨ ਆ ਗਿਆ। ਵਾਹਿਗੁਰੂ ਜੀ ਕੈਸੀ ਆਪ ਜੀ ਦੀ ਰਚਨਾ ਹੈ। ਮਿੱਟੀ ਦੇ ਵਿੱਚ ਇੱਕ ਬੀਜ ਬੀਜਿਆ ਗਿਆ ਜਾਂ ਫੁੱਲ ਦੀ ਕੋਈ ਪੱਤੀ ਡਿੱਗ ਪਈ, ਉਹ ਜੰਮ ਪਈ, ਅੰਗੂਰ ਆ ਗਿਆ। ਇਸ ਪ੍ਰਕਾਰ ਕੁਰਮਣਾ ਨਿਕਲੀਆਂ, ਪੌਦਾ ਬਣ ਗਿਆ। ਪਰ ਪੌਦੇ ਦੀਆਂ ਟਾਹਣੀਆਂ ਤੋੜ ਕਰਕੇ, ਚੀਰ ਕਰਕੇ, ਪਾੜ ਕਰਕੇ ਫੁੱਲ ਕੱਢੀਏ ਤੇ ਵਿੱਚੋਂ ਨਹੀਂ ਨਿਕਲੇਗਾ। ਪੱਤਿਆਂ ਨੂੰ ਮਸਲ ਕਰਕੇ ਜਾਂ ਫੋਲ ਕਰਕੇ ਕਿਸੇ ਤਰੀਕੇ ਦੇ ਨਾਲ ਵਿੱਚੋਂ ਫੁੱਲ ਕੱਢਣ ਦਾ ਯਤਨ ਕਰੀਏ ਤੇ ਨਹੀਂ ਨਿਕਲੇਗਾ। ਪੌਦੇ ਨੂੰ ਪੁੱਟ ਲਈਏ, ਜੜ੍ਹਾਂ ਫਰੋਲ ਕੇ ਫੁੱਲ ਕੱਢੀਏ ਤੇ ਜੜ੍ਹਾਂ ਚੋਂ ਵੀ ਫੁੱਲ ਨਹੀਂ ਨਿਕਲੇਗਾ। ਪਰਮਾਤਮਾ ਜੀ ਆਪ ਜੀ ਦੀ ਕੈਸੀ ਅਦਭੁਤ ਰਚਨਾ ਹੈ। ਮਿੱਟੀ ਦੇ ਤੱਤ ਪੌਦੇ ਦੇ ਵਿੱਚੋਂ ਇਸ ਪ੍ਰਕਾਰ ਬੀਜ ਦੀ ਮਿਲਾਪ ਦੇ ਨਾਲ, ਸੰਧੀ ਦੇ ਨਾਲ ਪ੍ਰਗਟ ਹੋਏ। ਬੀਜ ਜੰਮਿਆ, ਵਿੱਚੋਂ ਪੌਦਾ ਨਿਕਲਿਆ, ਟਾਹਣੀਆਂ ਨਿਕਲੀਆਂ ਨੇ, ਪੱਤੇ ਨਿਕਲੇ ਨੇ, ਕੁਰੰਬਲਾਂ ਨਿਕਲੀਆਂ ਨੇ। ਉਹਨਾਂ ਕੁਰੰਬਲਾਂ ਦੇ ਵਿੱਚ ਅੱਗੇ ਆ ਕਰਕੇ ਇੱਕ ਡੋਡੀ ਜਿਹੀ ਨਿਕਲੀਏ, ਫਿਰ ਉਹ ਖਿੜ ਗਈ ਤੇ ਫੁੱਲ ਬਣ ਗਿਆ। ਤੇ ਮਹਾਰਾਜ ਇੱਕ ਫੁੱਲ ਦੇ ਅੰਦਰ ਕਿੰਨੀਆਂ ਪੱਤੀਆਂ ਤੁਸਾਂ ਨੇ ਪੈਦਾ ਕਰ ਦਿੱਤੀਆਂ। ਇੱਕ ਇੱਕ ਪੱਤੀ ਦੇ ਵਿੱਚ ਕਿੰਨੇ ਕਿੰਨੇ ਤੁਸਾਂ ਨੇ ਰੰਗ ਭਰ ਦਿੱਤੇ ਤੇ ਰੰਗਦਾਰ ਪੱਤੀਆਂ ਦੇ ਅੰਦਰ ਤੁਸਾਂ ਨੇ ਖੁਸ਼ਬੂ ਪੈਦਾ ਕਰ ਦਿੱਤੀ। ਮਹਾਰਾਜ ਇਹ ਕਾਰਜ ਤੁਸੀਂ ਕਰ ਸਕਦੇ ਹੋ, ਕੋਈ ਬੰਦਾ ਥੋੜਾ ਨਾ ਕਰ ਸਕਦਾ। ਬੀਜ ਵਿੱਚੋਂ ਪੌਦਾ ਨਹੀਂ ਕੱਢ ਸਕਦਾ, ਪੌਦੇ ਚੋਂ ਟਾਹਣੀਆਂ ਨਹੀਂ ਕੱਢ ਸਕਦਾ, ਟਾਹਣੀਆਂ ਚੋਂ ਪੱਤੇ ਨਹੀਂ ਕੱਢ ਸਕਦਾ, ਪੱਤਿਆਂ ਚੋਂ ਡੋਡੀ ਨਹੀਂ ਕੱਢ ਸਕਦਾ, ਡੋਡੀ ਚੋਂ ਫੁੱਲ ਕੋਈ ਬੰਦਾ ਥੋੜਾ ਕੱਢ ਸਕਦਾ। ਤੇ ਜੇ ਕੋਈ ਨਕਲੀ ਫੁੱਲ ਬਣਾ ਵੀ ਲਵੇ, ਧਾਤਾਂ ਦੇ ਬਣਾ ਲਵੇ, ਪਲਾਸਟਿਕ ਦੇ ਬਣਾ ਲਵੇ, ਕਿਸੇ ਕੱਪੜੇ ਦੇ ਬਣਾ ਲਵੇ, ਉਹ ਫੁੱਲ ਤੇ ਬਣਾ ਸਕਦਾ, ਪਰ ਐਸੇ ਰੰਗ ਨਹੀਂ ਭਰ ਸਕਦਾ ਵਾਹਿਗੁਰੂ ਜੀ ਜੈਸੇ ਤੁਸਾਂ ਭਰ ਦਿੱਤੇ। ਤੇ ਜੇ ਕੋਈ ਬਹੁਤਾ ਹੀ ਸਿਆਣਾ ਹੋਵੇ, ਇੰਨੇ ਰੰਗ ਵੀ ਭਰ ਲਵੇ ਤੇ ਵਾਹਿਗੁਰੂ ਜੀ ਫਿਰ ਉਹਨਾਂ ਫੁੱਲਾਂ ਦੇ ਵਿੱਚ ਖੁਸ਼ਬੂ ਨਹੀਂ ਹੋ ਸਕਦੀ ਜਿਹੜੀ ਖੁਸ਼ਬੂ ਤੁਸਾਂ ਫੁੱਲਾਂ ਵਿੱਚ ਭਰ ਦਿੱਤੀ ਹੈ ਨਾ। ਉਹ ਕਾਗਜ਼ ਦੇ ਫੁੱਲਾਂ ਵਿੱਚੋਂ, ਕੱਪੜੇ ਦੇ ਫੁੱਲਾਂ ਵਿੱਚੋਂ, ਧਾਤਾਂ ਦੇ ਫੁੱਲਾਂ ਵਿੱਚੋਂ ਉਹ ਖੁਸ਼ਬੂ ਪ੍ਰਾਪਤ ਨਹੀਂ ਹੋਣੀ। ਇਹ ਤਾਂ ਵਾਹਿਗੁਰੂ ਤੇਰੀ ਸਭ ਰਚਨਾ, ਇਹ ਰਚਨਾ ਤੇ ਅਦਭੁਤ ਰਚਨਾ, ਕਮਾਲ ਦੀ ਰਚਨਾ, ਵਾਹ ਕਮਾਲ ਰਚਨਾ, ਲਾਸਾਨੀ ਰਚਨਾ ਅਦੁੱਤੀ ਪ੍ਰਮਾਤਮਾ ਜੀ ਆਪ ਜੀ ਦੀ ਹੈ। ਕੋਈ ਹੋਰ ਐਸੀ ਰਚਨਾ ਨਹੀਂ ਕਰ ਸਕਦਾ। ਫੁੱਲ ਨੂੰ ਦੇਖਿਆ, ਰਚਨਾ ਦੇ ਵਿੱਚ ਹੋ ਗਏ, ਰਚਨਾਕਾਰ ਪ੍ਰਮਾਤਮਾ ਜੀ ਦੇ ਨਾਲ ਧਿਆਨ ਜੁੜ ਗਿਆ। ਐਸਾ ਧਿਆਨ ਜੁੜਿਆ, ਉੱਥੇ ਬੈਠੇ ਵਾਹਿਗੁਰੂ 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 ਜਪਣ ਲੱਗ ਗਏ। ਕਿਰਤ ਨੂੰ ਦੇਖ ਕਰਕੇ ਕਰਤੇ ਦਾ ਚੇਤਾ ਆ ਗਿਆ। ਸੰਸਾਰ ਦੇ ਵਿੱਚ ਵਸਦਿਆਂ ਹੋਇਆਂ ਸੰਸਾਰ ਦੇ ਪੌਦੇ ਦੇਖ ਕਰਕੇ, ਫੁੱਲਾਂ ਦੇ ਪੌਦੇ ਦੇਖ ਕਰਕੇ, ਸੰਸਾਰ ਦੀ ਰਚਨਾ ਦੇਖ ਕਰਕੇ, ਸੰਸਾਰ ਵਿੱਚ ਰਹਿੰਦਿਆਂ ਸੰਸਾਰ ਦਾ ਮਾਲਕ ਨਿਰੰਕਾਰ ਚੇਤੇ ਆ ਜਾਂਦਾ ਹੈ। ਤੇ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਦੇ ਸਾਥੀਆਂ ਨੇ ਤੱਕਿਆ, ਇਤਨਾ ਸਮਾਂ ਹੋ ਗਿਆ, ਲੈਣ ਤੇ ਇੱਕ ਫਾਈਲ ਹੀ ਗਏ ਸੀ, 1 ਮਿੰਟ ਦਾ ਕੰਮ ਸੀ, ਟੇਬਲ ਤੋਂ ਕਾਊਂਟਰ ਤੋਂ ਫਾਈਲ ਚੁੱਕਣੀ ਤੇ ਆ ਜਾਣਾ ਸੀ, ਕਿਤਨਾ ਸਮਾਂ ਹੋ ਗਿਆ ਅਜੇ ਮੁੜੇ ਨਹੀਂ, ਜਾ ਕੇ ਦੇਖੀਏ ਕਿਉਂ ਨਹੀਂ ਆਏ, ਕੁਵੇਲਾ ਹੋ ਰਿਹਾ, ਲੇਟ ਹੋ ਰਹੇ ਆ। ਤੇ ਜਦੋਂ ਵੇਖਣ ਵਾਸਤੇ ਗਏ ਤੇ ਕੀ ਤੱਕਦੇ ਨੇ, ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਗਮਲੇ ਦੇ ਕੋਲ ਬੈਠੇ ਨੇ, ਧਿਆਨ ਟਿਕਿਆ ਹੋਇਆ ਤੇ ਵਾਹਿਗੁਰੂ 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 ਪਏ ਜਪਦੇ ਨੇ। ਇਹ ਗੁਰਮੁਖਾਂ ਦਾ ਪੱਖ ਹੈ। ਸੰਸਾਰ ਨੂੰ ਦੇਖਣਾ, ਸੰਸਾਰ ਦੀ ਰਚਨਾ ਦੇਖਣੀ ਤੇ ਹਰ ਇੱਕ ਰਚਨਾ ਨੂੰ ਦੇਖ ਕਰਕੇ ਰਚਨਾ ਦੇ ਮਾਲਕ ਦੀ ਯਾਦ ਆ ਜਾਣੀ, ਵਾਹਿਗੁਰੂ ਜੀ ਦੀ ਯਾਦ ਆ ਜਾਣੀ, ਪ੍ਰਮਾਤਮਾ ਜੀ ਦਾ ਜਸ ਸੁਤੇ ਸਿੱਧ ਤਿੰਨਾਂ ਦੇ ਹਿਰਦੇ ਤੇ ਤਿੰਨਾਂ ਦੇ ਮੁਖ ਦੇ ਵਿੱਚੋਂ ਪ੍ਰਗਟ ਹੋਣ ਲੱਗਦਾ ਹੈ। ਸਿਮਰਨ ਨਿਰੰਤਰ ਜਾਰੀ ਹੋ ਜਾਂਦਾ ਹੈ। ਹਿਰਦੇ ਦੇ ਵਿੱਚੋਂ ਬਾਣੀ ਉਚਰ ਹੈ, ਸਾਧ ਜਨ ਅਮਿਓ ਚਲਹੇ ਝਰਣੇ, ਅੰਮ੍ਰਿਤ ਨਾਮ ਦੇ ਝਰਣੇ। ਜਿਵੇਂ ਚਸ਼ਮੇ ਪਹਾੜਾਂ ਚੋਂ ਸੁਤੇ ਸਿੱਧ ਆਪਣੇ ਆਪ ਹੀ ਚੱਲ ਰਹੇ ਨੇ ਨਾ, ਇਸ ਪ੍ਰਕਾਰ ਨਾਮ ਦੇ ਝਰਨੇ, ਨਾਮ ਦੇ ਚਸ਼ਮੇ ਹਿਰਦੇ ਦੇ ਵਿੱਚੋਂ ਉਹਨਾਂ ਦੇ ਸੁਤੇ ਸਿੱਧ ਆਪਣੇ ਆਪ ਹੀ ਫੁੱਟਦੇ ਨੇ। ਹਿਰਦਾ ਇਕਾਗਰ ਹੋ ਕਰਕੇ ਵਾਹਿਗੁਰੂ ਜੀ ਦੇ ਸਿਮਰਨ ਦੇ ਅੰਦਰ, ਚਿੰਤਨ ਦੇ ਅੰਦਰ ਸਦਾ ਹੀ ਲੀਨ ਰਹਿੰਦਾ ਹੈ। ਤੇ ਹਜ਼ੂਰ ਐਸੇ ਨਾਮ ਰਸੀਆਂ ਦੇ ਪਰਥਾਏ ਬਚਨ ਉਚਾਰਨਾ ਕਰਦੇ ਨੇ ਜਿਨ੍ਹਾਂ ਨੂੰ ਕੇਵਲ ਤਾਂ ਕੇਵਲ ਨਾਮ ਦਾ ਆਧਾਰ ਹੈ, ਨਾਮ ਦਾ ਆਸਰਾ ਹੈ।
ਦੁਨਿਆਵੀ ਲੋਕ ਮੜੀਆਂ ਦਾ, ਮੱਟਾਂ ਦਾ, ਭੂਤਾਂ ਦਾ, ਪ੍ਰੇਤਾਂ ਦਾ, ਜਾਦੂਆਂ ਦਾ, ਟੂਣਿਆਂ ਦਾ ਬੜਾ ਵੱਖ-ਵੱਖ ਤਰ੍ਹਾਂ ਦਾ ਆਸਰਾ ਤੱਕਦੇ ਨੇ। ਪਰ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਨੇ, ਸਿਮਰਨ ਵਾਲੇ ਨੇ, ਉਹਨਾਂ ਨੂੰ ਆਸਰਾ ਕੇਵਲ ਤਾਂ ਕੇਵਲ ਨਾਮ ਦਾ ਹੁੰਦਾ ਹੈ। ਘਰ ਦੇ ਵਿੱਚ ਕੋਈ ਖੁਸ਼ੀ ਦਾ ਕਾਰਜ ਹੋਵੇ ਤੇ ਝਾਟੀ ਸ਼ੁਕਰਾਨੇ ਵਿੱਚ ਜੁੜ ਜਾਣਗੇ। ਜਪਜੀ ਸਾਹਿਬ ਦਾ ਪਾਠ ਕਰੀਏ, ਸੁਖਮਨੀ ਸਾਹਿਬ ਦਾ ਪਾਠ ਕਰੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਵਾਏ ਜਾਣ, ਸੁਖਮਨੀ ਸਾਹਿਬ ਜੀ ਦਾ ਪਾਠ, ਸਹਿਜ ਪਾਠ, ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾਵੇ। ਇਹ ਗੁਰਮੁਖਾਂ ਦੀ ਭਾਵਨਾ। ਘਰ ਦੇ ਵਿੱਚ ਕੋਈ ਆਨੰਦ ਕਾਰਜ ਦਾ ਸਮਾਂ ਹੋਵੇ ਤਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਦਾ ਆਸਰਾ। ਕੋਈ ਪ੍ਰਾਣੀ ਚੜ੍ਹਾਈ ਕਰ ਗਿਆ ਤਾਂ ਵੀ ਨਾਮ ਦਾ ਆਸਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਸਹਿਜ ਪਾਠ, ਸ੍ਰੀ ਅਖੰਡ ਪਾਠ ਸਾਹਿਬ, ਤੇ ਮਿਰਤਕ ਸਰੀਰ ਦੇ ਕੋਲ ਵੀ ਗੁਰਬਾਣੀ ਦਾ ਪਾਠ ਤੇ ਗੁਰਬਾਣੀ ਦਾ ਕੀਰਤਨ। ਆਸਰਾ ਹੀ ਨਾਮ ਦਾ। ਕੋਈ ਜੰਮ ਪਵੇ, ਕੋਈ ਮਰ ਜਾਵੇ, ਕੋਈ ਖੁਸ਼ੀ ਦਾ ਸਮਾਂ, ਕੋਈ ਗਮੀ ਦਾ ਸਮਾਂ, ਨੁਕਸਾਨ ਹੋਵੇ ਤਾਂ ਵੀ ਵਾਹਿਗੁਰੂ ਜੀ ਦਾ ਧਿਆਨ, ਜੇ ਮੁਨਾਫਾ ਹੋ ਗਿਆ ਤੇ ਤਾਂ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ। ਸੱਚੇ ਪਾਤਸ਼ਾਹ ਸਭ ਕੁਝ ਆਪ ਹੀ ਆਪ ਹੋ, ਆਪ ਹੀ ਬਖਸ਼ਿਸ਼ਾਂ ਦੇ ਦਾਤੇ ਹੋ, ਜਿਨ੍ਹਾਂ ਨੂੰ ਹਰ ਵੇਲੇ, ਹਰ ਸਮੇਂ, ਹਰ ਅਵਸਥਾ ਦੇ ਵਿੱਚ, ਹਰ ਦੁੱਖ ਦੇ ਵਿੱਚ, ਹਰ ਸੁੱਖ ਦੇ ਵਿੱਚ, ਹਰ ਘੜੀ ਦੇ ਵਿੱਚ, ਹਰ ਪਲ ਦੇ ਵਿੱਚ, ਹਰ ਅਵਸਥਾ ਦੇ ਵਿੱਚ, ਹਰ ਜਗ੍ਹਾ ਤੇ ਉੱਤੇ ਕੇਵਲ ਤਾਂ ਕੇਵਲ ਨਾਮ ਦਾ ਹੀ ਆਸਰਾ ਹੈ। ਨਾਮ ਤੋਂ ਬਿਨਾਂ ਦੂਸਰਾ ਆਸਰਾ ਕਦੇ ਤੱਕਦੇ ਹੀ ਨਹੀਂ, ਦੂਸਰੀ ਓਟ ਕਦੇ ਤਕਾਉਂਦੇ ਹੀ ਨਹੀਂ। ਜਿਨ੍ਹਾਂ ਨੇ ਨਾਮ ਨੂੰ ਹੀ ਆਪਣੇ ਪ੍ਰਾਣਾਂ ਦਾ ਆਧਾਰ ਬਣਾਇਆ ਹੈ, ਆਪਣੇ ਮਨ ਦਾ ਆਧਾਰ ਬਣਾਇਆ ਹੈ, ਆਪਣੇ ਤਨ ਦਾ ਆਧਾਰ ਬਣਾਇਆ ਹੈ, ਜਿਨ੍ਹਾਂ ਦੇ ਤਾਈਂ ਕੇਵਲ ਤਾਂ ਕੇਵਲ ਨਾਮ ਦੀ ਹੀ ਓਟ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਐਸੇ ਨਾਮ ਰਸੀਏ, ਐਸੇ ਨਾਮ ਦੇ ਪ੍ਰੇਮੀ, ਵਾਹਿਗੁਰੂ ਜੀ ਦੀ ਬੰਦਗੀ ਕਰਨੇ ਵਾਲੇ, ਹਿਰਦੇ ਕਰਕੇ ਨਾਮ ਦਾ ਚਿੰਤਨ ਕਰਨ ਵਾਲੇ ਨੇ, ਜੋ ਹਉ ਤਾ ਕਹਿ ਬਲਿਹਾਰੀ। ਐਸੇ ਪਿਆਰਿਆਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਹੜੇ ਕੇਵਲ ਤਾਂ ਕੇਵਲ ਚਿੱਤ ਚਰਨ ਨਾਮ, ਨਾਮ ਦੇ ਅੰਦਰ ਹੀ ਚਿੱਤ ਨੂੰ ਟਿਕਾ ਕਰਕੇ ਨਾਮ ਦਾ ਆਸਰਾ ਧਾਰਨ ਕਰਦੇ ਹਨ ਜੀ। ਰਹਾਉ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਵਣਾ ਕਰਦੇ ਹਨ ਜੀ। ਮਹਿਮਾ ਤਾ ਕੀ ਕੇਤਕ ਗਨੀਐ। ਸੱਚੇ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਨੇ ਅਰਜ਼ ਗੁਜ਼ਾਰੀ ਹੈ, ਹਜ਼ੂਰ ਜਿਨ੍ਹਾਂ ਦੇ ਹਿਰਦੇ ਨੂੰ ਕੇਵਲ ਤਾਂ ਕੇਵਲ ਨਾਮ ਦਾ ਹੀ ਆਸਰਾ ਹੈ, ਉਹਨਾਂ ਦੀ ਵਡਿਆਈ ਕੈਸੀ ਹੈ, ਕਿਰਪਾਲਤਾ ਕਰਕੇ ਤੇ ਇਹਨਾਂ ਦੀ ਮਹਿਮਾ ਕਥਨ ਕਰੋ ਜੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਿਆਰਿਓ ਉਹ ਤਾਂ ਵਡਿਆਈਆਂ ਦੇ ਸਾਗਰ ਬਣ ਜਾਂਦੇ ਨੇ। ਸਾਗਰ ਦੇ ਪਰਥਾਏ ਕੋ ਕਿਤਨਾ ਕੋ ਕਥਨ ਕਰੇ। ਜਿਵੇਂ ਆਕਾਸ਼ ਬੇਅੰਤ ਹੈ, ਵਿਸ਼ਾਲ ਹੈ, ਆਕਾਸ਼ ਦਾ ਕੋਈ ਆਦ ਅੰਤ ਨਹੀਂ ਨਾ ਮਿਲਦਾ। ਜਿਹੜੇ ਨਾਮ ਦੇ ਰਸੀਏ ਨੇ, ਉਹਨਾਂ ਦੀ ਮਹਿਮਾ ਦਾ, ਉਹਨਾਂ ਦੀ ਵਡਿਆਈ ਦਾ ਵੀ ਕੋਈ ਆਦ ਤੇ ਅੰਤ ਨਹੀਂ ਮਿਲਦਾ, ਕਿਉਂਕਿ ਉਹ ਵਡਿਆਈਆਂ ਕਰਦੇ ਕਰਦੇ ਵਡਿਆਈਆਂ ਦੇ ਮਾਲਕ ਵਾਹਿਗੁਰੂ ਜੀ ਦਾ ਹੀ ਸਰੂਪ ਹੋ ਜਾਂਦੇ ਨੇ। ਹਰ ਹਰ ਜਨ ਇੱਕ ਸਮਾਨ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਪਰਮਾਤਮਾ ਜੀ ਤੇ ਪਰਮਾਤਮਾ ਜੀ ਦੇ ਪਿਆਰੇ ਇੱਕ ਸਮਾਨ, ਇੱਕ ਬਰਾਬਰ ਹੀ ਹੋ ਜਾਂਦੇ ਨੇ। ਜਿਨ ਹਰ ਜਪਿਆ ਸੇ ਹਰ ਹੋਏ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ, ਵਾਹਿਗੁਰੂ ਜੀ ਦਾ ਸਰੂਪ ਹੋ ਗਏ। ਤੇ ਜਿਹੜੇ ਵਾਹਿਗੁਰੂ ਜੀ ਨੂੰ ਜਪ ਕੇ ਵਾਹਿਗੁਰੂ ਜੀ ਦੀ ਭੇਦਤਾ ਪ੍ਰਾਪਤ ਕਰ ਗਏ, ਤਿਸ ਦਾ ਸਰੂਪ ਹੋ ਗਏ। ਮਹਿਮਾ ਤਾਂ ਕੀ ਕੇਤਕ ਗਣੀ ਹੈ। ਉਹਨਾਂ ਦੀ ਕਿੰਨੀ ਕੁ ਮਹਿਮਾ ਜਿਹੜੀ ਹੈ ਗਣੀ ਹੈ, ਵਿਚਾਰ ਨਾ ਕਰੀਏ। ਉਹਨਾਂ ਦੀ ਕਿੰਨੀ ਕੁ ਮਹਿਮਾ ਜਿਹੜੀ ਹੈ ਕਥਨ ਕਰਨਾ ਕਰੀਏ, ਉਹਨਾਂ ਦੀ ਮਹਿਮਾ ਜਿਹੜੀ ਕਥਨ ਵਿੱਚ ਨਹੀਂ ਆਉਂਦੀ ਹੈ। ਅਗਾਧ ਬੋਧ ਵਡਿਆਈਆਂ ਦੇ ਉਹ ਵੀ ਮਾਲਕ ਹੋ ਜਾਂਦੇ ਹਨ ਜੀ। ਜਨ ਪਾਰ ਬ੍ਰਹਮ ਰੰਗ ਰਾਤੇ। ਜਿਹੜੇ ਪਰਮਾਤਮਾ ਜੀ ਦੇ ਜਨ, ਪਾਰ ਬ੍ਰਹਮ ਪਰਮੇਸ਼ਰ ਜੀ ਦੇ ਰੰਗ ਰਾਤੇ। ਰੰਗ ਦਾ ਅਰਥ ਹੈ ਪਿਆਰ, ਰੰਗ ਦਾ ਅਰਥ ਹੈ ਪ੍ਰੇਮ। ਜਿਨ੍ਹਾਂ ਦੇ ਹਿਰਦੇ ਵਾਹਿਗੁਰੂ ਜੀ ਦੇ ਪ੍ਰੇਮ ਰੰਗਣ ਦੇ ਅੰਦਰ ਰੰਗੇ ਗਏ, ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਅਭੇਦਤਾ ਪ੍ਰਾਪਤ ਕਰ ਗਏ, ਤਦਾਕਾਰ ਹੋ ਗਏ, ਤਿੰਨਾਂ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਪ੍ਰੇਮ ਸ਼ਬਦ ਲਿਖਦਿਆਂ ਕੇਵਲ ਤਾਂ ਕੇਵਲ 2.5 ਅੱਖਰ ਲੱਗਦੇ ਨੇ, ਪਰ ਇਹ 2.5 ਅੱਖਰਾਂ ਦਾ ਪ੍ਰੇਮ ਜਿਸ ਦੇ ਹਿਰਦੇ ਨੂੰ ਲੱਗ ਜਾਂਦਾ ਨਾ, ਤਿੰਨਾਂ ਲੋਕਾਂ ਦੇ ਅੰਦਰ ਤੇ ਇਸ ਦੀ ਜੈ ਜੈਕਾਰ ਹੋ ਜਾਂਦੀ ਏ। ਇਸੇ ਪ੍ਰਕਾਰ 3 ਅੱਖਰਾਂ ਦਾ ਸ਼ਬਦ ਬਣਦਾ ਲਗਨ। ਲੱਲਾ ਗੱਗਾ ਨੰਨਾ ਲਗਨ। ਸ਼ਬਦ ਤੇ ਬੜਾ ਛੋਟਾ ਜਿਹਾ ਲਗਨ, ਪਰ ਜਿਸ ਦੇ ਹਿਰਦੇ ਨੂੰ ਪਰਮਾਤਮਾ ਜੀ ਦੀ ਬੰਦਗੀ ਦੀ ਲਗਨ ਲੱਗ ਜਾਂਦੀ ਹੈ ਨਾ, ਉਸ ਦੀ ਮਹਿਮਾ ਤਾਂ ਕੀ ਕੇਤਕ ਗਣੀ ਹੈ। ਕਿੰਨੀ ਕਿ ਤਿੰਨਾਂ ਦੀ ਮਹਿਮਾ ਵਿਚਾਰ ਕਰਕੇ ਕਹਿਣਾ ਕਰੀਏ, ਉਹਨਾਂ ਦੀ ਮਹਿਮਾ ਅਗਾਧ ਬੋਧ ਹੋ ਜਾਂਦੀ ਏ। 3 ਅੱਖਰਾਂ ਦੇ ਵਿੱਚ ਅਥਵਾ 3 ਅੰਕ ਦੇ ਵਿੱਚ ਸਾਧ ਸੰਗਤ ਜੀ ਬਹੁਤ ਕੁਝ ਆ ਜਾਂਦਾ ਹੈ। ਪਰਮਾਤਮਾ ਜੀ ਨੇ ਸ੍ਰਿਸ਼ਟੀ ਦਾ ਨਿਰਮਾਣ ਕੀਤਾ ਹੈ ਤੇ ਸਭ ਤੋਂ ਪਹਿਲਾਂ ਮਾਇਆ ਰਚੀਏ, ਤੇ ਮਾਇਆ ਤੋਂ ਜਿਹੜੇ 3 ਦੇਵਤੇ ਪ੍ਰਗਟ ਕੀਤੇ ਨੇ, ਤ੍ਰਿਦੇਵ ਕਹੇ ਜਾਂਦੇ ਨੇ। ਸ਼ਿਵ ਜੀ, ਬ੍ਰਹਮਾ, ਵਿਸ਼ਨੂੰ, ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ। ਸਭ ਤੋਂ ਪਹਿਲਾਂ ਮਾਇਆ ਤੋਂ 3 ਦੇਵਤੇ ਰਚੇ ਨੇ ਤੇ ਫਿਰ ਸੰਸਾਰ ਰਚਿਆ। ਜੇ ਸੰਸਾਰ ਰਚਿਆ ਤਾਂ ਉਹ ਸਮੇਂ ਦੇ ਅਧੀਨ ਹੈ।
ਤੇ ਸਮਾਂ ਵੀ 3 ਭਾਗਾਂ 'ਚ ਵੰਡਿਆ ਗਿਆ। ਲੰਘ ਚੁੱਕਿਆ ਸਮਾਂ ਭੂਤ ਕਾਲ, ਬਤੀਤ ਹੋ ਰਿਹਾ ਸਮਾਂ ਵਰਤਮਾਨ ਕਾਲ, ਤੇ ਆਉਣ ਵਾਲਾ ਸਮਾਂ ਭਵਿੱਖ ਕਾਲ। ਫਿਰ 3 ਅੰਕ ਹੈ। ਜੇ ਪਰਮਾਤਮਾ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਰਚੀ ਤੇ ਤਾਂ ਵੀ 3 ਲੋਕ ਨੇ। ਆਕਾਸ਼ ਲੋਕ, ਪਾਤਾਲ ਲੋਕ, ਪ੍ਰਿਥਵੀ ਲੋਕ, ਲੋਕ ਵੀ 3 ਨੇ। ਜੇ ਜੀਵਾਂ ਦੀ ਸਿਰਜਣਾ ਕੀਤੀ ਏ, ਸਰੀਰਾਂ ਨੂੰ ਰਚਨਾ ਕੀਤਾ, ਤੇ ਮਨੁੱਖ ਦੀਆਂ ਅਵਸਥਾ ਵੀ 3 ਨੇ। ਬਾਲ, ਜਵਾਨੀ ਅਰ ਬਿਰਧ ਹੁਨ 3 ਅਵਸਥਾ ਜਾਨ। 3 ਅਵਸਥਾ ਸਰੀਰ ਦੀਆਂ ਕਥਨ ਕੀਤੀਆਂ ਨੇ। 3 ਕਾਲ ਨੇ, 3 ਅਵਸਥਾ ਨੇ, 3 ਦੇਵਤੇ ਨੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਲਗਨ ਦੇ ਅੱਖਰ ਵੀ 3 ਨੇ। ਇਸੇ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਲਗਨ ਅੱਖਰ 3 ਹੀ ਨੇ। ਸ਼ਬਦ ਬੜਾ ਛੋਟਾ ਜਿਹਾ, ਪਰ ਜਿਸ ਨੂੰ ਲੱਗ ਜਾਵੇ ਨਾ, ਉਸ ਦੀ ਮਹਿਮਾ ਅਗਾਧ ਬੋਧ ਹੋ ਜਾਂਦੀ ਏ, ਬੜੀ ਵੱਡੀ ਵਿਦਿਆਈ ਨੂੰ ਪ੍ਰਾਪਤ ਕਰਦਾ ਹੈ। ਜਿਸ ਨੂੰ ਲਗਨ ਲੱਗ ਗਈ, ਜਿਸ ਦਾ ਪ੍ਰੇਮ ਮਨ ਦੇ ਵਿੱਚ, ਜਿਸ ਦਾ ਮਨ ਪ੍ਰੇਮ ਦੇ ਵਿੱਚ ਤਦਾਕਾਰ ਹੋ ਗਿਆ। ਪਾਰ ਬ੍ਰਹਮ ਰੰਗ ਰਾਤੇ, ਪਾਪਾ ਪੁੰਨਾ ਤੋਂ ਪਰੇ, ਪ੍ਰਕਿਰਤੀ ਦੇ ਉਰਵਾਰ-ਵਾਰ ਤੋਂ ਪਰੇ ਜੋ ਵਿਆਪਕ ਸਰੂਪ ਬ੍ਰਹਮ ਹੈ, ਤੇ ਇਸ ਦੇ ਰੰਗ ਪ੍ਰੇਮ ਦੇ ਵਿੱਚ ਜਿਹੜੇ ਰੰਗੇ ਗਏ ਨੇ, ਉਹਨਾਂ ਦੀ ਮਹਿਮਾ ਪਿਆਰਿਓ ਕਥਨ ਨਹੀਂ ਕੀਤੀ ਜਾ ਸਕਦੀ ਹੈ। ਸੂਖ ਸਹਿਜ ਆਨੰਦ ਤਿਨਾ ਸੰਗ। ਸੱਚੇ ਪਾਤਸ਼ਾਹ ਕੁਝ ਤਾਂ ਵਡਿਆਈ ਕਥਨ ਕਰੋ ਜਿਸ ਦੇ ਨਾਲ ਸਾਡੇ ਹਿਰਦੇ ਵਿੱਚ ਵੀ ਤਿੰਨਾਂ ਦੇ ਪਰਥਾਏ ਸਤਿਕਾਰ ਪੈਦਾ ਹੋਵੇ। ਆਪ ਜੀ ਨੇ ਤਾਂ ਸਤਿਕਾਰ ਪ੍ਰਗਟ ਕਰ ਦਿੱਤਾ ਕਿ ਅਸੀਂ ਕੁਰਬਾਨ ਜਾਂਦੇ ਆਂ, ਬਲਿਹਾਰ ਜਾਂਦੇ ਆਂ। ਮਹਾਰਾਜ ਸਾਨੂੰ ਵੀ ਮਹਿਮਾ ਦਾ ਪਤਾ ਲੱਗੇ, ਅਸੀਂ ਵੀ ਤਿੰਨਾਂ ਦਾ ਸਤਿਕਾਰ ਕਰੀਏ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਉਹਨਾਂ ਦੀ ਸੰਗਤ ਵਿੱਚ ਮਿਲਣੇ ਦੇ ਨਾਲ ਸੂਖ ਸਹਿਜ ਅਚੁੱਤ ਸੁਖ ਦੀ ਪ੍ਰਾਪਤੀ ਹੁੰਦੀ ਹੈ। ਐਸਾ ਆਤਮ ਸੁਖ ਤਿੰਨਾਂ ਦੀ ਸੰਗਤ ਚੋਂ ਪ੍ਰਾਪਤ ਹੁੰਦਾ ਜਿਹੜਾ ਅਨੰਤ ਕਾਲ ਤੱਕ ਕਦੇ ਮਿਟਦਾ ਹੀ ਨਹੀਂ। ਸਦਾ ਹੀ ਸੁਖ, ਸਦੀਵ ਕਾਲ ਦਾ ਸੁਖ, ਅਨੰਤ ਕਾਲ ਦਾ ਸੁਖ, ਅਚੁੱਤ ਸੁਖ, ਸਹਿਜ ਸੁਖ ਤਿੰਨਾਂ ਦੀ ਸੰਗਤ ਚੋਂ ਮਿਲਦਾ ਹੈ। ਆਨੰਦ ਤਿੰਨਾਂ ਸੰਗ। ਇਸੇ ਪ੍ਰਕਾਰ ਅਚੁੱਤ ਸੁਖ ਦੀ ਪ੍ਰਾਪਤੀ ਦੁਆਰਾ ਆਨੰਦ ਸਰੂਪ ਪ੍ਰਮਾਤਮਾ ਜੀ ਦੀ ਭੇਦਤਾ ਮਿਲਦੀ ਹੈ। ਪ੍ਰਮਾਤਮਾ ਜੀ ਦੀ ਪ੍ਰਾਪਤੀ ਦਾ ਆਨੰਦ ਤਿੰਨਾਂ ਦੀ ਸੰਗਤ ਦੇ ਵਿੱਚੋਂ ਹੀ ਜਾਣਿਆ ਜਾਂਦਾ ਹੈ। ਤਿੰਨਾਂ ਸੰਗ, ਤਿੰਨਾਂ ਦਾ ਸੰਗ ਕਰਕੇ, ਤਿੰਨਾਂ ਦੀ ਸੰਗਤ ਕਰਕੇ ਅਚੁੱਤ ਸੁਖ ਤੇ ਪ੍ਰਾਪਤੀ ਦਾ ਆਨੰਦ ਮਿਲਦਾ ਹੈ ਜੀ। ਉਨ ਸੰਸਰ ਅਵਰ ਨਾ ਦਾਤੇ। ਜਿਨ੍ਹਾਂ ਦੇ ਹਿਰਦੇ ਪ੍ਰੇਮ ਰੰਗਣ ਦੇ ਅੰਦਰ ਰੰਗੇ ਹੋਏ ਨੇ ਨਾ, ਉਹਨਾਂ ਦੇ ਬਰਾਬਰ ਦੁਨੀਆ ਦੇ ਅੰਦਰ ਦਾਤੇ ਕੋਈ ਨਹੀਂ। ਦੁਨੀਆ ਦੇ ਅੰਦਰ ਹਰੀਸ਼ ਚੰਦਰ ਵਰਗੇ ਰਾਜੇ ਹੋਏ ਜਿਹੜੇ 1.25 ਮਣ ਸੋਨਾ ਦਾਨ ਕਰਕੇ ਫਿਰ ਭੋਜਨ ਛਕਦੇ ਸਨ। ਕਰਨ ਵਰਗੇ ਦਾਨੀ ਹੋਏ ਜਿਨ੍ਹਾਂ ਦਾ ਨਾਮ ਮਹਾਦਾਨੀਆਂ ਚ ਆਉਂਦਾ ਹੈ। ਪਰ ਹਜ਼ੂਰ ਫਰਮਾਵਣਾ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਨਾਮ ਰੰਗਣ ਵਿੱਚ ਰੰਗੇ ਨੇ, ਇਹਨਾਂ ਦੇ ਬਰਾਬਰ ਕੋਈ ਵੀ ਦਾਤਾ ਨਹੀਂ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਦੁਨੀਆ ਦੇ ਵੱਡਾ ਭਾਰੀ ਪੰਡਤ ਹੋਵੇ, ਵਿਦਵਾਨ ਹੋਵੇ, ਬੜਾ ਤਗੜਾ ਬੁਲਾਰਾ ਹੋਵੇ, ਬੜਾ ਵਕਤਾ ਹੋਵੇ, ਬੜੀਆਂ ਉਕਤੀਆਂ ਦੇ ਨਾਲ, ਜੁਗਤੀਆਂ ਦੇ ਨਾਲ, ਬੜੀਆਂ ਦਲੀਲਾਂ ਦੇ ਨਾਲ, ਪ੍ਰਮਾਣਿਕਤਾ ਦੇ ਨਾਲ ਆਪਣੀ ਗੱਲ ਨੂੰ ਸਿੱਧ ਕਰਨ ਵਾਲਾ ਪੰਡਤ ਵਿਦਵਾਨ ਹੋਵੇ, ਤੇ ਸੂਰ ਵੱਡਾ ਭਾਰੀ ਸੂਰਮਾ ਹੋਵੇ। ਕਲਗੀਧਰ ਸਾਹਿਬ ਜੀ ਫਰਮਾਉਂਦੇ ਨੇ, ਅਵਿਚਾਰ ਹੈ ਸਾਰ ਕੀ ਧਾਰ ਪਛਈਆ। ਸਾਰ ਨਾਮ ਹੈ ਲੋਹੇ ਦਾ, ਅਵਿਚਾਰ ਹੈ, ਅਵਿਚਾਰ ਹੈ ਬਿਨਾਂ ਹੀ ਵਿਚਾਰ ਤੋਂ, ਬਿਨਾਂ ਸੋਚੇ ਸਮਝੇ ਤੋਂ। ਦੁਨੀਆ ਤੇ ਐਸੇ ਬੇਅੰਤ ਸੂਰਮੇ ਹੋਏ ਨੇ, ਬਿਨਾਂ ਹੀ ਸੋਚੇ ਸਮਝੇ ਤੋਂ, ਬਿਨਾਂ ਹੀ ਡਰ ਤੋਂ, ਬਿਨਾਂ ਖੌਫ ਤੋਂ ਦੁਸ਼ਮਣਾਂ ਦੇ ਸਾਵੇ ਹੋ ਕਰਕੇ ਲੜਦੇ ਨੇ। ਤੇ ਸਾਰ ਦੀ ਪਛਈਆ, ਲੋਹੇ ਦੀਆਂ ਧਾਰਾਂ, ਲੋਹੇ ਦੇ ਵਾਰ, ਬਰਸ਼ਿਆਂ ਦੇ, ਨੇਜਿਆਂ ਦੇ, ਭਾਲਿਆਂ ਦੇ, ਤਲਵਾਰਾਂ ਦੇ ਵਾਰ ਆਪਣੇ ਸਰੀਰਾਂ ਤੇ ਖਾਂਦੇ ਨੇ ਤੇ ਪਰਵਾਹ ਹੀ ਨਹੀਂ ਕਰਦੇ। ਬੇਅੰਤ ਐਸੇ ਸੂਰਮੇ, ਚਾਹੇ ਐਸਾ ਕੋਈ ਸਿਰਲੱਥ ਯੋਧਾ ਸੂਰਮਾ ਵੀ ਹੋਵੇ। ਇਸੇ ਪ੍ਰਕਾਰ ਚਾਹੇ ਕੋਈ ਛਤਰਪਤੀ ਰਾਜਾ, ਚੱਕਰਵਰਤੀ ਸਮਰਾਟ, ਕੁੱਲ ਧਰਤੀ ਦਾ ਜਿਹੜਾ ਰਾਜ ਕਰਨ ਵਾਲਾ ਰਾਜਾ ਹੋਵੇ ਤੇ ਇਸ ਨੂੰ ਚੱਕਰਵਰਤੀ ਸਮਰਾਟ ਅਥਵਾ ਛਤਰਪਤੀ ਪਾਤਸ਼ਾਹ ਕਿਹਾ ਜਾਂਦਾ ਹੈ। ਤੇ ਹਜ਼ੂਰ ਕਥਨ ਕਰਨਾ ਕਰਦੇ ਨੇ, ਭਾਵੇਂ ਕੋਈ ਪੰਡਿਤ ਵਿਦਵਾਨ ਹੋਵੇ, ਸੂਰਮਾ ਹੋਵੇ, ਛਤਰਪਤੀ, ਕੁੱਲ ਪ੍ਰਿਥਵੀ ਦਾ ਰਾਜਾ, ਮਾਲਕ, ਮਹਾਰਾਜਾ, ਛਤਰਪਤੀ ਸਮਰਾਟ ਵੀ ਕਿਉਂ ਨਾ ਹੋਵੇ, ਭਗਤ ਬਰਾਬਰ ਔਰ ਨਾ ਕੋਏ। ਇਹਨਾਂ ਸਾਰਿਆਂ ਚੋਂ ਭਗਤ ਦੇ ਬਰਾਬਰ, ਸਿਮਰਨ ਕਰਨ ਵਾਲੇ ਦੇ ਬਰਾਬਰ, ਬੰਦਗੀ ਕਰਨ ਵਾਲੇ ਦੇ ਸਦਰਸ਼ ਕੋਈ ਵੀ ਨਹੀਂ ਪੁੱਜਦਾ ਹੈ। ਰਾਜਾ ਸੋਨਾ ਤੇ ਦਾਨ ਦੇ ਸਕਦਾ ਹੈ, ਹੀਰੇ ਤੇ ਦਾਨ ਦੇ ਸਕਦਾ ਹੈ, ਮੋਤੀ ਤੇ ਦਾਨ ਦੇ ਸਕਦਾ ਹੈ, ਪਰ ਕਿਸੇ ਨੂੰ ਮੁਕਤੀ ਦਾ ਦਾਨ ਨਹੀਂ ਦੇ ਸਕਦਾ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਖੀ ਆਉਂਦੀ ਹੈ ਨਾ, ਬਾਦਸ਼ਾਹ ਦੇ ਅੱਗੇ ਜਾ ਕਰਕੇ ਟਕਾ ਰੱਖ ਕਰਕੇ ਮੱਥਾ ਟੇਕ ਦਿੱਤਾ ਭੁਲੇਖੇ ਦੇ ਨਾਲ, ਤੇ ਬਾਦਸ਼ਾਹ ਕਹਿੰਦਾ, ਜੀ ਦੁਨੀਆ ਦੀਆਂ ਬੜੀਆਂ ਚੀਜ਼ਾਂ ਦੇ ਸਕਦਾ ਸਿੱਖਾ, ਪਰ ਜਿਹੜੀ ਮੁਕਤੀ ਮੰਗਦਾ ਉਹ ਨਹੀਂ ਮਿਲਣੀ। ਕਹਿਣ ਲੱਗਾ, ਤੁਸੀਂ ਸੱਚੇ ਪਾਤਸ਼ਾਹ ਨਹੀਂ? ਤੇ ਬਾਦਸ਼ਾਹ ਕਹਿੰਦਾ, ਜੀ ਸੱਚੇ ਪਾਤਸ਼ਾਹ ਦਾ ਤੰਬੂ ਤੇ ਅੱਗੇ ਹੈ, ਮੈਂ ਦੁਨੀਆ ਦਾ ਬਾਦਸ਼ਾਹ ਹਾਂ। ਝਾਟੀ ਟਕਾ ਚੁੱਕਿਆ, ਜਾ ਕੇ ਪਾਤਸ਼ਾਹ ਜੀ ਦੇ ਚਰਨਾਂ ਤੇ ਰੱਖ ਦਿੱਤਾ।
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਲੋਕ ਪਰਲੋਕ ਦੇ ਬੰਧਨ ਕੱਟ ਕਰਕੇ ਮੁਕਤੀ ਕਰ ਦੇਣਾ ਕੀਤਾ। ਸਤਿਗੁਰੂ ਜੀ ਐਸੇ ਦਾਤੇ ਨੇ ਜਿਹੜੇ ਮੁਕਤੀ ਦਾ ਦਾਨ ਦਿੰਦੇ ਨੇ, ਤੇ ਜਿਹੜੇ ਸਤਿਗੁਰੂ ਜੀ ਦੀ ਬੰਦਗੀ ਕਰਕੇ, ਵਾਹਿਗੁਰੂ ਜੀ ਦਾ ਸਿਮਰਨ ਕਰਕੇ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰ ਲੈਂਦੇ ਨੇ, ਸਤਿਗੁਰੂ ਜੀ ਦੀ ਭੇਦਤਾ ਪਾਉਂਦੇ ਨੇ। ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਉਹਨਾਂ ਦੇ ਹਿਰਦੇ ਦੇ ਅੰਦਰ ਸਾਖਿਆਤਕਾਰਤਾ ਪ੍ਰਮਾਤਮਾ ਜੀ ਦੀ ਜੋਤ, ਸਤਿਗੁਰੂ ਜੀ ਦੀ ਜੋਤ ਪ੍ਰਗਟ ਹੋ ਆਉਂਦੀ ਜਦੋਂ ਹਿਰਦੇ ਦੇ ਅੰਦਰ ਨਾ, ਫਿਰ ਉਹ ਮੁਕਤੀ ਦੇ ਦਾਤੇ ਬਣ ਜਾਂਦੇ ਨੇ। ਦੁਨੀਆ ਦੇ ਦਾਤੇ ਸੋਨਾ ਦਾਨ ਦੇ ਸਕਦੇ ਨੇ, ਭੋਜਨ ਦਾਨ ਦੇ ਸਕਦੇ ਨੇ, ਬਸਤਰ ਦਾਨ ਦੇ ਸਕਦੇ ਨੇ, ਪਰ ਜਿਵੇਂ ਬਾਦਸ਼ਾਹ ਕਹਿੰਦਾ ਮੈਂ ਮੁਕਤੀ ਨਹੀਂ ਦੇ ਸਕਦਾ, ਇਹ ਦੁਨੀਆ ਦੇ ਬਾਦਸ਼ਾਹ, ਦੁਨੀਆ ਦੇ ਦਾਨੀ ਮੁਕਤੀ ਨਹੀਂ ਦੇ ਸਕਦੇ। ਤੇ ਜਿਹੜੇ ਸਤਿਗੁਰੂ ਜੀ ਦੇ ਪਿਆਰੇ ਨੇ, ਮਹਾਂਪੁਰਖ ਨੇ, ਇਹਨਾਂ ਦੀ ਸੰਗਤ ਕਰਨੇ ਦੇ ਨਾਲ ਹੀ ਸਹਜੇ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਇਸੇ ਪ੍ਰਕਾਰ ਦੁਨੀਆ ਦੇ ਜਿਹੜੇ ਬਾਦਸ਼ਾਹ ਤੇ ਦਾਨੀ ਨੇ, ਪਦਾਰਥਾਂ ਦਾ ਦਾਨ ਦੇ ਸਕਦੇ ਨੇ, ਪਰ ਕਿਸੇ ਨੂੰ ਬ੍ਰਹਮ ਗਿਆਨ ਦਾ ਦਾਨ ਨਹੀਂ ਦੇ ਸਕਦੇ, ਕਿਉਂਕਿ ਆਪ ਨੂੰ ਵੀ ਪ੍ਰਾਪਤ ਨਹੀਂ। ਬ੍ਰਹਮ ਗਿਆਨ ਸਮਦਾਨ ਨ ਹੈ, ਬ੍ਰਹਮ ਗਿਆਨ ਤੋਂ ਵੱਡਾ ਕੋਈ ਵੀ ਦਾਨ ਨਹੀਂ। ਤੇ ਜਿਹੜੇ ਪ੍ਰਮਾਤਮਾ ਜੀ ਦੇ ਪਿਆਰੇ ਨੇ ਨਾ, ਇਹ ਬ੍ਰਹਮ ਗਿਆਨ ਦਾ ਦਾਨ ਦੇ ਦਿੰਦੇ ਨੇ। ਕਹਿਣ ਤੋਂ ਭਾਵ ਜਿਹੜੇ ਉੱਤਮ ਜਗਿਆਸੂ ਨੇ, ਤਿੰਨਾਂ ਨੂੰ ਵੀ ਆਪਣੀ ਸੰਗਤ ਦੇ ਨਾਲ ਮੇਲ ਕਰਕੇ, ਨਾਮ ਜਪਾ ਕਰਕੇ ਬ੍ਰਹਮ ਗਿਆਨੀ ਬਣਾ ਦਿੰਦੇ ਨੇ। ਕਿੰਨਿਆਂ ਸੰਤਾਂ ਭਗਤਾਂ ਮਹਾਂਪੁਰਖਾਂ ਦਾ ਜੀਵਨ ਦੇਖੋ, ਜਿਹੜੇ ਉਹਨਾਂ ਦੇ ਸੇਵਾਦਾਰ, ਸੇਵਾ ਕਰਨੇ ਵਾਲੇ ਹੋਏ, ਤਿੰਨਾਂ ਨੂੰ ਵੀ ਗਿਆਨ ਬਖਸ਼ ਦਿੱਤਾ, ਭਾਵ ਬ੍ਰਹਮ ਗਿਆਨ ਬਖਸ਼ ਦਿੱਤਾ। ਹਜ਼ੂਰ ਫਰਮਾਵਣਾ ਕਰਦੇ ਨੇ, ਕੁੱਲ ਦੁਨੀਆ ਪ੍ਰਿਥਵੀ ਮੰਡਲ ਸੰਸਾਰ ਦੇ ਅੰਦਰ ਉਨ ਸਮਸਰ ਅਵਰ ਨਾ ਦਾਤੇ। ਜਿਹੜੇ ਨਾਮ ਦੇ ਰਸੀਏ ਨੇ, ਜਿਨ੍ਹਾਂ ਦੀ ਸੰਗਤ ਕਰਕੇ ਹੀ ਚੁੱਤ ਸੁਖ ਤੇ ਆਤਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਬ੍ਰਹਮ ਗਿਆਨ ਦੇ ਦਾਤੇ ਨੇ। ਤਿੰਨ ਐਸੇ ਸੰਤਾਂ ਦੇ ਸਦਰਸ਼ ਕੁੱਲ ਦੁਨੀਆ ਦੇ ਅੰਦਰ ਕੋਈ ਵੀ ਹੋਰ ਨਹੀਂ ਹੈ, ਕੋਈ ਹੋਰ ਵੱਡਾ ਦਾਨੀ ਦਾਤਾ ਨਹੀਂ ਹੈ। ਜਗਤ ਉਦਾਹਰਣ ਸੇ ਆਏ। ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ, ਐਸੇ ਜਿਹੜੇ ਨਾਮ ਦੇ ਰਸੀਏ ਨੇ ਨਾ, ਉਹ ਤੇ ਜਗਤ ਦੇ ਜੀਵਾਂ ਨੂੰ ਡੁੱਬਦੇ ਹੋਏ ਸੰਸਾਰ ਸਾਗਰ ਤੋਂ ਕੱਢਣ ਵਾਸਤੇ, ਬਚਾਉਣ ਵਾਸਤੇ ਵਾਹਿਗੁਰੂ ਜੀ ਦੇ ਭੇਜੇ ਹੋਏ ਆਏ ਹਨ। ਵਾਹਿਗੁਰੂ ਜੀ ਨੇ ਜੋ ਡਿਊਟੀਆਂ, ਸੇਵਾਵਾਂ ਲਗਾਈਆਂ ਨੇ, ਉਹ ਸੇਵਾਵਾਂ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਪੂਰੀਆਂ ਕਰਨ ਵਾਸਤੇ ਆਏ ਨੇ, ਆਪ ਜੰਮਣ ਮਰਨ ਵਿੱਚ ਨਹੀਂ ਨੇ। ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਅਦਾਨ ਦੇ ਭਗਤੀ ਲਾਏ, ਨ ਹਰਿ ਸਿਓ ਲੈਨ ਮਿਲਾਏ। ਸੰਸਾਰ ਦੇ ਜੀਵਾਂ ਨੂੰ ਹੀ ਤਾਰਨ ਵਾਸਤੇ ਆਏ ਹਨ, ਆਤਮ ਉਪਦੇਸ਼ ਦੇ ਕਰਕੇ। ਜੋ ਜਨ ਦਰਸ ਪਿਆਸਾ। ਮਹਾਰਾਜ ਚਾਹਤ ਹਿਰਦੇ ਅੰਦਰ ਰੱਖਦੇ ਨੇ ਪਿਆਰਿਓ। ਮੰਨੋ ਉਹ ਜਗਤ ਦੇ ਜੀਵਾਂ ਨੂੰ ਸੰਸਾਰ ਸਾਗਰ ਤੋਂ ਉਧਾਰਨ ਵਾਸਤੇ, ਤਾਰਨ ਵਾਸਤੇ ਹੀ ਆਏ ਹਨ। ਉਨਕੀ ਸ਼ਰਨ ਪਰੈ ਸੋ ਤਰਿਆ। ਜਿਹੜਾ ਵੀ ਉਹਨਾਂ ਦੀ ਸ਼ਰਨ ਦੇ ਵਿੱਚ ਪੈ ਜਾਂਦਾ ਹੈ, ਸੰਗਤ ਵਿੱਚ ਆ ਜਾਂਦਾ ਹੈ, ਉਹ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਸੰਤ ਸੰਗ ਪੂਰਨ ਆਸਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਹੋਰ ਵੀ ਕੰਮ ਕਾਰਜ ਕਰਨੇ ਹੁੰਦੇ ਨੇ, ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਐਸੇ ਪਿਆਰਿਆਂ ਦੇ ਸੰਤਾਂ ਦੀ ਸੰਗਤ ਵਿੱਚ ਆ ਕਰਕੇ ਨਾਮ ਨੂੰ ਜਪਣਾ ਕਰੀਏ ਤੇ ਪੂਰਨ ਆਸਾ, ਸਾਰੀਆਂ ਹੀ ਆਸਾਂ ਪੂਰਨ ਹੋ ਜਾਂਦੀਆਂ ਨੇ, ਕੰਮ ਵੀ ਪੂਰਨ ਹੋ ਜਾਂਦੇ ਨੇ, ਕਾਰਜ ਵੀ ਅਧੂਰਾ ਨਹੀਂ ਰਹਿੰਦਾ, ਕਿਉਂਕਿ ਐਸੇ ਪਿਆਰਿਆਂ ਦੀ ਸੰਗਤ ਵਿੱਚ ਮਿਲ ਕਰਕੇ ਜਪਣਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਤੇ ਪਰਮ ਪਿਤਾ ਪਰਮਾਤਮਾ ਜੀ ਆਪਣੇ ਸੰਤ ਦੇ ਸੰਗੀ ਜਾਣ ਕਰਕੇ ਤਿੰਨਾਂ ਦੇ ਕਾਰਜ ਸਹਿਜੇ ਹੀ ਸਵਾਰ ਦਿੰਦੇ ਨੇ। ਥਿਰ ਘਰ ਬੈ ਸਹੁ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਾਰੇ ਕਾਰਜ ਪੂਰੇ ਹੋ ਜਾਂਦੇ ਨੇ, ਸ਼ੁਭ ਆਸਾਵਾਂ ਪੂਰੀਆਂ ਹੋ ਜਾਂਦੀਆਂ ਹਨ, ਮਨ ਦੀਆਂ ਚਿਤਵਨੀਆਂ ਹੀ ਪੂਰੀਆਂ ਹੋ ਜਾਂਦੀਆਂ ਨੇ। ਤਾ ਕੈ ਚਰਨ ਪਰਉ ਤਾਂ ਜੀਵਾ। ਐਸੇ ਮਹਾਤਮਾ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਕਰਕੇ ਪੈਣਾ ਕਰੀਏ ਨਾ, ਤੇ ਪਿਆਰਿਓ ਫਿਰ ਆਤਮ ਜੀਵਨ ਹੁੰਦਾ ਹੈ, ਤਾਂ ਸਦਾ ਜੀਵਨ ਹੁੰਦਾ ਹੈ, ਰੂਹਾਨੀਅਤ ਦਾ ਜੀਵਨ, ਸੱਚਾ ਜੀਵਨ ਜਿਹੜਾ ਪ੍ਰਾਪਤ ਹੁੰਦਾ ਹੈ। ਜਨ ਕੈ ਸੰਗ ਨਿਹਾਲਾ। ਐਸੇ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸੰਗਤ ਕਰਨੇ ਦੇ ਨਾਲ ਜੀਵ ਨਿਹਾਲਾ, ਨਿਹਾਲ ਹੋ ਜਾਂਦਾ ਹੈ। ਨਿਹਾਲ ਦਾ ਆਖਰੀ ਅਰਥ ਹੈ ਦੁੱਖਾਂ ਤੋਂ ਰਹਿਤ ਹੋਣਾ। ਜਿਹੜੇ ਮਾਇਆ ਦੇ ਬੰਧਨ ਦੁੱਖ ਰੂਪ ਨੇ, ਵਿਕਾਰਾਂ ਦੇ ਬੰਧਨ ਦੁੱਖ ਰੂਪ ਨੇ, ਸੰਤਾਂ ਦਾ ਸੰਗੀ ਇਹਨਾਂ ਬੰਧਨਾਂ ਤੋਂ ਤੇ ਮੁਕਤ ਹੋ ਜਾਂਦਾ ਹੈ। ਨਿਹਾਲਾ ਜੰਮਣ ਮਰਨ ਤੋਂ ਵੀ ਰਹਿਤ ਹੋ ਜਾਂਦਾ ਹੈ। ਜੰਮਣ ਮਰਨ ਦੇ ਦੁੱਖ ਉਸਦੇ ਕੱਟੇ ਜਾਂਦੇ ਹਨ ਜੀ। ਭਗਤਨ ਕੀ ਰੇਣ ਹੋਏ ਮਨ ਮੇਰਾ। ਤੇ ਹਜ਼ੂਰ ਫਰਮਾਉਂਦੇ ਨੇ, ਇਸ ਕਰਕੇ ਵਾਹਿਗੁਰੂ ਜੀ ਤੋਂ ਦਾਤ ਮੰਗਦੇ ਰਹਿਣਾ, ਸੱਚੇ ਪਾਤਸ਼ਾਹ ਕਿਰਪਾਲਤਾ ਕਰੋ, ਸਾਡਾ ਜਿਹੜਾ ਇਹ ਮਨ ਹੈ ਨਾ, ਆਪ ਜੀ ਦੇ ਭਗਤ ਜਨਾਂ ਦੇ ਚਰਨਾਂ ਦੀ ਸਦਾ ਚਰਨ ਧੂੜੀ ਬਣਿਆ ਰਵੇ। ਭਾਵ ਸਹਿਤ ਨਿਮਰਤਾ ਦੇ ਤਿੰਨਾਂ ਦੀ ਸੇਵਾ ਵਿੱਚ ਲੱਗ ਕਰਕੇ ਸੰਗਤ ਕਰਦੇ ਰਹੀਏ। ਹੋ
ਹੋ ਪ੍ਰਭੂ ਕਿਰਪਾਲਾ। ਤੇ ਐਵੇਂ ਬੇਨਤੀ ਕਰਨੀ ਹੈ, ਪ੍ਰਭੂ ਜੀ ਸ਼ੁੱਧ ਭੂਮਾ ਸਰੂਪ ਪ੍ਰਭੂ ਜੀ ਹੋ ਕਿਰਪਾਲਾ, ਸਾਡੇ ਤੇ ਕਿਰਪਾਲਤਾ ਕਰੋ, ਸਾਡੇ ਤੇ ਮਿਹਰ ਕਰੋ, ਸਾਡੇ ਤੇ ਤਰਸ ਕਰੋ। ਤੇ ਸੱਚੇ ਪਾਤਸ਼ਾਹ ਤਰਸ ਕਰਕੇ ਸਾਨੂੰ ਸੰਤ ਜਨਾਂ ਦੀ ਚਰਨ ਰੇਣ ਬਣਾ ਦੇਵੋ, ਅਥਵਾ ਚਰਨ ਧੂੜੀ ਬਖਸ਼ਿਸ਼ ਕਰਨਾ ਕਰੋ। ਰਾਜ ਜੋਬਨ ਅਵਧ ਜੋ ਦੀਸੈ। ਤੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੁਨੀਆ ਤੇ ਹੋਰ ਵੀ ਤੇ ਇੰਨੇ ਪਦਾਰਥ ਨੇ, ਸਰੀਰ ਦੀ ਤੰਦਰੁਸਤੀ ਹੈ, ਸੰਬੰਧੀਆਂ ਦਾ ਮੋਹ ਹੈ, ਘਰ ਵਿੱਚ ਔਲਾਦ ਦੀ ਪ੍ਰਾਪਤੀ ਹੈ, ਜੋਬਨ ਜਵਾਨੀ ਹਰ ਕਿਸੇ ਨੂੰ ਪਿਆਰੀ ਹੁੰਦੀ, ਜੇ ਮੈਂ ਬੁੱਢਾ ਨਾ ਹੋ ਜਾਵਾਂ। ਤੇ ਰਾਜ ਭਾਗ ਵਾਸਤੇ ਤਾਂ ਸੈਂਕੜੇ ਜਾਨਾਂ ਕੁਰਬਾਨ, ਹਜ਼ਾਰਾਂ ਲੱਖਾਂ ਬੰਦੇ ਮਾਰ ਦਿੱਤੇ ਜਾਂਦੇ ਨੇ, ਸਾਹਮਣੇ ਵਾਲੇ ਦੇ ਕੇ ਰਾਜਾ ਮੈਂ ਬਣਨਾ। ਦੁਨੀਆ ਦੇ ਅੰਦਰ ਧਨ ਹੈ, ਜੋਬਨ ਹੈ, ਜਵਾਨੀ ਹੈ, ਰਾਜ ਭਾਗ ਹੈ। ਮਹਾਰਾਜ ਇਹ ਚੀਜ਼ਾਂ ਨਹੀਂ ਮੰਗੀਆਂ, ਸਾਨੂੰ ਸੰਤਾਂ ਦੀ ਚਰਨ ਧੂੜ ਮੰਗਣਾ ਸਿਖਾਉਂਦੇ ਹੋ। ਇਸ ਦਾ ਕਾਰਨ ਭੇਦ ਕੀ ਹੈ, ਰਾਜ ਕੀ ਹੈ? ਤੇ ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਨੇ, ਸਿੱਖੋ ਦੁਨੀਆ ਦੇ ਅੰਦਰ ਜੋ ਕੁਝ ਵੀ ਨਜ਼ਰ ਆਉਂਦਾ, ਚਾਹੇ ਉਹ ਰਾਜ ਭਾਗ ਹੈ, ਚਾਹੇ ਉਹ ਜੋਬਨ ਜਵਾਨੀ ਹੈ, ਚਾਹੇ ਅਵਧ ਉਮਰ ਹੈ, ਜੋ ਦਿਸੈ, ਜੋ ਵੀ ਨਜ਼ਰ ਆਉਂਦਾ ਹੈ, ਧਨ ਪਦਾਰਥ, ਕਿਲੇ, ਧਰਤੀ, ਭੂਮੀ, ਇਥੋਂ ਤੱਕ ਕਿ ਚੰਦ ਤੇ ਸੂਰਜ, ਇਹ ਵੀ ਘਟ ਰਹੇ ਨੇ, ਇਹਨਾਂ ਦੀ ਵੀ ਉਮਰ ਘਟ ਰਹੀ ਹੈ। ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਵੀ ਕਥਨ ਕੀਤਾ, ਸਾਇੰਟਿਸਟ ਵੀ ਮੰਨਦੇ ਨੇ ਸੂਰਜ ਬੁੱਢਾ ਹੋ ਰਿਹਾ ਹੈ, ਇੱਕ ਦਿਨ ਸਾਰੀਆਂ ਗੈਸਾਂ ਠੰਡੀਆਂ ਹੋ ਜਾਣਗੀਆਂ, ਸੂਰਜ ਠੰਡਾ ਹੋ ਜਾਵੇਗਾ, ਤਪਸ਼ ਨਹੀਂ ਰਹੇਗੀ, ਸਾਇੰਟਿਸਟ ਵੀ ਮੰਨਦੇ ਨੇ। ਹਜ਼ੂਰ ਫਰਮਾਉਂਦੇ ਨੇ, ਜੋ ਕੁਝ ਵੀ ਨਜ਼ਰ ਆਉਂਦਾ ਹੈ, ਚਾਹੇ ਸਰੀਰ ਦੀ ਉਮਰ ਆਏ, ਚਾਹੇ ਖਾਣ ਵਾਲੇ ਪਦਾਰਥ ਨੇ, ਚਾਹੇ ਲਏ ਜਾਣ ਵਾਲੇ ਸਵਾਸ ਨੇ, ਚਾਹੇ ਜੋਬਨ ਜਵਾਨੀ ਹੈ, ਤੇ ਚਾਹੇ ਰਾਜ ਭਾਗ ਹੈ, ਸਭ ਕੁਝ ਹੀ ਦੁਨੀਆ ਤੋਂ ਘਟਦਾ ਹੀ ਜਾ ਰਿਹਾ ਹੈ। ਸਭ ਕਿਛ ਜੁਗ ਮਹਿ ਘਾਟਿਆ। ਇਸ ਯੁੱਗ ਮੈਂ ਹੈ, ਕਲਯੁਗ ਦੇ ਸਮੇਂ ਵਿੱਚ ਸਭ ਕੁਝ ਘਟਦਾ ਜਾ ਰਿਹਾ ਹੈ। ਜੀ ਕਲਯੁਗ ਦੇ ਸਮੇਂ ਵਿੱਚ ਹੀ ਕਿਉਂ ਆਖਿਆ, ਪਹਿਲਾਂ ਨਹੀਂ ਸੀ ਘਟਦਾ? ਤੇ ਹਜ਼ੂਰ ਫਰਮਾਉਂਦੇ ਨੇ, ਪਿਆਰਿਓ ਸਤਜੁਗ ਦੇ ਵਿੱਚ ਲੱਖ ਵਰਿਆ ਦੀ ਆਰਜਾ, ਕੋਠੇ ਕੋਟ ਨਾ ਮੰਡਪ ਸਾਜੇ, ਲੱਖ ਲੱਖ ਸਾਲ ਦੀ ਉਮਰ ਹੁੰਦੀ ਸੀ। ਤੇ ਉਸ ਸਮੇਂ ਜੇ ਚੌਥਾ ਹਿੱਸਾ ਵੀ ਜਵਾਨੀ ਮੰਨ ਲਈਏ, ਜ਼ਿੰਦਗੀ ਦਾ ਪਹਿਲਾ ਹਿੱਸਾ ਜਿਹੜਾ ਹੈ ਇਹ ਬਚਪਨ ਅਵਸਥਾ, ਫਿਰ ਕਿਸ਼ੋਰ ਅਵਸਥਾ, ਫਿਰ ਜਵਾਨੀ ਦੀ ਅਵਸਥਾ ਹੁੰਦੀ ਹੈ। ਇਸੇ ਪ੍ਰਕਾਰ ਫਿਰ ਜਵਾਨੀ ਜਿਸ ਵੇਲੇ ਢਲਦੀ ਹੈ ਤੇ ਪ੍ਰੌਢਿਆ ਅਵਸਥਾ ਹੁੰਦੀ ਹੈ, ਫਿਰ ਬੁਢਾਪਾ ਆਉਂਦਾ ਹੈ। ਤੇ ਜੇ ਚੌਥਾ ਹਿੱਸਾ ਜਵਾਨੀ ਮੰਨ ਲਈਏ ਤੇ ਲੱਖ ਸਾਲ ਦੇ ਵਿੱਚੋਂ 25,000 ਸਾਲ ਜਵਾਨੀ ਰਹਿੰਦੀ ਸੀ। ਤੇ ਕਲਯੁਗ ਦੇ ਸਮੇਂ 'ਚ ਸਭ ਕੁਝ ਯੁੱਗ ਮਹਿ ਘਾਟਿਆ, ਕਲਯੁਗ ਦੇ ਸਮੇਂ 'ਚ ਘਟ ਗਿਆ, ਸਭ ਕੁਝ ਯੁੱਗ ਮਹਿ ਘਾਟਿਆ, ਆਪੋ ਆਪਣੇ ਯੁੱਗਾਂ ਅਨੁਸਾਰ ਵੀ ਘਟਿਆ। ਤ੍ਰੇਤੇ ਯੁੱਗ ਦੇ ਵਿੱਚ 10ਵਾਂ ਹਿੱਸਾ ਉਮਰ ਰਹਿ ਗਈ, 10,000 ਸਾਲ ਉਮਰ ਘਟ ਗਈ। ਜਿੱਥੇ ਉਮਰ ਘਟੀ ਸੀ ਉੱਥੇ ਜੋਬਨ ਜਵਾਨੀ ਵੀ ਘਟ ਗਈ। ਚੌਥਾ ਹਿੱਸਾ ਮੰਨੀਏ ਤੇ 2,500 ਸਾਲ ਰਹਿ ਗਈ। ਸਭ ਕੁਝ ਯੁੱਗ ਮਹਿ ਘਾਟਿਆ। ਫਿਰ ਜਦੋਂ ਯੁੱਗ ਬਦਲਿਆ, ਦੁਆਪਰ ਯੁੱਗ ਆਇਆ, 10,000 ਤੋਂ ਉਮਰਾਂ ਸਿਰਫ 1,000 ਸਾਲ ਰਹਿ ਗਈ। ਤੇ 1000 ਸਾਲ ਦੇ ਵਿੱਚੋਂ ਵੀ ਜੇਕਰ ਜੋਬਨ ਜਵਾਨੀ ਦੇਖਣਾ ਕਰੀਏ ਤੇ ਘਟ ਕਰਕੇ ਚੌਥਾ ਹਿੱਸਾ ਰਹਿ ਗਈ, 250 ਸਾਲ ਰਹਿ ਗਈ। ਤੇ ਸਭ ਕੁਝ ਯੁੱਗ ਮਹਿ ਘਾਟਿਆ। ਜਦੋਂ ਯੁੱਗ ਬਦਲਿਆ, ਕਲਯੁੱਗ ਦਾ ਸਮਾਂ ਆਇਆ ਤੇ ਉਮਰਾਂ ਬਦਲ ਕੇ ਘਟ ਕਰਕੇ ਰਹਿ ਗਈ 100 ਸਾਲ। ਤੇ ਹੁਣ 100 ਸਾਲ ਵੀ ਕਿਸੇ ਵਿਰਲੇ ਦੀ ਪੂਰੀ ਹੁੰਦੀ ਹੈ, 100 ਸਾਲ ਸਾਰੇ ਤੇ ਨਹੀਂ ਨਾ ਜਿਉਂਦੇ। ਤੇ ਜੇ ਤਾਂ ਵੀ 100 ਸਾਲ ਮੰਨ ਲਈਏ ਤੇ ਜੋਬਨ ਕਿਤਨਾ ਸਮਾਂ ਰਹਿ ਗਿਆ, ਬਚਿਆ ਕੇਵਲ 25 ਸਾਲ। ਤੇ ਹਜ਼ੂਰ ਫਰਮਾਉਂਦੇ ਨੇ, ਜਿਤਨਾ ਕੁਝ ਵੀ ਨਜ਼ਰ ਆਉਂਦਾ ਹੈ, ਜਿਸ ਜਵਾਨੀ ਨੂੰ ਸੰਸਾਰ ਚੰਗਾ ਮੰਨਦਾ ਹੈ, ਯੁੱਗਾਂ ਅਨੁਸਾਰ ਵੀ ਘਟਦਾ ਹੀ ਜਾਂਦਾ ਹੈ। ਤੇ ਹੁਣ ਤੇ ਰੋਗਾਂ ਬਿਮਾਰੀਆਂ ਨੇ ਬਹੁਤਾ ਹੀ ਘਟਾ ਦਿੱਤਾ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਇੱਕ ਪਰਮੇਸ਼ਰ ਜੀ ਦੇ ਨਾਮ ਤੋਂ ਬਿਨਾ, ਪਿਆਰਿਆਂ ਦੀ ਸੰਗਤ ਤੋਂ ਬਿਨਾ ਜੋ ਕੁਝ ਵੀ ਸੰਸਾਰ ਦੇ ਅੰਦਰ ਨਜ਼ਰ ਆਉਂਦਾ ਹੈ ਉਹ ਸਭ ਕੁਝ ਘਟਦਾ ਹੀ ਘਟਦਾ ਜਾ ਰਿਹਾ ਹੈ। ਜਿੰਨੇ ਸਵਾਸ ਲਏ ਸੀ ਯੁੱਗ ਵਿੱਚ, ਦੁਨੀਆ ਦੇ ਅੰਦਰ ਲੱਖ ਆ ਕਰਕੇ ਜਿਉਣਾ ਕੀਤਾ ਹੈ, 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ। ਜਿਸ ਬੰਦੇ ਨੂੰ ਇਤਨਾ ਘਾਟਾ, ਸੋ ਬੰਦਾ ਕਿਉਂ ਜੀਵੇ। 24,000 ਸਵਾਸ ਹਰ ਦਿਨ ਘਟਦੇ ਹੀ ਜਾ ਰਹੇ ਨੇ। ਮਹਾਰਾਜ ਕਿਵੇਂ ਘਟ ਰਹੇ ਨੇ? ਤੇ ਲੌਕਿਕ ਪ੍ਰਮਾਣ ਵੀ ਹੈ ਨਾ, ਗ੍ਰੰਥਕਾਰ ਲਿਖਣਾ ਕਰਦੇ ਨੇ, ਬੈਸਤ 12 ਚਲਤ 18 ਸੋਵਤ ਚਾਲਤ 30 ਮੈਥੁਨ ਕਰਤੇ 64 ਚਾਲਾ, ਕਿਉਂ ਨਾ ਭਜੈ ਜਗਦੀਸ਼। ਬੈਠ ਕਰਕੇ ਨਾਮ ਕਿਉਂ ਜਪਿਆ ਜਾਂਦਾ ਹੈ? ਬੈਠ ਕਰਕੇ ਬੈਠੇ ਸਮੇਂ 1 ਮਿੰਟ ਦੇ ਵਿੱਚ ਜਿਹੜਾ ਇਨਸਾਨ ਹੈ ਲਗਭਗ 12 ਸਵਾਸ ਲੈਂਦਾ ਹੈ। ਤੇ ਜਦੋਂ ਤੁਰਦਾ ਹੈ ਖੂਨ ਦਾ ਸਰਕਲ ਵੀ ਤੇਜ਼ ਹੋ ਜਾਂਦਾ ਹੈ, ਸਵਾਸ ਵੀ ਤੇਜ਼ ਹੋ ਜਾਂਦੇ ਨੇ। ਜਦੋਂ ਤੁਰਦਾ ਤੇ 1 ਮਿੰਟ ਵਿੱਚ 18 ਸਾਹ ਲੈਂਦਾ ਹੈ। ਤੇ ਜਦੋਂ ਸੌਂਦਾ ਹੈ ਉਦੋਂ ਸਵਾਸਾਂ ਦੀ ਗਤੀ ਤੇਜ਼ ਹੋ ਜਾਂਦੀ ਹੈ। ਸੋਵਤ ਚਾਲਤ 30, ਜਦੋਂ ਸੌਂਦਾ ਹੈ ਤੇ 1 ਮਿੰਟ ਦੇ ਵਿੱਚ ਲਗਭਗ 30 ਸਾਹ ਲੈਂਦਾ ਹੈ ਮਨੁੱਖ।
ਤਾਂ ਹੀ ਸਿਆਣੇ ਕਹਿ ਦਿੰਦੇ ਘੱਟ ਸੌਣਾ ਚਾਹੀਦਾ, ਸੌਣ ਦੇ ਨਾਲ ਉਮਰ ਘੱਟਦੀ ਹੈ, ਕਿਉਂਕਿ ਸਵਾਸ ਬੜੇ ਤੇਜ਼ ਹੋ ਜਾਂਦੇ ਨੇ। ਮੈਥੁਨ ਕਰਤੇ, ਸਰੀਰਾਂ ਦੀ ਸੰਗਤ ਕਰਦੇ ਆ, ਗ੍ਰਸਥ ਇਤਿਆਦਿਕ ਵਿਵਹਾਰ ਕਰਦੇ ਆ, ਕੁਕਰਮ ਕਰਦੇ ਆ, 1 ਮਿੰਟ ਦੇ ਵਿੱਚ 64 ਸਵਾਸ ਸਰੀਰ ਚੋਂ ਨਿਕਲਦੇ ਨੇ। ਭਾਈ 12 ਦੀ ਸੰਗਿਆ, 18 ਦੀ ਸੰਗਿਆ, 30 ਦੀ ਸੰਗਿਆ, 64 ਦੀ ਸੰਗਿਆ ਕਰਕੇ ਤੇਰੇ ਸਰੀਰ ਚੋਂ ਸਵਾਸ ਘਟਦੇ ਜਾਂਦੇ ਨੇ, ਨਿਕਲਦੇ ਜਾਂਦੇ ਨੇ। ਕਿਉਂ ਨਾ ਭਜੈ ਜਗਦੀਸ਼, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਿਉਂ ਨਹੀਂ ਕਰਦਾ? ਜਗਤ ਦੇ ਈਸ਼ ਮਾਲਕ ਦੇ ਨਾਮ ਨੂੰ ਕਿਉਂ ਨਹੀਂ ਜਪਦਾ? ਦੁਨੀਆ ਦੇ ਵਿੱਚ ਜਿਤਨਾ ਕੁਝ ਵੀ ਨਜ਼ਰ ਆਉਂਦਾ, ਸਰੀਰ ਘਟ ਰਹੇ ਨੇ, ਸਵਾਸ ਘਟ ਰਹੇ ਨੇ, ਜਵਾਨੀ ਘਟ ਰਹੀ ਹੈ, ਰਾਜ ਘਟ ਰਹੇ ਨੇ। ਸਤਜੁਗ ਦੇ ਸਮੇਂ ਵਿੱਚ ਜ਼ਿਕਰ ਆਉਂਦਾ ਹੈ ਕਿ ਭਗਤ ਧਰੂ ਜੀ ਨੇ 36,000 ਵਰੇ ਦਾ ਅਟਲ ਰਾਜ ਕੀਤਾ ਹੈ, ਤੇ ਅੱਜ ਦੇ ਸਮੇਂ 'ਚ ਹੈ ਜਿਹੜਾ ਕੋਈ 36,000 ਵਰੇ ਦਾ? 36 ਸਾਲਾਂ ਦਾ ਵੀ ਨਹੀਂ ਹੋਣਾ। ਨਾ ਉਮਰਾਂ ਰਹਿਣੀ, ਨਾ ਰਾਜ ਰਹਿਣੀ ਹੈ। ਜਪ ਦੇ ਬਲ ਕਰਕੇ, ਤਪ ਦੇ ਬਲ ਕਰਕੇ ਉਮਰਾਂ ਵੀ ਵੱਧਦੀ ਸੀ ਤੇ ਰਾਜ ਭਾਗ ਵੀ ਵੱਧਦੇ ਸੀ। ਹੁਣ ਜਪ ਤਪ ਵੀ ਘਟ ਰਿਹਾ ਤੇ ਉਮਰਾਂ ਵੀ ਘਟ ਰਹੀ ਤੇ ਰਾਜ ਭਾਗ ਵੀ ਘਟ ਰਿਹਾ ਤੇ ਸਭ ਕੁਝ ਹੀ ਘਟ ਰਿਹਾ, ਉਹਨਾਂ ਦਾ ਫਲ ਵੀ ਘਟ ਰਿਹਾ। ਸਤਿਗੁਰੂ ਜੀ ਫਰਮਾਉਂਦੇ ਨੇ ਦੁਨੀਆ ਦੇ ਅੰਦਰ ਜਿਤਨਾ ਕੁਝ ਵੀ ਨਜ਼ਰ ਆਉਂਦਾ ਸਭ ਕੁਝ ਦਿਨ ਪ੍ਰਤੀ ਦਿਨ ਘਟਦਾ ਹੀ ਘਟਦਾ ਜਾ ਰਿਹਾ ਹੈ। ਨਾਮ ਨਿਧਾਨ ਸਦ ਨਵਤਨ ਨਿਰਮਲ, ਕੇਵਲ ਤਾਂ ਇਹ ਕੇਵਲ ਇੱਕ ਨਾਮ ਰੂਪੀ ਖਜ਼ਾਨਾ ਜਿਹੜਾ ਸਦ ਸਦੀਵ ਰਹਿਣ ਵਾਲਾ, ਸਥਿਰਤਾ ਵਾਲਾ, ਨਵਤਨ ਨਿਤਾ ਪ੍ਰਤੀ ਨਿਤ ਨਵਾਂ ਹੈ, ਘਟਦਾ ਨਹੀਂ ਤੇ ਨਿਰਮਲ ਉਜਲ ਹੈ। ਮਹਾਰਾਜ ਘਟਦਾ ਕਿਉਂ ਨਹੀਂ? ਖਾਵਾਹੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਮੂਲ ਨਾ ਜਾਈ ਨਖੁੱਟ ਨਾ ਜਾਈ ਮੂਲ। ਇਹ ਮੂਲੋਂ ਮੁੱਢੋਂ ਹੀ ਕਦੇ ਨਖੁੱਟਦਾ ਨਹੀਂ। ਵਾਹਿਗੁਰੂ ਜੀ ਦਾ ਐਸਾ ਅਤੁੱਟ ਭੰਡਾਰਿਆ, ਅਤੁੱਟ ਭੰਡਾਰੇ ਨਾਮ ਦੇ ਭਰੇ ਨੇ। ਸਾਹਿਬ ਜੀ ਫਰਮਾਉਂਦੇ ਨੇ ਜਿੰਨਾ ਕੁਝ ਦੁਨੀਆ 'ਚ ਨਜ਼ਰ ਆਉਂਦਾ ਸਭ ਕੁਝ ਘਟਦਾ ਹੈ। ਇੱਕ ਨਾਮ ਦਾ ਖਜ਼ਾਨਾ ਐਸਾ ਜਿਹੜਾ ਨਵ ਤਿੰਨ ਹਰ ਰੋਜ਼ ਨਿਤਾ ਪ੍ਰਤੀ, ਉਜਲ ਖਜ਼ਾਨਾ ਨਿਤਾ ਪ੍ਰਤੀ ਭਗਤ ਜਨਾਂ ਦੇ, ਸੰਤ ਜਨਾਂ ਦੇ ਹਿਰਦੇ ਦੇ ਅੰਦਰ ਵੱਧਦਾ ਹੀ ਵੱਧਦਾ ਜਾਂਦਾ ਹੈ। ਸਿਮਰਨ ਭਜਨ ਦੇ ਨਾਲ, ਸਿਮਰਨ ਭਜਨ ਦੀ ਜਿਹੜੀ ਕਮਾਈ ਹੈ ਉਹ ਵੱਧਦੀ ਹੀ ਜਾਂਦੀ ਹੈ। ਇਹੋ ਨਾਨਕ ਹਰ ਧਨ ਖਾਟਿਆ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਸੰਤ ਜਨਾਂ ਨੇ ਇਹ ਨਾਮ ਰੂਪੀ ਧਨ ਆਪਣੇ ਜੀਵਨ ਦੇ ਅੰਦਰ ਖਾਟਿਆ, ਖੱਟਿਆ ਹੈ, ਕਮਾਇਆ ਹੈ ਤੇ ਨਾਮ ਰੂਪੀ ਧਨ ਸਦਾ ਹੀ ਵੱਧਦਾ ਹੈ। ਇਸ ਕਰਕੇ ਦੁਨੀਆ ਦਾ ਰਾਜ ਭਾਗ, ਜੋਬਨ, ਜਵਾਨੀ ਨਹੀਂ ਮੰਗਦੇ। ਸੰਤ ਜਨ ਵਾਹਿਗੁਰੂ ਜੀ ਦੀ ਬੰਦਗੀ ਹੀ ਮੰਗਦੇ ਹਨ ਜੀ। ਗੌੜੀ ਮਹੱਲਾ ਪੰਜਵਾ। ਗੁਰੂ ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕੋਲ, ਜਿਸ ਜਗ੍ਹਾ ਤੇ ਅੱਜ ਕੱਲ ਮੰਜੀ ਸਾਹਿਬ ਦੀਵਾਨ ਹਾਲ ਹੈ, ਜਿੱਥੇ ਸਵੇਰੇ ਸ਼ਾਮ ਦੀਵਾਨ ਸਜਦਾ ਹੈ, ਸਵੇਰੇ ਸ੍ਰੀ ਮੁਖਵਾਕ ਦੀ ਤੇ ਸ਼ਾਮ ਨੂੰ ਗੁਰ ਇਤਿਹਾਸ ਦੀ ਕਥਾ ਹੁੰਦੀ ਹੈ। ਸਾਧ ਸੰਗਤ ਜੀ ਇੱਥੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਬੜਾ ਸੋਹਣਾ ਬਾਗ ਹੋਇਆ ਕਰਦਾ ਸੀ ਤੇ ਮਹਾਰਾਜ ਸਾਹਿਬ ਜੀ ਬਾਗ ਦੇ ਵਿੱਚ ਦੀਵਾਨ ਸਜਾਇਆ ਕਰਦੇ ਸਨ। ਇਸ ਪਾਵਨ ਸਥਾਨ ਤੇ ਦੀਵਾਨ ਸਜਿਆ ਹੋਇਆ ਹੈ ਤੇ ਮਹੇਸ਼ਾ ਜੋਗੀ ਜਿਹੜਾ ਗੜ ਸ਼ੰਕਰ ਦੇ ਰਹਿਣ ਵਾਲਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨੀ ਲੱਗਾ ਸੀ। ਮਹਾਰਾਜ ਜੀ ਨੇ ਇਸ ਨੂੰ ਮੋਖ ਪਦਵੀ ਪਾਈ ਸੀ, ਬਖਸ਼ਿਸ਼ ਕਰਨਾ ਕੀਤੀ ਸੀ ਮਹਾਰਾਜ ਜੀ ਨੇ ਇਸ ਮਹੇਸ਼ੇ ਜੋਗੀ ਨੂੰ। ਤੇ ਭਾਈ ਤਿਲਕਾ ਜੀ ਇਸ ਮਹੇਸ਼ੇ ਜੋਗੀ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਲੈ ਕਰਕੇ ਆਏ ਸਨ, ਜਿਹੜੇ ਮੂਲ ਮੰਤਰ ਦੇ ਅਭਿਆਸੀ ਸਨ। ਮਹੇਸ਼ਾ ਜੋਗੀ ਆਪਣੇ ਕਿਸੇ ਹੋਰ ਸਾਥੀ ਨੂੰ, ਜੋਗੀ ਨੂੰ ਲੈ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ ਹੈ। ਹੁਣ ਮਹੇਸ਼ੇ ਦਾ ਮਨ ਤੇ ਨਿਰਮਲ ਹੋ ਗਿਆ, ਪਰ ਦੂਜਾ ਜੋਗੀ ਚਾਹੁੰਦਾ ਮੇਰਾ ਮਾਣ ਹੋਵੇ, ਮੇਰੀ ਵਡਿਆਈ ਹੋਵੇ। ਤੇ ਵਡਿਆਈ ਦੀ ਪ੍ਰਬਲ ਇੱਛਾ ਇੰਨੀ ਜ਼ਿਆਦਾ ਹੈ ਕਿ ਚਾਹੁੰਦਾ ਜੇਕਰ ਮੈਂ ਜੋਗੀ ਹਾਂ ਤੇ ਸਤਿਗੁਰੂ ਜੀ ਮੇਰੇ ਚੇਲੇ ਬਣ ਜਾਣ ਤੇ ਮੇਰੀ ਹੋਰ ਵਡਿਆਈ ਵੱਧ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕਰਕੇ ਕਹਿਣ ਲੱਗਾ, ਗਰੀਬ ਨਿਵਾਜ, ਜੋਗ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਹੈ। ਤੁਸੀਂ ਜੋਗ ਮਤ ਨੂੰ ਧਾਰਨ ਕਰੋ। ਮਹਾਰਾਜ ਜੋਗ ਮਤ ਨੂੰ ਧਾਰਨ ਕਰਨਾ ਕਰੀਏ ਤੇ ਬੜੀ ਪੂਜਾ ਹੁੰਦੀ ਏ, ਬੜਾ ਸਤਿਕਾਰ ਹੁੰਦਾ ਹੈ, ਬੜੀਆਂ ਵਡਿਆਈਆਂ ਮਿਲਦੀਆਂ, ਬੜੀਆਂ ਸ਼ਕਤੀਆਂ ਆ ਜਾਂਦੀਆਂ ਨੇ। ਤੇ ਸਤਿਗੁਰੂ ਜੀ ਧੀਰਜ ਧਾਰੀ ਨੇ, ਪਰਉਪਕਾਰੀ ਨੇ, ਨਿਮਰਤਾ ਦੇ ਪੁੰਜ ਨੇ। ਇਹ ਨਹੀਂ ਜਣਾਇਆ ਕਿ ਅਸੀਂ ਤੇ ਗੁਰ ਅਰਜਨ ਪ੍ਰਤੱਖ ਹਰ। ਕਿਹੜੀਆਂ ਵਡਿਆਈਆਂ ਦੀ ਗੱਲ ਕਰਦਾ? ਰੱਬ ਨੂੰ ਕਿਹੜਾ ਬੰਦਾ ਵਡਿਆਈਆਂ ਦੇ ਲੂ? ਕਿਹੜੀਆਂ ਸ਼ਕਤੀਆਂ ਰੱਬ ਦੇ ਕੋਲ ਨਹੀਂ ਜਿਹੜਾ ਬੰਦੇ ਨੇ ਜਾਂ ਜੋਗ ਨੇ ਦੇਣੀਆਂ ਨੇ? ਆਪਣਾ ਆਪ ਨਹੀਂ ਜਣਾਉਂਦੇ। ਨਿਮਰਤਾ ਸਿਖਾਉਣੀ ਏ, ਇਸ ਕਰਕੇ ਨਿਮਰਤਾ ਨੂੰ ਆਪਣੇ ਪ੍ਰੈਕਟੀਕਲ ਜੀਵਨ ਵਿੱਚ ਧਾਰਨ ਕਰਕੇ ਉਪਦੇਸ਼ ਦਿੰਦੇ ਨੇ। ਜੋਗੀ, ਅਸੀਂ ਤਾਂ ਜੋਗ ਨੂੰ ਪਹਿਲਾਂ ਹੀ ਧਾਰਨ ਕੀਤਾ ਹੋਇਆ, ਅਸੀਂ ਤੇ ਪਹਿਲਾਂ ਹੀ ਜੋਗੀ ਆ। ਤੇ ਬੇਨਤੀ ਕਰਕੇ ਸਵਾਲ ਕਰਨਾ ਕਰਦਾ ਸੱਚੇ ਪਾਤਸ਼ਾਹ, ਜੋਗੀਆਂ ਦੇ ਕੁਝ ਚਿੰਨ੍ਹ ਹੁੰਦੇ ਨੇ। ਜਿਹੜੇ ਜੋਗੀ ਨੇ ਨਾ, ਇਹ ਜੁਗਤ ਦੇ ਨਾਲ ਜੁੜਦੇ ਨੇ, ਦਸਮ ਦਵਾਰ ਦੇ ਵਿੱਚ ਬਿਰਤੀ ਲਿਜਾ ਕਰਕੇ ਸਵਾਸਾਂ ਨੂੰ ਟਿਕਾ ਕਰਕੇ ਜੁੜਦੇ ਨੇ ਤੇ ਮੂੰਹ ਚੋਂ ਗੋਰਖ ਗੋਰਖ ਕਰਦੇ ਨੇ, ਗੋਰਖ ਨੂੰ ਨਮਸਕਾਰਾਂ ਕਰਦੇ ਨੇ। ਤੁਸੀਂ ਗੋਰਖ ਨੂੰ ਗੁਰੂ ਤੇ ਮੰਨਿਆ ਹੀ ਨਹੀਂ। ਜੇ ਮੰਨ ਲਵੋ ਤੇ ਗੋਰਖ ਬੜੀਆਂ ਤੁਹਾਡੇ ਤੇ ਖੁਸ਼ੀਆਂ ਕਰੇਗਾ। ਜੋਗੀ ਗੋਰਖ ਗੋਰਖ ਕਰਦਾ ਹੈ
ਤੁਸੀਂ ਨਮਸਕਾਰ ਕਿਸ ਨੂੰ ਕਰਦੇ ਹੋ ਤੇ ਗੋਰਖ ਦੀ ਜਗ੍ਹਾ ਫਿਰ ਕਿਸ ਨੂੰ ਜਪਦੇ ਹੋ? ਤੇ ਹਜ਼ੂਰ ਪਾਤਸ਼ਾਹ ਜੀ ਗੌੜੀ ਰਾਗ ਦੇ ਅੰਦਰ ਫਰਮਾਨ ਕਰਨਾ ਕਰਦੇ ਹਨ ਜੀ, ਜੋਗ ਜੁਗਤ ਸੁਨ ਆਇਓ ਗੁਰ ਤੇ। ਜੋਗੀ ਅਸੀਂ ਤੇਰੇ ਵਾਂਗੂ ਹੱਠ ਜੋਗ ਇਤਿਆਦਿਕ ਨਹੀਂ ਕਰਦੇ। ਸੁਨ ਆਇਓ ਗੁਰ ਤੇ, ਅਸੀਂ ਆਪਣੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਭਗਤੀ ਯੋਗ ਸਿੱਖਿਆ ਹੈ। ਸਾਨੂੰ ਸਤਿਗੁਰੂ ਜੀ ਨੇ ਭਗਤੀ ਯੋਗ ਸਿਖਾਇਆ ਹੈ। ਹਿਰਦੇ ਦੇ ਅੰਦਰ ਗਿਆਨ ਅਵਸਥਾ ਨੂੰ ਧਾਰਨ ਕਰਕੇ ਰੱਖਣਾ, ਮੁਖ ਚੋਂ ਸਦਾ ਸਿਮਰਨ ਕਰਦੇ ਰਹਿਣਾ ਤੇ ਪ੍ਰੇਮ ਦੇ ਸਹਿਤ ਭਗਤੀ ਕਰਦੇ ਰਹਿਣਾ। ਇਸ ਪ੍ਰਕਾਰ ਸਾਡੇ ਸਤਿਗੁਰੂ ਜੀ ਨੇ ਸਾਨੂੰ ਨਿਰਮਲ ਜੁਗਤ ਦੇ ਨਾਲ ਵਾਹਿਗੁਰੂ ਜੀ ਦੇ ਅੰਦਰ ਜੁੜਨਾ ਸਿਖਾਇਆ ਹੈ। ਜੋਗ ਜੁਗਤ, ਇਸ ਪ੍ਰਕਾਰ ਨਿਰਮਲ ਜੁਗਤ ਦੇ ਨਾਲ ਨਾਮ ਦੇ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਦੇ ਹਾਂ ਤੇ ਇਸ ਦਾ ਧਿਆਨ ਧਰਦੇ ਹਾਂ। ਇਹ ਜੁਗਤੀ ਸਾਨੂੰ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਸੁਣਾਈ ਏ, ਉਹਨਾਂ ਤੋਂ ਸੁਣ ਕਰਕੇ ਆਏ ਹਾਂ ਅਸੀਂ। ਮੋਕਾਓ ਸਤਿਗੁਰ ਸ਼ਬਦ ਬੁਝਾਇਓ, ਮੋਕਾਓ ਸਾਨੂੰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਪਦੇਸ਼ ਦੇ ਦੁਆਰਾ ਬੁਝਾਇਓ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਦਿਖਾ ਦਿੱਤਾ ਹੈ, ਸਮਝਾ ਦਿੱਤਾ ਹੈ। ਇਸ ਕਰਕੇ ਅਸੀਂ ਗੋਰਖ ਜਾਂ ਕਿਸੇ ਹੋਰ ਬੰਦੇ ਨੂੰ ਨਹੀਂ, ਜੋ ਸਾਡੇ ਸਤਿਗੁਰੂ ਜੀ ਨੇ ਬੁਝਾਇਆ ਨਾ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਜਿਹੜਾ ਸਾਰੇ ਜਗਤਰ ਸੰਸਾਰ ਸਾਰੇ ਜੀਵਾਂ ਦਾ ਦਾਤਾ ਪਰਮਪਿਤਾ ਵਾਹਿਗੁਰੂ ਸਤਿਗੁਰੂ ਜੀ ਨੇ ਉਸ ਦਾ ਪਾਵਨ ਸਰੂਪ ਹਿਰਦੇ ਦੇ ਅੰਦਰ ਹੀ ਸਮਝਾ ਦਿੱਤਾ, ਬੁਝਾ ਦਿੱਤਾ ਹੈ। ਅਸੀਂ ਤੇ ਵਾਹਿਗੁਰੂ ਜੀ ਨੂੰ ਹੀ ਸਦਾ ਨਮਸਕਾਰਾਂ ਕਰਦੇ ਹਾਂ। ਰਹਾਉ ਵਿਸਰਾਮ ਦੇ ਕਰਕੇ ਸਾਹਿਬ ਜੀ ਫਰਮਾਉਂਦੇ ਹਨ ਜੀ, ਨੌਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ। ਕਹਿਣ ਲੱਗਾ ਮਹਾਰਾਜ ਜੋਗੀਆਂ ਦਾ ਧਰਮ ਹੁੰਦਾ ਹੈ ਕਿ ਜਿਹੜਾ ਨੌਖੰਡ ਪ੍ਰਿਥਵੀ ਸਾਰੇ ਸੰਸਾਰ ਦੇ ਵਿੱਚ ਵਿਚਰ ਕਰਕੇ ਜਗਤ ਤੋਂ ਭਿਖਿਆ, ਪੂਰੀ ਦੁਨੀਆ ਤੋਂ ਭਿਖਿਆ ਮੰਗੇ, ਉਹਦੀ ਮੁਕਤੀ ਹੁੰਦੀ ਏ। ਤੇ ਤੁਸੀਂ ਨੌਖੰਡ ਪ੍ਰਿਥਵੀ ਤੇ ਕਿਹੜੀ ਤੇ ਵਿਚਰਦੇ ਹੋ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਨੌਖੰਡ ਪ੍ਰਿਥਵੀ ਦਾ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪਰਮੇਸ਼ਵਰ, ਜੋ ਇਸ ਦੇਹੀ ਦੇ ਅੰਦਰ ਹੀ ਰਵਿਆ ਵਸਿਆ ਹੋਇਆ ਹੈ। ਨਿਮਖ ਨਿਮਖ ਨਮਸਕਾਰਾ, ਅਸੀਂ ਨਿਮਖ ਨਿਮਖ ਮਾਤਰ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਨਮਸਕਾਰ ਕਰਦੇ ਹਾਂ। ਤੁਸੀਂ 9 ਖੰਡ ਵਾਲੀ ਪ੍ਰਿਥਵੀ ਤੇ ਵਿਚਰਦੇ ਹੋ ਤੇ ਅਸੀਂ 9 ਗੋਲਕਾਂ ਵਾਲੇ ਇਸ ਸਰੀਰ ਦੀਆਂ ਗੋਲਕਾਂ ਨੂੰ ਤੇ ਕਰਮ ਇੰਦਰੀ ਗਿਆਨ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਵੱਲੋਂ ਜਿੱਤ ਲਿਆ ਹੈ। ਇਹੋ ਹੀ 9 ਖੰਡ ਦੀ ਸਫਲ ਭਿਖਿਆ ਹੈ। ਤਾਂ ਅਸੀਂ ਗੋਰਖ ਨੂੰ ਨਹੀਂ, ਨਿਮਖ ਨਿਮਖ ਸਰੀਰਾਂ ਦੇ ਅੰਦਰ ਰਵੇ ਹੋਏ ਪਰਮ ਪਿਤਾ ਪਰਮਾਤਮਾ ਸਰਬੱਤ ਦੇ ਅੰਦਰ ਰਵੇ ਹੋਏ ਵਾਹਿਗੁਰੂ ਜੀ ਨੂੰ ਹੀ ਨਿਮਖ ਨਿਮਖ ਨਮਸਕਾਰਾਂ ਕਰਦੇ ਹਾਂ। ਦੇਖਿਆ ਗੁਰ ਕੀ ਮੁੰਦਰਾ ਕਾਨੀ, ਕਹਿਣ ਲੱਗਾ ਜੀ ਅਸੀਂ ਜੋਗੀ ਜਨ ਆਪਣੇ ਗੁਰੂ ਗੋਰਖ ਦੇ ਪਾਸੋਂ ਦੀਖਿਆ ਲੈਨੇ ਆ, ਕੰਨਾਂ ਵਿੱਚ ਮੰਤਰ ਲੈਨੇ ਆ। ਤੁਸਾਂ ਦੀਖਿਆ ਕਿਹੜੀ ਲਈਏ? ਇਸੇ ਪ੍ਰਕਾਰ ਸੱਚੇ ਪਾਤਸ਼ਾਹ ਜਿਹੜੇ ਅਸੀਂ ਜੋਗੀ ਹੁੰਦੇ ਕੰਨਾਂ 'ਚ ਮੁੰਦਰਾ ਪਾਉਨੇ ਆ। ਜੇ ਤੁਸੀਂ ਆਪਣੇ ਆਪ ਨੂੰ ਜੋਗੀ ਖਵਾਉਂਦੇ ਹੋ ਤੇ ਕੰਨਾਂ ਵਿੱਚ ਮੁੰਦਰਾ ਨਜ਼ਰ ਨਹੀਂ ਆਉਂਦੀਆਂ। ਮੁੰਦਰਾ ਕਿਹੜੀਆਂ ਪਾਈਆਂ ਨੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਅਸੀਂ ਦੀਖਿਆ ਗੁਰੂ ਨਾਮ ਦੀ ਦੀਖਿਆ, ਵਾਹਿਗੁਰੂ ਗੁਰ ਮੰਤਰ ਰੂਪ ਦੀਖਿਆ। ਦੀਖਿਆ ਦਾ ਭਾਵ ਨਾਮ ਮੰਤਰ ਵੀ ਹੈ ਤੇ ਦੀਖਿਆ ਦਾ ਅਰਥ ਜਿਹੜਾ ਹੈ ਸਾਧ ਸੰਗਤ ਜੀ ਉਹ ਦਕਸ਼ਨਾ ਵੀ ਹੈ। ਦਕਸ਼ਨਾ ਤੋਂ ਭਾਵ ਇੱਥੇ ਸਿੱਖਿਆ ਹੈ। ਸਿੱਖਿਆ ਸਤਿਗੁਰੂ ਜੀ ਦਕਸ਼ਨਾ ਦਾਨ 'ਚ ਹੀ ਦਿੰਦੇ ਨੇ ਨਾ। ਅਸੀਂ ਸਤਿਗੁਰੂ ਜੀ ਤੋਂ ਜਿਹੜੀ ਸਿੱਖਿਆ ਲਈਏ, ਗੁਰ ਮੰਤਰ ਨਾਮ ਮੰਤਰ ਲਿਆ, ਇਹੋ ਸਾਡੀ ਗੁਰੂ ਤੋਂ ਦੀਖਿਆ ਹੈ। ਤੇ ਜਿਹੜੀ ਸਤਿਗੁਰੂ ਜੀ ਤੋਂ ਉਪਦੇਸ਼ ਰੂਪੀ ਸਿੱਖਿਆ, ਨਾਮ ਰੂਪੀ ਮੰਤਰ ਲਿਆ ਨਾ, ਇਹੋ ਹੀ ਅਸੀਂ ਕੰਨਾਂ ਦੇ ਵਿੱਚ ਮੁੰਦਰਾ ਪਾਈ ਹੋਈ ਹੈ। ਦ੍ਰਿੜਿਓ ਏਕ ਨਿਰੰਕਾਰਾ, ਤੇ ਕਹਿੰਦਾ ਮਹਾਰਾਜ ਜੀ ਫਿਰ ਇਹ ਤੇ ਇੱਕ ਹੀ ਮੁੰਦਰਾ ਹੋਈ ਨਾ, ਜੋਗੀ 2 ਮੁੰਦਰਾ ਪਾਉਂਦੇ ਨੇ, ਤੁਸਾਂ ਇੱਕ ਪਾਈਏ। ਤੇ ਮਹਾਰਾਜ ਜੀ ਕਹਿੰਦੇ ਭਾਈ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਵਿੱਚ ਸਤਿਗੁਰੂ ਜੀ ਦੀ ਸਿੱਖਿਆ ਰੂਪੀ ਮੁੰਦਰਾ ਤੇ ਦੂਸਰੇ ਕੰਨ ਦੇ ਅੰਦਰ ਦ੍ਰਿੜਿਓ ਨਾਮ, ਜਿਹੜਾ ਨਿਰੰਕਾਰ ਵਾਹਿਗੁਰੂ ਜੀ ਦਾ ਨਾਮ ਦ੍ਰਿੜ ਕੀਤਾ ਹੈ, ਇਹ ਦੂਜੇ ਕੰਨ ਦੇ ਅੰਦਰ ਦੂਜੀ ਮੁੰਦਰਾ ਪਾਈ ਹੈ। ਪੰਜ ਚੇਲੇ ਮਿਲ ਭਏ ਇਕੱਤਰਾ, ਕਹਿਣ ਲੱਗਾ ਮਹਾਰਾਜ ਜੀ ਜਿਹੜੇ ਜੋਗੀ ਹੁੰਦੇ ਉਹ ਚੇਲੇ ਬਣਾਉਂਦੇ ਨੇ ਚੇਲੇ, ਤੇ ਤੁਸਾਂ ਫਿਰ ਆਪਣੇ ਚੇਲੇ ਕਿਹੜੇ ਬਣਾਏ ਨੇ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਮਨ ਦੀ ਸੁਰਤੀ ਬਿਰਤੀ ਨੂੰ ਇਕੱਤਰ ਕਰਕੇ ਇਕਾਗਰ ਕਰਕੇ ਵਾਹਿਗੁਰੂ ਜੀ ਦੇ ਅੰਦਰ ਐਸਾ ਜੋੜਿਆ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ 5 ਵਿਕਾਰ ਸਨ, ਇਹਨਾਂ ਨੂੰ ਵੀ ਸੇਵਾਦਾਰ ਬਣਾ ਲਿਆ। ਇਹ ਵੀ ਹੁਣ ਚਾਕਰੀ ਕਰਦੇ ਨੇ, ਗੁਲਾਮ ਹੋਏ ਬੈਠੇ ਨੇ। ਇਹਨਾਂ ਵਿਕਾਰਾਂ ਨੂੰ ਹੀ ਅਸੀਂ
ਆਪਣੇ ਚੇਲੇ ਬਣਾ ਲੈਣਾ ਕੀਤਾ ਹੈ। ਏਕਸ ਕੈ ਵਸ ਕੀਏ, ਇੱਕ ਮਨ ਦੇ ਅੰਦਰ ਹੀ ਇਹਨਾਂ ਨੂੰ ਮਨ ਦੇ ਅਧੀਨ, ਮਨ ਦੇ ਵਸੀਕਾਰ, ਇਹਨਾਂ ਵਿਕਾਰਾਂ ਨੂੰ ਕਰ ਲਿਆ ਹੈ। 10 ਬੈਰਾਗਣ ਆਗਿਆਕਾਰੀ। ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਜੀ, ਸਾਡੇ ਜਿਹੜੇ ਚੇਲੇ ਹੁੰਦੇ ਨੇ ਇਹ ਆਗਿਆਕਾਰੀ ਹੋ ਕਰਕੇ ਸੇਵਾ ਕਰਦੇ ਨੇ। ਇਸੇ ਪ੍ਰਕਾਰ ਅਸੀਂ ਦੁਨੀਆ ਦੇ ਵੱਲੋਂ ਵੈਰਾਗ ਧਾਰਨ ਕਰਕੇ ਪਹਾੜਾਂ ਗੁਫਾਵਾਂ ਦੇ ਵਿੱਚ ਵਸਦੇ ਹਾਂ। ਤੇ ਜੇ ਤੁਸੀਂ ਜੋਗੀ ਹੋ ਤੇ ਤੁਸੀਂ ਵੈਰਾਗ ਕਿਹੜਾ ਧਾਰਨ ਕੀਤਾ ਹੈ? ਤੇ ਸਾਹਿਬ ਜੀ ਫਰਮਾਉਂਦੇ ਨੇ 5 ਕਰਮ ਇੰਦਰੇ, 5 ਗਿਆਨ ਇੰਦਰੇ, ਇਹਨਾਂ 10 ਹੀ ਇੰਦਰੀਆਂ ਨੇ ਜਿਹੜਾ ਵਿਸ਼ੇ ਵਿਕਾਰਾਂ ਵੱਲੋਂ ਵੈਰਾਗ ਧਾਰਨ ਕਰ ਲਿਆ ਹੈ। ਵਿਸ਼ੇ ਵਿਕਾਰਾਂ ਦੇ ਅੰਦਰ ਦੋਖ ਦ੍ਰਿਸ਼ਟੀ ਦੇਖ ਕਰਕੇ ਇਹਨਾਂ ਨੂੰ ਤਿਆਗ ਦਿੱਤਾ ਹੈ। ਇਸ ਪ੍ਰਕਾਰ ਇਹ ਹੁਣ ਦਰਸ਼ਨਾਂ ਦੇ ਤੇ ਨਾਮ ਦੇ ਰਸੀਏ ਹੋ ਗਏ ਨੇ। ਹੁਣ ਜਿਹੜੇ ਕਰਮ ਇੰਦਰੇ, ਗਿਆਨ ਇੰਦਰੇ ਨੇ, ਧਨ ਦੇਖ ਕਰਕੇ, ਰੂਪ ਦੇਖ ਕਰਕੇ ਦੌੜਾ ਨਹੀਂ ਲਾਉਂਦੇ, ਆਗਿਆਕਾਰੀ ਹੋ ਗਏ ਨੇ, ਆਗਿਆ ਦੇ ਅੰਦਰ ਰਹਿੰਦੇ ਨੇ, ਵਾਹਿਗੁਰੂ ਜੀ ਦੀ ਬੰਦਗੀ ਵਿੱਚ ਲੱਗ ਗਏ ਨੇ। ਕੰਨ ਸਹਿਤ ਪਿਆਰ ਦੇ ਨਾਮ ਦਾ ਸਿਮਰਨ ਸਰਵਣ ਕਰਦੇ ਨੇ। ਰਸਨਾ ਜਿਹੜੀ ਜ਼ੁਬਾਨ ਜਿਹੜੀ ਹੈ ਨਾਮ ਨੂੰ ਬੋਲਦੀ ਹੈ। ਇਸੇ ਪ੍ਰਕਾਰ ਨੇਤਰਾਂ ਦੇ ਨਾਲ ਦਰਸ਼ਨ ਕਰਨੇ ਨੇ, ਹੱਥਾਂ ਦੇ ਨਾਲ ਸੇਵਾ ਕਰਨੀ ਹੈ, ਪੈਰਾਂ ਦੇ ਨਾਲ ਚੱਲ ਕਰਕੇ ਸੰਗਤ ਵਿੱਚ ਆਉਣਾ ਹੈ। ਸਾਰੇ ਕਰਮ ਇੰਦਰੇ, ਗਿਆਨ ਇੰਦਰੇ ਹੁਣ ਆਗਿਆਕਾਰੀ ਹੋ ਗਏ ਹਨ। ਇਸ ਪ੍ਰਕਾਰ ਦਾ ਵੈਰਾਗ ਧਾਰਨ ਕੀਤਾ ਹੈ ਵਿਸ਼ੇ ਵਿਕਾਰਾਂ ਵੱਲੋਂ 10 ਇੰਦਰੀਆਂ ਦਾ। ਤਬ ਨਿਰਮਲ ਜੋਗੀ ਥੀਏ। ਇਸ ਪ੍ਰਕਾਰ ਹੈ ਜੋਗੀ, ਇਹ ਸਾਰੇ ਹੀ ਕਰਮ ਇੰਦਰੇ ਤੇ ਗਿਆਨ ਇੰਦਰੇ ਜਦੋਂ ਵੈਰਾਗਵਾਨ ਹੋ ਗਏ ਨਾ, ਤੇ ਚਤੁਸ਼ਟੇ ਜੋ ਅੰਤਸ਼ ਕਰਨ ਹੈ, ਮਨ ਬੁੱਧ ਚਿਤ ਅਹੰਕਾਰ, ਇਹ ਸਾਰੇ ਹੀ ਹੁਣ ਨਿਰਮਲ ਹੋ ਗਏ ਨੇ, ਪਵਿੱਤਰ ਹੋ ਗਏ ਹਨ ਜੀ। ਭਰਮ ਜਰਾਏ ਚਰਾਈ ਵਿਭੂਤਾ। ਕਹਿਣ ਲੱਗਾ ਜੀ ਅਸੀਂ ਤੇ ਧੂਣਾ ਲਾਉਂਦੇ ਆ, ਲੱਕੜਾਂ ਨੂੰ ਸਾੜਦੇ ਆ, ਜਿਹੜੀ ਸਵਾਹ ਬਣਦੀ ਏ, ਫਿਰ ਸਰੀਰ ਤੇ ਪਿੰਡੇ ਤੇ ਵਿਭੂਤੀ ਸਵਾਹ ਮਲਦੇ ਆ। ਤੇ ਤੁਹਾਡੇ ਨਿਰਮਲ ਯੋਗ ਦੇ ਅੰਦਰ, ਤੁਹਾਡੇ ਭਗਤੀ ਯੋਗ ਦੇ ਅੰਦਰ ਸਵਾਹ ਕਿਹੜੀ ਮਲਦੇ ਹੋ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ 5 ਪ੍ਰਕਾਰ ਦੇ ਵੱਡੇ ਭਾਰੀ ਜਿਹੜੇ ਭਰਮ ਨੇ ਨਾ, ਬ੍ਰਹਮ ਅਗਨ ਦੇ ਨਾਲ ਇਹਨਾਂ ਨੂੰ ਜਰਾ ਸਾੜ ਕਰਕੇ ਚਰਾਈ ਵਿਭੂਤਾ, ਇਹਨਾਂ ਦੀ ਹੀ ਵਿਭੂਤੀ ਸਰੀਰ ਦੇ ਉੱਪਰ ਮਲੀਏ। ਕਹਿਣ ਤੋਂ ਭਾਵ ਜਿਹੜੇ ਸਰਬਤ ਪ੍ਰਕਾਰ ਦੇ ਭਰਮਾਂ ਦੀ ਨਿਵਰਤੀ ਗੁਰੂ ਦੀ ਬੰਦਗੀ ਦੇ ਨਾਲ ਕਰਨੀ ਹੈ, ਇਹ ਭਰਮਾਂ ਦੀ ਨਿਵਰਤੀ ਹੀ ਅਸਾਂ ਵਿਭੂਤੀ ਮਲੀ ਹੈ। ਪੰਥ ਏਕ ਕਰ ਪੇਖਿਆ। ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ, ਜੋਗੀਆਂ ਦੇ 12 ਪੰਥ ਹੁੰਦੇ ਨੇ, ਤੇ 12 ਪੰਥਾਂ ਦੇ ਵਿੱਚੋਂ ਜਿਹੜਾ ਆਈ ਪੰਥ ਸਾਰਿਆਂ ਤੋਂ ਵੱਡਾ ਤੇ ਸ੍ਰੇਸ਼ਟ ਗਿਣਿਆ ਜਾਂਦਾ ਹੈ। ਅਸੀਂ ਤੇ ਫਿਰ ਆਈ ਪੰਥ ਦੇ ਧਾਰਨੀ ਆ। ਤੇ ਤੁਸੀਂ ਕਿਹੜਾ ਆਈ ਪੰਥ ਧਾਰਨ ਕੀਤਾ ਹੈ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਆਦਿ ਕਾਲ ਤੋਂ ਜਿਹੜੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਸਭਨਾਂ ਦੇ ਹਿਰਦੇ ਦੇ ਅੰਦਰ ਆਈ ਹੈ ਨਾ, ਆਈ ਪੰਥੀ ਸਗਲ ਜਮਾਤੀ, ਇਹੋ ਹੀ ਸਾਡਾ ਆਈ ਪੰਥ ਹੈ। ਤੇ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ ਇਸ ਪ੍ਰਕਾਰ ਜੋਗੀ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਰਹਿਣਾ, ਹੁਕਮ ਦੇ ਅੰਦਰ ਰਹਿ ਕਰਕੇ ਸਾਰੇ ਜੀਵਾਂ ਦੇ ਅੰਦਰ ਇੱਕ ਜੋਤ ਨੂੰ ਦੇਖਣਾ, ਇਹੋ ਹੀ ਅਸਾਂ ਨੇ ਆਈ ਪੰਥ ਧਾਰਿਆ ਹੈ। ਸਹਿਜ ਸੂਖ ਸੋ ਕੀ ਨੀ ਭੁਗਤਾ। ਕਹਿਣ ਲੱਗਾ ਜੀ ਅਸੀਂ ਜੋਗੀ ਜਨ ਜਿਹੜੇ ਆ ਭੁਗਤ ਸਕਦੇ ਆ। ਜੋਗੀਆਂ ਦਾ ਇੱਕ ਘਿਓ ਦੇ ਵਿੱਚ ਬਣਾਇਆ ਹੋਇਆ ਸਨਿਗਧ ਚੂਰਮਾ ਹੁੰਦਾ ਹੈ, ਉਸ ਭੋਜਨ ਨੂੰ ਇਹ ਜਿਹੜਾ ਕਿ ਭੁਗਤ ਕਹਿਣਾ ਕਰਦੇ ਨੇ। ਸੱਚੇ ਪਾਤਸ਼ਾਹ ਅਸੀਂ ਭੁਗਤ ਸਕਦੇ ਆ, ਆਪ ਜੀ ਭੁਗਤ ਕਿਹੜੀ ਸਕਦੇ ਹੋ? ਜੋ ਠਾਕੁਰ ਮਸਤਕ ਸ਼ੁਰੂ ਤੋਂ ਪੜ੍ਹਦੇ ਹਾਂ। ਸਹਿਜ ਸੂਖ ਸੋ ਕੀ ਨੀ ਭੁਗਤਾ। ਜਿਹੜਾ ਸਹਿਜ ਸੂਖ ਅਚੁੱਤ ਸੁਖ ਨੂੰ ਹਿਰਦੇ ਦੇ ਅੰਦਰ ਧਾਰਨ ਕੀਤਾ ਨਾ, ਤੁਸੀਂ ਭੁਗਤ ਸਕਦੇ ਹੋ, ਫਿਰ ਭੁੱਖ ਲੱਗਦੀ ਏ, ਫਿਰ ਛਕਦੇ ਹੋ, ਫਿਰ ਭੁੱਖ ਲੱਗਦੀ ਏ, ਪਰ ਐਸਾ ਅਚੁੱਤ ਸੁਖ ਨੂੰ ਪ੍ਰਾਪਤ ਕੀਤਾ ਹੈ, ਮਨ ਤ੍ਰਿਪਤ ਹੋ ਗਿਆ ਹੈ। ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਕਿਸੇ ਪ੍ਰਕਾਰ ਦੀ ਭੁੱਖ ਹੀ ਨਹੀਂ ਰਹੀ। ਇਹ ਸੰਤੋਖ ਰੂਪੀ ਭੁਗਤ ਅਸੀਂ ਛਕਣਾ ਕਰਦੇ ਹਾਂ ਜੀ। ਜੋ ਠਾਕੁਰ ਮਸਤਕ ਲੇਖਿਆ। ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਅਸੀਂ ਤੇ ਛਾਂਦੇ ਵੰਡਦੇ ਆ। ਤੁਹਾਡੇ ਨਿਰਮਲ ਪੰਥ ਦੇ ਅੰਦਰ, ਨਿਰਮਲ ਜੁਗਤ ਦੇ ਅੰਦਰ ਛਾਂਦਾ ਕਿਹੜਾ ਵੰਡਿਆ ਜਾਂਦਾ ਹੈ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਜਿਹੜੇ ਧੁਰਗ ਦਰਗਾਹ ਤੋਂ ਪ੍ਰਮਾਤਮਾ ਜੀ ਨੇ ਸਭ ਜੀਵਾਂ ਦੇ ਮੱਥੇ ਦੇ ਉੱਪਰ ਲੇਖ ਪਾ ਦਿੱਤੇ ਨੇ, ਲੇਖਾਂ ਦੇ ਅਨੁਸਾਰ ਕਰਮਾਂ ਦਾ ਛਾਂਦਾ ਸਭਨਾਂ ਨੂੰ ਮਿਲ ਰਿਹਾ ਹੈ। ਆਪਣਾ ਕਰਮ ਫਲ ਪ੍ਰਮਾਤਮਾ ਜੀ ਤੋਂ ਪਦਾਰਥ ਸਾਰੇ ਹੀ ਲੈ ਰਹੇ ਨੇ, ਦਾਤਾ ਸਾਰੇ ਹੀ ਲੈ ਰਹੇ ਨੇ। ਇਸ ਪ੍ਰਕਾਰ ਸਾਡਾ ਇਹ ਨਿਰਮਲ ਜੁਗਤ ਦਾ ਛਾਂਦਾ ਹੈ ਜੋ ਵਾਹਿਗੁਰੂ ਜੀ ਦੇ ਮੱਥੇ ਦੇ ਉੱਪਰ ਪਾਏ ਹੋਏ ਲੇਖਾਂ ਦੇ ਅਨੁਸਾਰ ਪਦਾਰਥਾਂ ਦਾ ਮਿਲਣਾ ਹੈ। ਜਹ ਭਉ ਨਾਹੀ ਤਹ ਆਸਨ ਬਾਂਧਿਓ। ਸੋ ਕਹਿਣ ਲੱਗਾ ਮਹਾਰਾਜ ਅਸੀਂ ਆਸਣ ਲਾ ਕੇ ਬੈਠਦੇ ਆਂ, ਤੁਸੀਂ ਆਸਣ ਕਿਹੜਾ ਲਾਉਂਦੇ ਹੋ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਜਹ ਭਉ ਨਾਹੀ, ਜਿੱਥੇ ਕਿਸੇ ਪ੍ਰਕਾਰ ਦਾ ਡਰ ਹੀ ਨਹੀਂ, ਨਾ ਵਿਕਾਰਾਂ ਦਾ ਨਾ ਮੌਤ ਦਾ। ਐਸੀ ਅਡੋਲ ਅਵਸਥਾ ਦੇ ਅੰਦਰ ਅਸੀਂ ਸਮਾਧੀ ਰੂਪ ਬਿਰਤੀ ਰੂਪੀ ਆਸਣ ਲਾਉਂਦੇ ਹਾਂ।
ਨਾਨਕ ਬੱਧਾ ਘਰ ਤਹਾ ਜਿੱਥੈ ਮਿਰਤ ਨਾ ਜਨਮ ਜਰਾ। ਨਾ ਉਥੇ ਬੁਢਾਪਾ ਹੈ, ਨਾ ਉਥੇ ਮੌਤ ਹੈ, ਨਾ ਉਥੇ ਦੁੱਖ ਹੈ। ਭਾਈ ਐਸੀ ਸੁਖ ਅਵਸਥਾ ਦੇ ਅੰਦਰ ਅਸਾਂ ਨੇ ਜਿਹੜਾ ਆਪਣੇ ਮਨ ਨੂੰ ਟਿਕਾਇਆ ਹੋਇਆ ਹੈ, ਇਹੋ ਹੀ ਅਸਾਂ ਨੇ ਸੋਹਣਾ ਆਸਣ ਲਾਇਆ ਹੋਇਆ ਹੈ। ਸਿੰਘੀ ਅਨਹਤ ਬਾਨੀ, ਤੇ ਇਹਨਾਂ ਦੇ ਕੋਲ ਇੱਕ ਹਿਰੰਦੀ ਸਿੰਘ ਵਰਗੀ ਤੁਰੀ ਹੁੰਦੀ ਹੈ, ਉਸ ਦੇ ਨਾਲ ਸਾਜ਼ ਵਜਾ ਕਰਕੇ, ਉਸ ਨੂੰ ਵਜਾ ਕਰਕੇ ਤੇ ਸੰਗੀਤ ਪੈਦਾ ਕਰਦੇ ਨੇ। ਕਹਿਣ ਲੱਗਾ ਜੀ ਅਸੀਂ ਤਾਂ ਸੰਗੀਤ ਪੈਦਾ ਕਰਦੇ ਹਾਂ, ਸਿੰਗੀ ਵਜਾਉਂਦੇ ਹਾਂ, ਤੁਹਾਡੇ ਪਾਸ ਸਿੰਗੀ ਕਿਹੜੀ ਹੈ? ਤੇ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਅਨਹਤ ਬਾਣੀ ਜੋ ਹੱਦ ਤੋਂ ਰਹਿਤ ਪਰਮਾਤਮਾ ਜੀ ਦੀ ਸੱਚੀ ਬਾਣੀ ਧੁਰ ਦਰਗਾਹ ਤੋਂ ਆਈ ਹੈ, ਸਾਡਾ ਇਹੋ ਹੀ ਅਨਹਦ ਨਾਦ ਹੈ। ਇਸੇ ਪ੍ਰਕਾਰ ਜੋਗੀ ਜਨਾਂ ਦਾ ਮੰਨਣਾ ਹੈ ਕਿ ਦਸਮ ਦੁਆਰ ਦੇ ਵਿੱਚ ਮਿੱਠੀਆਂ ਸੰਗੀਤਕ ਰੌਵਾਂ ਚੱਲਦੀਆਂ ਨੇ, ਸੰਗੀਤ ਦੀਆਂ ਧੁਨਾਂ ਚੱਲਦੀਆਂ ਨੇ, ਉਸ ਨੂੰ ਅਨਹਦ ਨਾਦ ਆਖਿਆ ਜਾਂਦਾ ਹੈ। ਤੇ ਹਜ਼ੂਰ ਫਰਮਾਉਂਦੇ ਨੇ, ਮਨ ਦੇ ਅੰਦਰ ਸੁਤੇ ਸਿੱਧੀ ਗੁਰਬਾਣੀ ਦਾ ਚਿੰਤਨ ਹੋਣਾ, ਨਾਮ ਦਾ ਪ੍ਰਵਾਹ ਚੱਲਣਾ। ਇਸੇ ਪ੍ਰਕਾਰ ਆਤਮ ਵਿਸ਼ੈਣੀ ਮਤ ਦੇ ਅੰਦਰ ਨਾਮ ਦੀ ਵਿਚਾਰ ਜਿਹੜੀ ਸੁਤੇ ਹੀ ਹੋਣੀ ਹੈ। ਭਾਈ ਇਹੋ ਹੀ ਸਾਡਾ ਸਿੰਘੀ ਹੈ, ਇਹੋ ਹੀ ਅਸੀਂ ਵਾਜਾ ਵਜਾਵਣਾ ਕਰਦੇ ਹਾਂ। ਤਤ ਵਿਚਾਰ ਡੰਡਾ ਕਰ ਰਾਖਿਓ, ਤੇ ਕਹਿਣ ਲੱਗਾ ਜੀ ਅਸੀਂ ਜੋਗੀ ਜਨ ਤੇ ਹੱਥ ਦੇ ਵਿੱਚ ਡੰਡਾ ਰੱਖਦੇ ਹਾਂ, ਤੁਹਾਡੇ ਹਸਤ ਕਮਲ ਵਿੱਚ ਡੰਡਾ ਨਜ਼ਰ ਨਹੀਂ ਆਉਂਦਾ, ਤੁਹਾਡੇ ਕੋਲ ਡੰਡਾ ਕਿਹੜਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੀ ਤਤ ਸਿਧਾਂਤ ਰੂਪ ਵਸਤੂ ਪਰਮੇਸ਼ਰ ਜੀ ਦੀ ਜੋਤ ਨੂੰ ਜਾਣਿਆ ਹੈ, ਜੋ ਆਪਣੀ ਤਤ ਵਸਤੂ ਭਾਵ ਆਤਮਾ ਨੂੰ ਪਰਮਾਤਮਾ ਜੀ ਤਤ ਵਸਤੂ ਦੇ ਨਾਲ ਮਿਲਾਵਣਾ ਕੀਤਾ ਹੈ। ਤੇ ਜਿਵੇਂ ਤੁਸੀਂ ਆਪਣੇ ਡੰਡੇ ਤੋਂ ਤੇਸੇ ਦੇ ਨਾਲ ਖੁੰਗੀਆਂ ਘੜ ਕੇ ਤੇ ਸਾਫ਼ ਸੁਥਰਾ ਕਰਕੇ ਰੱਖਦੇ ਹੋ ਨਾ, ਇਸੇ ਪ੍ਰਕਾਰ ਪਰਮਾਤਮਾ ਜੀ ਦੇ ਸ਼ਬਦ ਰੂਪੀ ਤੇਸੇ ਦੇ ਨਾਲ ਮਨ ਰੂਪੀ ਡੰਡੇ ਤੋਂ ਸੰਕਲਪਾਂ ਵਿਕਲਪਾਂ ਰੂਪੀ ਖੁੰਗੀਆਂ ਝਾੜ ਕੇ ਤੇ ਬੜਾ ਸਿੱਧਾ ਕਰਕੇ ਪਰਮਾਤਮਾ ਜੀ ਦੇ ਭਾਣੇ ਰੂਪੀ ਹੱਥ ਦੇ ਵਿੱਚ ਮਨ ਰੂਪੀ ਡੰਡੇ ਨੂੰ ਰੱਖਦੇ ਆ। ਐਸਾ ਅਸਾਂ ਨੇ ਸੋਹਣਾ ਡੰਡਾ ਧਾਰਨ ਕੀਤਾ ਹੋਇਆ ਹੈ ਜੀ। ਜੁਗਤ ਨਾਮ ਮਨ ਭਾਨੀ, ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਅਸੀਂ ਜੁਗਤੀ ਦੇ ਨਾਲ ਆਪਣੇ ਆਪ ਨੂੰ ਜਥੇਬੰਦਕ ਰੱਖਦੇ ਆ, ਜੁਗਤੀ ਦੇ ਨਾਲ ਇੱਕ ਦੂਸਰੇ ਨੂੰ ਚੇਲਾ ਬਣਾਉਂਦੇ ਆ, ਅੱਗੇ ਚੇਲੇ ਬਣਾਉਂਦੇ ਆ। ਤੇ ਤੁਹਾਡੇ ਪਾਸ ਜੁਗਤੀ ਕਿਹੜੀ ਹੈ? ਤੇ ਹਜ਼ੂਰ ਜੀ ਫਰਮਾਵਣਾ ਕਰਦੇ ਨੇ, ਜਿਹੜੀ ਸਾਹਿਬ ਜੀ ਦੀ ਬੰਦਗੀ ਕਰਨੀ ਮਨ ਨੂੰ ਭਾਨੀ ਚੰਗੀ ਪਿਆਰੀ ਲੱਗਦੀ ਹੈ ਨਾ, ਇਹੋ ਹੀ ਸਾਡੀ ਜੁਗਤੀ ਹੈ। ਇਸ ਜੁਗਤ ਦੇ ਨਾਲ ਅਸੀਂ ਵਾਹਿਗੁਰੂ ਜੀ ਦੇ ਸਰੂਪ ਅੰਦਰ ਆਪ ਵੀ ਜੁੜਦੇ ਹਾਂ, ਸਿੱਖਾਂ ਨੂੰ ਵੀ ਜੋੜਦੇ ਹਾਂ। ਐਸਾ ਜੋਗੀ ਵੱਡ ਭਾਗੀ ਭੇਟੈ, ਇਸੇ ਪ੍ਰਕਾਰ ਜਿਹੜਾ ਵਾਹਿਗੁਰੂ ਜੀ ਦੇ ਮਨ ਨੂੰ ਭਾ ਜਾਣਾ ਹੈ, ਇਹੋ ਹੀ ਸਾਡੀ ਗੁਰੂ ਘਰ ਦੀ ਨਿਰਮਲ ਜੁਗਤ ਹੈ। ਐਸਾ ਹੀ ਵੱਡਿਆਂ ਭਾਗਾਂ ਵਾਲਾ ਜੋਗੀ ਹੈ ਜਿਹੜਾ ਪਰਮਾਤਮਾ ਜੀ ਦੇ ਹਿਰਦੇ ਨੂੰ ਭਾ ਜਾਵੇ, ਚੰਗਾ ਲੱਗੇ, ਅਥਵਾ ਜਿਸ ਨੂੰ ਪਰਮਾਤਮਾ ਜੀ ਦਾ ਭਾਵੈ ਭਾਣਾ ਮਿੱਠਾ ਲੱਗਦਾ ਹੈ, ਉਹ ਵੱਡਿਆਂ ਭਾਗਾਂ ਵਾਲਾ ਜੋਗੀ ਹੈ ਗੁਰੂ ਘਰ ਦੇ ਅੰਦਰ। ਮਾਇਆ ਕੇ ਬੰਧਨ ਕਾਟੈ, ਤੇ ਜਿਹੜਾ ਵਾਹਿਗੁਰੂ ਜੀ ਦੇ ਨਾਮ ਰੂਪੀ ਭਗਤੀ ਦੀ ਤਲਵਾਰ ਦੇ ਨਾਲ, ਗਿਆਨ ਦੀ ਖੜਗ ਖੰਡੇ ਦੇ ਨਾਲ ਸਾਰੇ ਹੀ ਮਾਇਆ ਦੇ, ਵਿਕਾਰਾਂ ਦੇ ਤੇ ਜੰਮਣ ਮਰਨ ਦੇ ਬੰਧਨਾਂ ਨੂੰ ਕੱਟ ਲੈਂਦਾ ਹੈ, ਉਹ ਹੈ ਵੱਡਿਆਂ ਭਾਗਾਂ ਵਾਲਾ ਸ੍ਰੇਸ਼ਟ ਜੋਗੀ, ਵਾਹਿਗੁਰੂ ਜੀ ਦੇ ਨਾਲ ਜੁੜਿਆ ਹੋਇਆ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਮਾਇਆ ਘਰ ਪਰਿਵਾਰ ਦੇ ਅੰਦਰ ਰਹਿ ਕਰਕੇ ਵੀ ਸੁਰਤ ਕਰਕੇ ਮਾਇਆ ਤੋਂ ਉਪਰਾਮ ਉਦਾਸ ਰਹਿੰਦੇ ਨੇ। ਭਾਈ ਐਸੇ ਪ੍ਰਵਾਨ ਨੇ ਗੁਰੂ ਘਰ ਦੇ ਵਿੱਚ, ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਏ। ਐਸੀ ਨਿਰਮਲ ਜੁਗਤ, ਐਸਾ ਗੁਰਮਤਿ ਦਾ ਗਾਡੀ ਰਾਹ ਸਤਿਗੁਰੂ ਜੀ ਨੇ ਚਲਾਵਣਾ ਕੀਤਾ ਹੈ। ਸੇਵਾ ਪੂਜ ਕਰਾਂ ਤਿਸ ਮੂਰਤ ਕੀ, ਕਹਿਣ ਲੱਗਾ ਜੀ ਸਾਡੇ ਵਿੱਚ ਮੂਰਤੀਆਂ ਹੁੰਦੀਆਂ ਨੇ। ਮੂਰਤੀਆਂ ਤੋਂ ਭਾਵ ਕੀ ਹੈ? ਜੇ 5 ਸਾਧੂ ਹੋਰ ਆ ਗਏ ਤੇ ਕਹਿਣਾ 5 ਮੂਰਤੀਆਂ ਹੋਰ ਉਤਰੀਆਂ ਨੇ। ਇਹ ਸਾਧੂਆਂ ਨੂੰ ਮੂਰਤੀਆਂ ਕਹਿੰਦੇ ਨੇ, ਇਸੇ ਪ੍ਰਕਾਰ ਆਪਣੇ ਨਾਲਦਿਆਂ ਨੂੰ ਮੂਰਤੀਆਂ ਕਹਿੰਦੇ ਨੇ। ਮਹਾਰਾਜ ਸਾਡੇ ਵਿੱਚ ਤਾਂ ਮੂਰਤਾਂ ਹੁੰਦੀਆਂ ਨੇ, ਤੁਹਾਡੇ ਵਿੱਚ ਮੂਰਤੀਆਂ ਕਿਹੜੀਆਂ ਨੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਆਪਣੀਆਂ ਜਿਹੜੀਆਂ ਗੁਰੂ ਘਰ ਦੀਆਂ ਮੂਰਤੀਆਂ ਨੇ ਉਹ ਸਾਰਿਆਂ ਦੇ ਨਾਲੋਂ ਅਤਿਅੰਤ ਉੱਤਮ ਨੇ। ਅਸੀਂ ਤਿੰਨਾਂ ਦੀ ਸੇਵਾ ਕਰਦੇ ਹਾਂ, ਸੇਵਾ ਕਰਨੀ ਲੋੜਦੇ ਹਾਂ। ਪੂਜ ਕਰੋ, ਐਸੇ ਸੱਚੀ ਮੂਰਤ ਸੱਚ ਸਰੂਪ ਦੇ ਪੂਜਨ ਕਰਨਾ ਕਰਦੇ ਹਾਂ। ਉਹ ਕਿਹੜੀ ਸੱਚ ਮੂਰਤ ਹੈ? ਨਾਨਕ ਤਿਸ ਪਗ ਚਾਟੈ, ਉਹ ਸੱਚੀ ਮੂਰਤ ਹੈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ। ਅਕਾਲ ਮੂਰਤ, ਅਕਾਲ ਮੂਰਤ ਵਰ ਪਾਇਆ ਅਬਿਨਾਸੀ। ਜਿਹੜਾ ਅਕਾਲ ਮੂਰਤ ਹਰੀ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪਰਮਾਤਮਾ ਹੈ ਨਾ ਪਿਆਰਿਆ, ਸਾਡੀ ਨਿਰਮਲ ਜੁਗਤ ਦੇ ਅੰਦਰ ਉਹੀ ਸੱਚੀ ਮੂਰਤ ਹੈ। ਅਸੀਂ ਉਸੇ ਦੀ ਬੰਦਗੀ ਕਰਦੇ ਹਾਂ, ਉਸੇ ਦਾ ਪੂਜਨ ਕਰਦੇ ਹਾਂ। ਤੇ ਸਾਡੀ ਸਦਾ ਹੀ ਭਾਵਨ ਇਹ ਹੈ, ਮਨ ਦੀ ਭਾਵਨਾ ਇਹ ਹੈ ਕਿ ਨਾਨਕ ਤਿਸ ਪੱਗ ਚਾਟੈ, ਤਿਸ ਵਾਹਿਗੁਰੂ ਜੀ ਦੇ ਚਰਨਾਂ ਨੂੰ ਸਦਾ ਚੱਟਦੇ ਰਹੀਏ।
ਸਾਡੀ ਭਾਵਨਾ ਇਹ ਹੈ ਵਾਹਿਗੁਰੂ ਜੀ ਦੇ ਚਰਨਾਂ ਨੂੰ ਚਾਟਾ ਹੈ, ਭਾਵ ਸਦਾ ਚਾਹਤ ਦੇ ਨਾਲ। ਚਾਟਾ ਤੋਂ ਭਾਵ ਚਾਹਤ ਵੀ ਹੈ। ਚਾਹਤ ਦੇ ਨਾਲ ਹਰ ਵੇਲੇ ਹਿਰਦੇ ਦੇ ਅੰਦਰ ਵਸਾ ਕਰਕੇ ਰੱਖੀਏ, ਹਰ ਵੇਲੇ ਸਿਮਰਨ ਕਰੀਏ, ਹਰ ਵੇਲੇ ਪੂਜਨ ਕਰੀਏ, ਹਰ ਵੇਲੇ ਬੰਦਗੀ ਕਰੀਏ। ਪੂਜੋ ਰਾਮ ਏਕ ਹੀ ਦੇਵਾ, ਐਸੇ ਪ੍ਰਕਾਸ਼ ਰੂਪ ਹਰੀ ਜੀ ਨੂੰ ਸਦਾ ਸਦਾ ਵਾਸਤੇ ਪੂਜਦੇ ਰਹੀਏ। ਇਸ ਕਰਕੇ ਅਸੀਂ ਬੰਦਿਆਂ ਨੂੰ ਮੂਰਤ ਨਹੀਂ, ਅਕਾਲ ਮੂਰਤ ਨੂੰ ਹੀ ਸੱਚੀ ਮੂਰਤ ਮੰਨਣਾ ਕਰਦੇ ਹਾਂ। ਉਸ ਦੇ ਹੀ ਚਰਨਾਂ ਦੇ ਅਸੀਂ ਆਸ਼ਿਕ ਹੋ ਰਹੇ ਹਾਂ, ਉਸੇ ਦੇ ਹੀ ਚਰਨਾਂ ਦੇ ਅਸੀਂ ਪੂਜਕ ਹੋ ਰਹੇ ਹਾਂ, ਉਸੇ ਦੇ ਚਰਨਾਂ ਨੂੰ ਪੂਜਦੇ ਹਾਂ, ਉਸੇ ਨੂੰ ਡੰਡੌਤ ਕਰਦੇ ਹਾਂ, ਉਸੇ ਦੇ ਚਰਨ ਚੱਟਦੇ, ਭਾਵ ਕਿ ਆਗਿਆ ਦੇ ਵਿੱਚ ਰਹਿੰਦੇ ਹਾਂ ਤੇ ਹੁਕਮ ਨੂੰ ਸੱਤ ਕਰਕੇ ਪ੍ਰਸੰਨ ਚਿੱਤ ਮੰਨਦੇ ਹਾਂ। ਜੋਗੀ ਇਸ ਪ੍ਰਕਾਰ ਦਾ ਯੋਗ ਹੈ ਜਿਹੜੇ ਲੋਕ ਤੇ ਪਰਲੋਕ ਦੇ ਬੰਧਨ ਕੱਟਦਾ ਹੈ। ਸਤਿਗੁਰੂ ਜੀ ਦਾ ਪਾਵਨ ਨਿਰਮਲ ਉਪਦੇਸ਼ ਸਰਵਣ ਕਰਕੇ ਫਿਰ ਉਹ ਜੋਗੀ ਵੀ ਢਹਿ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਪਿਆ। ਸੱਚੇ ਪਾਤਸ਼ਾਹ ਹੰਕਾਰ ਦੇ ਨਾਲ ਆਇਆ ਸੀ ਕਿ ਤੁਹਾਨੂੰ ਚੇਲਾ ਬਣਾਵਾਂਗਾ, ਪਰ ਆਪ ਜੀ ਤਾਂ ਬ੍ਰਹਮ ਗਿਆਨ ਦੇ ਐਸੇ ਸੂਰਜੋ, ਮੇਰਾ ਗਿਆਨ ਆਪ ਜੀ ਦੇ ਸਾਹਮਣੇ ਐਵੇਂ ਹੈ ਜਿਵੇਂ ਸੂਰਜ ਦੇ ਅੱਗੇ ਦੀਵਾ ਹੁੰਦਾ ਹੈ। ਦੀਵੇ ਦੀ ਵੀ ਕੋਈ ਹੈਸੀਅਤ ਆ, ਪਰ ਸੱਚੇ ਪਾਤਸ਼ਾਹ ਦੀਵਾ ਤੇ ਇੱਕ ਰਸ ਜਗਦਾ ਰਹਿੰਦਾ ਹੈ। ਮੇਰਾ ਗਿਆਨ ਤੇ ਕਦੇ ਜਗ ਜਾਂਦਾ, ਕਦੇ ਬੁੱਝ ਜਾਂਦਾ ਹੈ, ਕਦੇ ਮਨ ਉੱਚੀ ਸੁਰਤ ਨੂੰ ਚੜ ਜਾਂਦਾ, ਕਦੇ ਨਿਵਾਣ ਵਿੱਚ ਡਿੱਗ ਪੈਂਦਾ ਹੈ। ਜਿਵੇਂ ਜੁਗਨੂ ਹੁੰਦਾ ਨਾ ਟਟਹਿਣਾ, ਕਦੇ ਜਗਦਾ ਤੇ ਕਦੇ ਬੁੱਝਦਾ ਹੈ। ਮਹਾਰਾਜ ਸਾਡਾ ਗਿਆਨ ਟਟਹਿਣੇ ਵਰਗਾ ਹੈ, ਤੇ ਇੱਕ ਟਟਹਿਣਾ ਇੱਕ ਜੁਗਨੂ ਸੂਰਜ ਦਾ ਕੀ ਮੁਕਾਬਲਾ ਕਰੇਗਾ। ਕਿਰਪਾਲਤਾ ਕਰੋ ਸੱਚੇ ਪਾਤਸ਼ਾਹ ਜੀ, ਇਹ ਦਾਤ ਸਾਨੂੰ ਵੀ ਬਖਸ਼ੋ। ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਇਹ ਨਿਰਮਲ ਜੁਗਤ, ਨਿਰਮਲ ਜੋਗ, ਭਗਤੀ ਜੋਗ ਸਾਨੂੰ ਵੀ ਬਖਸ਼ਿਸ਼ ਕਰਨਾ ਕਰੋ। ਇਸ ਪ੍ਰਕਾਰ ਗਰੀਬ ਨਿਵਾਜ ਜੀ ਦੇ ਚਰਨੀ ਪਿਆ ਤੇ ਸਤਿਗੁਰੂ ਜੀ ਨੇ ਅੰਮ੍ਰਿਤ ਦ੍ਰਿਸ਼ਟੀ ਪਾ ਕਰਕੇ ਤਿਸ ਨੂੰ ਵੀ ਨਾਨਕ ਨਦਰੀ ਨਦਰ ਨਿਹਾਲ ਕਰ ਕਰਕੇ ਨਾਮ ਦਾ ਰਸੀਆ ਬਣਾ ਕੀਤਾ ਹੈ। ਇਸ ਪ੍ਰਕਾਰ ਜੋਗੀ ਦੇ ਪ੍ਰਥਾਏ ਤੇ ਸਿੱਖਾਂ ਦੀਆਂ ਬੇਨਤੀਆਂ ਕਰਨੇ ਤੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬ੍ਰਹਮ ਗਿਆਨ ਦੀ ਦਾਤੀ ਅੰਮ੍ਰਿਤ ਬਾਣੀ ਉਚਾਰਨ ਕਰਕੇ ਸਰਬਤ ਸੰਸਾਰ ਦੇ ਭਰਮਾਂ ਦੀ ਨਿਵਰਤੀ ਵਾਸਤੇ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਤਖਤਾਂ ਤੇ ਸ਼ੋਕ ਬਨੀਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗੋ ਕਿਰਪਾਲਤਾ ਕਰਕੇ ਬਖਸ਼ ਲਓ। ਸਤਿਗੁਰੂ ਜੀ ਦੀ ਗੋਦ ਦੇ ਅੰਦਰ ਸੱਜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਕਿਰਪਾਲਤਾ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ੋ ਜੀ। ਸਤਿਗੁਰਾਂ ਦੇ ਪਾਵਨ ਨਿਰਮਲ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ, ਜਿਸ ਦੇ ਨਾਲ ਸਾਡਾ ਪੜ੍ਹਿਆ ਸੁਣਿਆ ਗਾਵਿਆ ਕਥਨ ਕੀਤਾ ਸਫਲਾ ਹੋਏ, ਥਾਂ ਪੈ ਜਾਵੇ। ਪਾਵਨ ਗੁਰੂ ਉਪਦੇਸ਼ ਦੀਆਂ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਐਸਾ ਜੋਗੀ ਵਡ ਭਾਗੀ ਭੇਟੈ, ਮਾਇਆ ਕੇ ਬੰਧਨ ਕਾਟੈ। ਸੇਵਾ ਪੂਜ ਕਰਉ ਤਿਸ ਮੂਰਤ ਕੀ, ਨਾਨਕ ਤਿਸ ਪਗ ਚਾਟੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास। हे संगी हे निरंकार, हे निर्गुण सब टेक। हे गोविंद हे गुण निधान, जाकै सदा विवेक।